ਪਰਮਾ ਕਰਮ ਕਾਂਡਾਂ ਵਿੱਚ ਫਸਦਾ ਜਾ ਰਿਹਾ, ਜਦਕਿ ਗੁਰੂ ਨੇ ਤਾਂ ਸਾਨੂੰ ਸਿਧਾਂਤ ਨਾਲ ਜੋੜਿਆ ਸੀ। ਇੱਕ ਆਮ ਸਿੱਖ ਅੱਜ ਭੰਬਲ ਭੂਸੇ 'ਚ ਪੈ ਗਿਆ। ਬਹੁਤ ਜ਼ਿਆਦਾ ਕਨਫਿਊਜ਼ਨ ਅੱਜ ਪੰਥ ਵਿੱਚ ਪਾਈ ਜਾ ਰਹੀ ਹੈ। ਜ਼ਰੂਰਤ ਹੈ ਕਿ ਅਸੀਂ ਬਾਣੀ ਨੂੰ ਸਮਝ ਸਕੀਏ, ਸਮਝ ਕੇ ਉਸ ਨੂੰ ਇੰਟਰਨਲਾਈਜ਼ ਕਰਕੇ ਉਸ ਦੇ ਉੱਤੇ ਤੁਰ ਸਕੀਏ। ਸੋ ਅਗਲੇ ਤਕਰੀਬਨ 45 ਮਿੰਟ ਭਾਈ ਸਾਹਿਬ ਦੇ ਨਾਲ ਸਾਂਝ ਪਾਵਾਂਗੇ ਅਸੀਂ, ਅਤੇ ਦੇਖਾਂਗੇ ਜੇਕਰ ਸਮਾਂ ਹੋਇਆ ਤਾਂ ਲਾਈਨਾਂ ਖੋਲ੍ਹ ਕੇ ਵੀ ਤੁਹਾਡੇ ਨਾਲ ਉਹਨਾਂ ਦੀ ਸਾਂਝ ਪਾਵਾਂਗੇ। ਭਾਈ ਸਾਹਿਬ ਭਾਈ ਪਰਮਜੀਤ ਸਿੰਘ ਉੱਤਰਾਖੰਡ ਅੱਜ ਕੱਲ੍ਹ ਸਰੀ ਵਿੱਚ ਆਏ ਹੋਏ ਨੇ। ਗੁਰਦੁਆਰਾ ਸਾਹਿਬ ਸਿੰਘ ਸਭਾ ਸਰੀ ਦੇ ਵਿੱਚ ਆਪ ਜੀ ਜਾ ਕੇ ਇਹਨਾਂ ਨੂੰ ਸਰਵਣ ਵੀ ਕਰ ਸਕਦੇ ਹੋ। ਹਰ ਰੋਜ਼ ਸਵੇਰੇ 9:40 ਤੋਂ ਲੈ ਕੇ 10:30 ਤੱਕ, ਅਤੇ ਸ਼ਾਮ ਨੂੰ 6:30 ਤੋਂ ਲੈ ਕੇ 7:30 ਵਜੇ ਤੱਕ ਹਰ ਰੋਜ਼ ਸਾਂਝ ਪਾਇਆ ਕਰਦੇ ਨੇ। ਗੁਰਬਾਣੀ ਨਾਲ ਤੁਹਾਨੂੰ ਜੋੜਦੇ ਹਨ। ਸੋ ਜ਼ਰੂਰ ਸਾਨੂੰ ਲੋੜ ਹੈ ਕਿ ਅੱਜ ਪੰਥ ਵਿੱਚ ਐਸੇ ਪ੍ਰਚਾਰਕ ਆਉਣ ਜਿਹੜੇ ਕਿ ਗੁਰੂ ਨਾਲ ਜੋੜਨ, ਨਾ ਕਿ ਕੱਚੀ ਬਾਣੀ ਨਾਲ, ਕਹਾਣੀਆਂ ਨਾਲ, ਸਾਖੀਆਂ ਨਾਲ। ਕਿਉਂਕਿ ਸਾਡੀ ਕਸਵੱਟੀ ਸਿਰਫ ਗੁਰੂ ਗ੍ਰੰਥ ਸਾਹਿਬ ਹੈ। ਜੋ ਕੁਝ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਉਸ ਨੂੰ ਅਸੀਂ ਮੱਥੇ ਪ੍ਰਵਾਨ ਕਰਨਾ ਹੈ, ਅਤੇ ਕੋਈ ਵੀ ਚੀਜ਼ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਜੋ ਲਿਖੀ ਗਈ ਉਸ 'ਤੇ ਨਹੀਂ ਟੁਕਦੀ ਤਾਂ ਉਸ ਤੋਂ ਅਸੀਂ ਮੁਨਕਰ ਹੋਣਾ ਹੈ। ਸੋ ਆਓ ਸਵਾਗਤ ਕਰਦੇ ਹਾਂ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਦਾ, ਅਤੇ ਉਹਨਾਂ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਵਾਉਂਦੇ ਹਾਂ। ਜੈ ਹਿੰਦ ਜੀ ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਅੱਜ ਦਾ ਵਿਸ਼ਾ ਜਿਸ ਦੇ ਬਾਰੇ ਤੁਹਾਡੇ ਤੋਂ ਸਾਂਝ ਪਾਉਣਾ ਚਾਹਾਂਗੇ ਕਿ ਗੁਰੂ ਸਾਹਿਬ ਨੇ ਤਾਂ ਸਾਨੂੰ ਬੜਾ ਇੱਕ ਸਿੰਪਲ ਵੇ ਆਫ ਲਾਈਫ ਦੱਸਿਆ ਸੀ, ਪਰ ਅੱਜ ਅਸੀਂ ਆਮ ਸਿੱਖ ਜੋ ਹੈ ਇੰਨਾ ਕਨਫਿਊਜ਼ ਹੋ ਚੁੱਕਿਆ ਕਿ ਪਤਾ ਹੀ ਨਹੀਂ ਲੱਗਦਾ। ਇੱਕ ਪਾਸੇ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹਾਂ, ਲੇਕਿਨ ਦੂਸਰੇ ਪਾਸੇ ਕੋਈ ਵੀ ਆ ਕੇ ਸਾਨੂੰ ਕਿਤੇ ਵੀ ਲੈ ਜਾਏ ਅਸੀਂ ਅੱਖ ਮੀਚ ਕੇ ਉੱਥੇ ਚਲੇ ਜਾਂਦੇ ਹਾਂ। ਸੋ ਗੁਰੂ ਦਾ ਸਿਧਾਂਤ ਕੀ ਹੈ ਅਸਲ ਵਿੱਚ, ਅਤੇ ਕਿਸ ਤਰੀਕੇ ਨਾਲ ਇੱਕ ਆਮ ਸਿੱਖ ਜੋ ਹੈ ਉਸ 'ਤੇ ਤੁਰ ਕੇ ਆਪਣੇ ਜੀਵਨ ਵਿੱਚ ਵੀ ਖੁਸ਼ੀਆਂ ਲਿਆ ਸਕਦਾ ਹੈ, ਅਤੇ ਨਾਲ ਸਮਾਜ ਨੂੰ ਵੀ ਕੁਝ ਦੇ ਸਕਦਾ ਹੈ ਜੀ। ਗੁਰਬਾਣੀ ਦਾ ਅਧਿਐਨ ਕਰਦੇ ਹਾਂ, ਸਾਨੂੰ ਇੱਕ ਗੱਲ ਸਪਸ਼ਟ ਹੁੰਦੀ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਵਕਤ ਦੇ ਦੌਰਾਨ ਸਮਾਜ ਦੇ ਜੋ ਹਾਲਾਤ ਵੇਖੇ ਨੇ, ਜੋ ਉਸ ਵੇਲੇ ਦੇ ਲੋਕ ਧਰਮ ਕਮਾ ਰਹੇ ਸਨ, ਉਹਨਾਂ ਲੋਕਾਂ ਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਕਿ ਅਸਲ ਵਿੱਚ ਇਹਦੇ 'ਚ ਸੱਚਾਈ ਕਿੰਨੀ ਹੈ। ਧਰਮ ਦੇ ਨਾਮ ਤੇ ਸਭ ਤੋਂ ਵੱਧ ਜਿਹੜਾ ਸ਼ਬਦ ਵਰਤਿਆ ਗਿਆ ਕਿ ਤੁਹਾਡੇ ਅੰਦਰ ਸਿਰਫ ਸ਼ਰਧਾ ਹੋਣ ਦੀ ਲੋੜ ਹੈ, ਤੁਸੀਂ ਸ਼ਰਧਾ ਰੱਖਣੀ ਹੈ। ਉਹਨਾਂ ਨੂੰ ਹਰ ਇੱਕ ਚੀਜ਼ ਦੇ ਨਾਲ ਸ਼ਰਧਾ ਦੇ ਮੋਹਰ ਥੱਲੇ ਜੋੜ ਦਿੱਤਾ ਗਿਆ। ਜਿਵੇਂ ਸੂਰਜ ਦੇ ਨਾਲ, ਚੰਦਰਮਾ ਦੇ ਨਾਲ, ਧਰਤੀ ਦੇ ਨਾਲ। ਸੂਰਜ ਨੂੰ ਪਾਣੀ ਦੇਣਾ, ਪਿਤਰਾਂ ਦੇ ਨਿਮਿਤ ਪਾਣੀ ਦਿੱਤਾ ਜਾ ਰਿਹਾ। ਚਲੇ ਗਏ ਜੋ ਘਰ ਦੇ ਬਜ਼ੁਰਗ ਨੇ, ਉਹਨਾਂ ਦੇ ਨਿਮਿਤ ਵੀ ਅੰਧ ਵਿਸ਼ਵਾਸ ਦੇ ਨਾਂ ਥੱਲੇ ਇਤਨੀ ਲੁੱਟ ਖਸੁੱਟ ਇਸ ਧਰਤੀ ਤੇ ਹੋਈ ਹੈ ਕਿ ਮਾਨੋ ਹਰ ਬੰਦਾ ਜਿਹੜਾ ਕੁਰਲਾ ਉੱਠਿਆ ਸੀ, ਕਿਉਂਕਿ ਬ੍ਰਾਹਮਣ ਨੇ ਇੱਥੋਂ ਤੱਕ ਇਹਨਾਂ ਲੋਕਾਂ ਨੂੰ ਧਰਮ ਦੇ ਨਾਮ ਤੇ ਲੁੱਟਿਆ ਕਿ ਸਿਰਫ ਰੱਬ ਹੀ 1 2 4 ਨਹੀਂ 33 ਕਰੋੜ ਰੱਬ ਬਣਾ ਕੇ ਇਹਨਾਂ ਦੇ ਨਾਂ ਤੇ ਵੱਖ-ਵੱਖ ਦਾਨ ਪੁੰਨ ਲਏ ਗਏ। ਕੇਵਲ ਪੈਸਿਆਂ ਦਾ ਦਾਨ ਹੀ ਸੀਮਤ ਨਹੀਂ ਰਹਿ ਗਿਆ। ਭਗਤ ਕਬੀਰ ਜੀ ਨੇ ਬਾਣੀ ਵਿੱਚ ਲਿਖਿਆ ਕਿ ਅਸ ਦਾਨ, ਗੱਜ ਦਾਨ, ਸੇਜਾ ਨਾਰੀ ਭੂਮ ਦਾਨ। ਆਪਣੀ ਔਰਤ ਤੱਕ ਨੂੰ ਧਰਮ ਦੇ ਨਾਮ ਤੇ, ਰੱਬ ਦੇ ਨਾਮ ਤੇ ਇਸ ਬ੍ਰਾਹਮਣ ਨੂੰ ਦਾਨ ਕੀਤਾ ਗਿਆ। ਸੇਜਾ ਨਾਰੀ ਭੂਮ ਦਾਨ, ਆਪਣੀਆਂ ਬੱਚੀਆਂ, ਆਪਣੀਆਂ ਭੈਣਾਂ, ਪਰਿਵਾਰ ਦੀਆਂ ਇਸਤਰੀਆਂ ਨੂੰ ਰੱਬ ਦੇ ਨਾਂ ਤੇ ਭੇਟ ਕਰ ਦਿੱਤਾ ਗਿਆ। ਔਰ ਭਾਈ ਗੁਰਦਾਸ ਜੀ ਦੀ ਜਦੋਂ ਅਸੀਂ ਪੌੜੀ ਪੜ੍ਹਦੇ ਹਾਂ, ਉਹਨਾਂ ਨੇ ਇੱਕ ਬੜੀ ਪਿਆਰੀ ਗੱਲ ਆਖੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਤੋਂ ਪਹਿਲਾਂ ਜਿਹੜੇ ਹਾਲਾਤ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਵੇਖੇ ਨੇ, ਔਰ ਸੰਸਾਰ ਦੇ ਹਰ ਬੰਦੇ ਨੂੰ ਇਹਦੇ ਵਿੱਚੋਂ ਕੱਢਣ ਵਾਸਤੇ ਗੁਰੂ ਸਾਹਿਬ ਜੀ ਨੇ ਜੋ ਸੱਚ ਗੁਰਬਾਣੀ ਦੇ ਵਿੱਚ ਅੰਕਿਤ ਕੀਤਾ, ਗੁਰਦੇਵ ਜੀ ਨੇ ਉਹ ਦੁਨੀਆ ਦੇ ਸਾਹਮਣੇ ਰੱਖਿਆ। ਭਾਈ ਗੁਰਦਾਸ ਕਹਿੰਦੇ ਨੇ, ਕਲਯੁਗ ਬੋਧ ਅਵਤਾਰ ਹੈ, ਬੋਧ ਅਬੋਧ ਨਾ ਦ੍ਰਿਸ਼ਟੀ ਆਵੈ। ਗੁਰੂ ਨਾਨਕ ਸਾਹਿਬ ਦੀ ਆਮਦ ਤੋਂ ਪਹਿਲਾਂ ਕਿਸੇ ਨੂੰ ਇਹ ਨਹੀਂ ਪਤਾ ਲੱਗ ਪਾ ਰਿਹਾ ਕਿ ਗਿਆਨ ਤੇ ਅਗਿਆਨਤਾ ਦੇ ਵਿੱਚ ਕਿਤਨਾ ਫਰਕ ਹੁੰਦਾ ਹੈ। ਬੋਧ ਅਬੋਧ, ਗਿਆਨ ਤੇ ਅਗਿਆਨਤਾ, ਨਾ ਦ੍ਰਿਸ਼ਟੀ ਆਵੇ। ਵੇਖਣ ਵਿੱਚ ਵੀ ਇਹ ਗੱਲ ਨਜ਼ਰ ਨਹੀਂ ਸੀ ਆਉਂਦੀ ਕਿ ਕੋਈ ਗਿਆਨ ਤੇ ਅਗਿਆਨਤਾ ਦੇ ਵਿੱਚ ਫਰਕ ਲੱਭ ਸਕਦਾ ਹੋਵੇ। ਅਗਿਆਨਤਾ ਨੂੰ ਵੀ ਸਹੀ ਮੰਨ ਕੇ ਉਹਦੀ ਪੂਜਾ ਕੀਤੀ ਗਈ। ਔਰ ਆਪਾਂ ਬਾਣੀ ਚੋਂ ਪੜ੍ਹਦੇ ਹਾਂ, ਗੁਰੂਦੇਵ ਨੇ ਆਖਿਆ ਗਿਆਨਹੀਨੰ ਅਗਿਆਨ ਪੂਜਾ।
ਗਿਆਨ ਤੋਂ ਹੀਣਾ ਬੰਦਾ ਜਿਹੜਾ ਉਹ ਹਮੇਸ਼ਾ ਅਗਿਆਨਤਾ ਨੂੰ ਰੱਬ ਮੰਨ ਕੇ ਉਹਦੀ ਪੂਜਾ ਕਰਨ ਲੱਗ ਪੈਂਦਾ ਹੈ। ਤੇ ਭਾਈ ਗੁਰਦਾਸ ਕਹਿੰਦੇ ਨੇ, ਉਹ ਨਤੀਜਾ ਕੀ ਨਿਕਲਿਆ ਇਸ ਬਦਲੇ 'ਚ? ਕਲਯੁਗ ਬੋਧ ਅਵਤਾਰ ਹੈ, ਬੋਧ ਅਬੋਧ ਨਾ ਦ੍ਰਿਸ਼ਟੀ ਆਵੈ, ਕੋਈ ਨਾ ਕਿਸੇ ਵਰਜਈ ਸੋਈ ਕਰੈ ਜੋਈ ਮਨ ਭਾਵੈ। ਸਭ ਤੋਂ ਵੱਡਾ ਦੁਖਾਂਤ ਇਹ ਹੁੰਦਾ ਹੈ ਕਿ ਕੋਈ ਕਿਸੇ ਨੂੰ ਵਰਜਦਾ ਨਹੀਂ ਹੈ, ਮਨਾ ਨਹੀਂ ਕਰਦਾ, ਕੋਈ ਕਿਸੇ ਨੂੰ ਸਵਾਲ ਵੀ ਨਹੀਂ ਸੀ ਕਰ ਸਕਦਾ। ਇੱਥੋਂ ਤੱਕ ਉਸ ਵੇਲੇ ਬ੍ਰਾਹਮਣ ਨੇ ਰੋਕ ਲਾਤੀ ਸੀ ਕਿ ਮੇਰੇ ਤੋਂ ਇਲਾਵਾ ਬਾਕੀ ਕੋਈ ਵੀ ਬੰਦਾ ਨਾ ਧਰਮ ਗ੍ਰੰਥ ਪੜ੍ਹ ਸਕਦਾ ਹੈ। ਅਗਰ ਸੁਣੇਗਾ ਤਾਂ ਜਿਨ੍ਹਾਂ ਨੂੰ ਨੇ ਅਪਵਿੱਤਰਤਾ ਦਾ ਨਾਂ ਦਿੱਤਾ ਸੀ ਕਿ ਇਸਤਰੀ ਸ਼ੂਦਰੋ ਪਲਿਤਸ ਵੇਦ ਮੰਤਰ ਵਿਵਰਜਤੇ, ਔਰਤ ਤੇ ਸ਼ੂਦਰ ਅਪਵਿੱਤਰ ਹੈ, ਇਹਨਾਂ ਨੂੰ ਪੜ੍ਹਨ ਦਾ ਹੱਕ ਨਹੀਂ ਹੈ। ਉਸ ਵੇਲੇ ਇਹਨਾਂ ਤੇ ਇੰਨੀ ਰੋਕ ਲਾ ਦਿੱਤੀ ਗਈ ਕਿ ਨਾ ਇਹਨਾਂ ਨੂੰ ਮੁੱਖੋਂ ਇਹ ਕੋਈ ਚੀਜ਼ ਪੜ੍ਹ ਸਕਦੇ ਨੇ, ਨਾ ਕੰਨੀ ਸੁਣ ਸਕਦੇ ਨੇ, ਘੋਲ ਕੇ ਸਿੱਕਾ ਪਾ ਦਿੱਤਾ ਜਾਏਗਾ। ਇਸ ਤਰੀਕੇ ਦੇ ਨਾਲ ਰੋਕ ਲੱਗ ਚੁੱਕੀ ਹੈ, ਨਾ ਕੋਈ ਸਵਾਲ ਕਰ ਪਾ ਰਿਹਾ ਹੈ, ਨਾ ਕਿਸੇ ਨੂੰ ਕੋਈ ਪੁੱਛ ਪਾਉਂਦਾ ਹੈ। ਸਿਰਫ ਧਰਮ ਦੇ ਨਾਮ ਤੇ ਸਿਰਫ ਪੂਜਾ ਕਰਨੀ ਹੈ, ਭੇਟ ਕਰਨਾ ਹੈ, ਦਾਨ ਕਰਨਾ ਹੈ, ਉਹਨੂੰ ਮੰਨ ਕੇ ਤੁਰਨਾ ਹੈ ਜੋ ਤੁਹਾਨੂੰ ਫੈਸਲਾ ਸੁਣਾਇਆ ਜਾ ਰਿਹਾ ਹੈ। ਕੋਈ ਨਾ ਕਿਸੇ ਵਰਜਈ ਸੋਈ ਕਰੇ ਜੋਈ ਮਨ ਭਾਵੈ, ਕਿਸੇ ਨੂੰ ਕੋਈ ਵਰਜਦਾ ਨਹੀਂ ਹੈਗਾ। ਇੱਥੇ ਮੈਂ ਇੱਕ ਗੱਲ ਜ਼ਰੂਰ ਸੰਗਤ ਦੇ ਸਾਹਮਣੇ ਰੱਖਣਾ ਚਾਹੁੰਦਾ ਕਿ ਇਹ ਗੁਰੂ ਨਾਨਕ ਪਾਤਸ਼ਾਹ ਦੇ ਪਹਿਲਾਂ ਤੋਂ ਹਾਲਾਤ ਭਾਈ ਗੁਰਦਾਸ ਜੀ ਬਿਆਨ ਕਰ ਰਹੇ ਨੇ। ਜਦੋਂ ਅੱਜ ਦੇ ਮਾਹੌਲ ਵੱਲ ਨਿਗਾਹ ਮਾਰ ਕੇ ਵੇਖੀਦੀ ਹੈ ਤੇ ਕਈ ਵਾਰੀ ਬੜਾ ਮਨ ਨੂੰ ਇਹ ਦੁੱਖ ਜਿਹਾ ਮਹਿਸੂਸ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਆਮਦ ਤੋਂ ਪਹਿਲਾਂ ਇਹ ਹਾਲਾਤ ਹੋਣ ਤੇ ਇੱਕ ਸੁਭਾਵਕ ਜੀ ਗੱਲ ਹੋਏਗੀ, ਪਰ ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਅੱਜ 550 ਸਾਲ ਬਾਅਦ ਵੀ ਕੋਈ ਨਾ ਕਿਸੇ ਵਰਜਈ ਸੋਈ ਕਰੇ ਜੋਈ ਮਨ ਭਾਵੈ ਵਾਲੇ ਉਸੇ ਹੀ ਘੇਰੇ ਵਿੱਚ ਅਸੀਂ ਵੀ ਖਲੋ ਜਾਈਏ ਤਾਂ ਫਿਰ ਦੱਸੋ ਕਿ ਬਾਬੇ ਨਾਨਕ ਨੇ ਆ ਕੇ ਜੋ ਸਾਨੂੰ ਸਿਖਾਇਆ, ਜੋ ਦੱਸਿਆ, ਜਿਸ ਘੇਰੇ ਚੋਂ ਜਾਲ ਚੋਂ ਕੱਢਿਆ, ਅਸੀਂ ਫਿਰ ਉੱਥੇ ਹੀ ਆ ਕੇ ਮੁੜ ਕੇ ਖੜੇ ਹੋ ਰਹੇ ਹਾਂ। ਕੋਈ ਕਿਸੇ ਨੂੰ ਵਰਜਣ ਲਈ ਤਿਆਰ ਨਹੀਂ, ਕੋਈ ਹਿੰਮਤ ਨਹੀਂ ਕਰਦਾ ਸਵਾਲ ਪੁੱਛਣ ਦੀ, ਕੋਈ ਹਿੰਮਤ ਨਹੀਂ ਕਰਦਾ ਸੁਣਾਏ ਗਏ ਫੈਸਲਿਆਂ ਦੇ ਬਾਬਤ ਕੋਈ ਗੱਲ ਕਰਨ ਦੀ। ਅੱਜ ਸਾਡੇ ਕੌਮੀ ਆਗੂ ਅਖਵਾਉਣ ਵਾਲੇ ਜਿਹੜਾ ਵੀ ਫਤਵਾ ਸੁਣਾਉਣ, ਫੈਸਲਾ ਸੁਣਾਉਣ, ਕੋਈ ਸੰਗਤ ਵਿੱਚੋਂ ਦੀ ਜ਼ਰੂਰਤ ਨਹੀਂ ਕਰਦਾ ਪਿਆ ਕਿ ਆਖਿਰ ਕੀ ਇਹ ਗੁਰਬਾਣੀ ਦੇ ਗੁਰਮਤ ਦੇ ਅਕੋਰਡਿੰਗ ਫੈਸਲੇ ਹਨ। ਕੋਈ ਨਾ ਕਿਸੇ ਵਰਜਈ ਸੋਈ ਕਰੇ ਜੋਈ ਮਨ ਭਾਵੈ, ਜਿਹਦੀ ਜੋ ਮਰਜ਼ੀ ਆਉਂਦੀ ਹੈ ਅੱਜ ਉਹ ਕੁਝ ਕਰਦਾ ਹੈ। ਅਸੀਂ ਅਗਰ ਗਰਾਊਂਡ ਲੈਵਲ ਤੋਂ ਲੈ ਕੇ ਵੇਖੀਏ ਤਾਂ ਸੰਗਤ ਵੀ ਜ਼ਰੂਰਤ ਨਹੀਂ ਕਰਦੀ। ਜਿਹੜੀ ਸੰਗਤ ਲਗਾਤਾਰ ਗੁਰਦੁਆਰਿਆਂ ਦੇ ਵਿੱਚ ਮਾਇਆ ਅਰਪਿਤ ਕਰਦੀ ਹੈ, ਗੁਰਦੁਆਰਿਆਂ ਦੇ ਵਿੱਚ ਸੰਗਤ ਸੇਵਾ ਕਰ ਰਹੀ ਹੈ, ਲਗਾਤਾਰ ਕਈ ਵਰਿਆਂ ਤੋਂ ਜਾ ਕੇ ਪ੍ਰਸ਼ਾਦ ਚੜਾਉਂਦੀ ਹੈ, ਲੰਗਰ ਕਰਾਉਂਦੇ ਨੇ, ਗੁਰਦੁਆਰੇ ਮੱਥਾ ਟੇਕੇ ਜਾਂਦੇ ਨੇ, ਪਾਠ ਕੀਤੇ ਕਰਵਾਏ ਜਾਂਦੇ ਨੇ, ਪਰ ਦੱਸੋ ਕਿ ਅਗਰ ਗੁਰਦੁਆਰਿਆਂ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਅਗਰ ਕੋਈ ਚੀਜ਼ ਰੱਖ ਦਿੱਤੀ ਜਾਂਦੀ ਹੈ, ਮੰਨੋ ਕਿਸੇ ਬਾਬੇ ਦੀ ਫੋਟੋ, ਪਿੱਛੇ ਜੇ ਸਮੇਂ ਗੁਰਦੁਆਰਿਆਂ ਦੇ ਵਿੱਚ ਆਮ ਬਹੁਤ ਹੀ ਪ੍ਰਚਲਿਤ ਹੋਇਆ ਕਿ ਜੋਤਾਂ ਬਲਣੀਆਂ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਨਾਲ ਨਾਰੀਅਲ ਕੁੰਭ, ਜਿਹੜਾ ਸਿੱਖ ਰਹਿਤ ਮਰਿਆਦਾ ਦੇ ਵਿੱਚ ਦੀ ਸਖਤ ਮਨਾਹੀ ਕੀਤੀ ਗਈ ਹੈ, ਪਰ ਕੋਈ ਕਿਸੇ ਨੂੰ ਵਰਜਦਾ ਨਹੀਂ। ਉਹਦਾ ਮੁੱਖ ਇੱਕ ਕਾਰਨ ਇਹ ਹੈ, ਵਰਜੇਗਾ ਹਮੇਸ਼ਾ ਉਹ ਜਿੰਨੇ ਗੁਰਬਾਣੀ ਨੂੰ ਪੜ੍ਹਿਆ ਵਿਚਾਰਿਆ ਹੈ। ਸਭ ਤੋਂ ਵੱਡਾ ਸਾਡਾ ਦੁਖਾਂਤ ਇਹ ਹੈ ਕਿ ਅਸੀਂ ਬਾਬੇ ਨਾਨਕ ਨੂੰ ਪੜ੍ਹਿਆ ਕੋਈ ਨਹੀਂ ਹੈਗਾ। ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਅਸੀਂ ਠੀਕ ਮਾਇਨੇ ਦੇ ਵਿੱਚ ਹੁਣ ਤੱਕ ਸਮਝਿਆ ਨਹੀਂ ਹੈਗਾ। ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਮੱਥਾ ਟੇਕਿਆ, ਗੁਰੂ ਗ੍ਰੰਥ ਸਾਹਿਬ ਜੀ ਤੇ ਸਾਡਾ ਅਕੀਦਾ ਭਰੋਸਾ ਬੇਅੰਤ ਹੈ ਔਰ ਹੋਣਾ ਚਾਹੀਦਾ ਹੈ, ਪਰ ਇਹ ਭਰੋਸਾ ਸਾਡਾ ਗੁਰੂ ਬਾਣੀ ਦੇ ਉਪਦੇਸ਼ਾਂ ਦੇ ਉੱਤੇ ਹੋਣਾ ਚਾਹੀਦਾ ਸੀ। ਅੱਜ ਕੇਵਲ ਅਸੀਂ ਸੋਚੀਏ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੰਗੇ ਰੁਮਾਲੇ ਭੇਟ ਕਰ ਦੇਣੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮਹਿੰਗੇ ਤੋਂ ਮਹਿੰਗੇ ਚੰਦੋਏ ਚੜਾਉਣੇ, ਇਹਦੇ ਵਿੱਚ ਹੀ ਸਾਡੀ ਸੇਵਾ ਪੂਰੀ ਹੁੰਦੀ ਹੈ। ਅੱਜ ਵੱਡੇ ਵੱਡੇ ਜਿਹੜੇ ਇਤਿਹਾਸਕ ਸਥਾਨ ਨੇ, ਕੇਂਦਰੀ ਸਥਾਨ ਦੇ ਰੂਪ ਵਿੱਚ ਵੀ ਨਜ਼ਰ ਆਏ ਨੇ, ਤੇ ਉਹਨਾਂ ਦੇ ਵਿੱਚ ਦੇਖੋ 2-2, 3-3 ਲੱਖ ਰੁਪਏ ਦਾ ਇੱਕ ਦਿਨ ਗੁਰੂ ਗ੍ਰੰਥ ਸਾਹਿਬ ਜੀ ਦਾ ਸੈੱਟ ਚੜਾਇਆ ਜਾਵੇ ਤੇ ਬਦਲਿਆ ਜਾਵੇ, ਤੇ ਦੱਸੋ ਕਿ ਕੇਵਲ ਅਸੀਂ ਇਸ ਨੂੰ ਹੀ ਸੇਵਾ ਸਮਝੀਏ। ਉਹ ਸੈੱਟ ਅਗਲੇ ਦਿਨ ਬਦਲ ਦਿੱਤੇ ਜਾਂਦੇ ਨੇ ਔਰ ਜਿਹੜੀ ਸੰਗਤ ਆਏ ਦਿਨ ਗੁਰੂ ਗ੍ਰੰਥ ਸਾਹਿਬ ਜੀ ਤੇ ਰੁਮਾਲੇ ਪਾਉਣੇ ਨੇ, ਜੇ ਗੌਰ ਨਾਲ ਵੇਖਿਆ ਜਾਏ ਕਿ ਉਹ ਰੁਮਾਲੇ ਜਾ ਕਿੱਥੇ ਰਹੇ ਨੇ, ਮੁੜ ਮੁੜ ਕੇ ਉਹਨਾਂ ਦੁਕਾਨਾਂ ਤੋਂ ਰਿਪੀਟ ਹੁੰਦੇ ਨੇ ਜਿੱਥੇ ਇੱਕ ਬੜਾ ਵੱਡਾ ਬਿਜ਼ਨਸ ਦਾ ਅਦਾਰਾ ਕੰਮ ਕਰ ਰਿਹਾ ਹੈ, ਪਰ ਸੰਗਤ
ਨਾ ਇਸ ਪੱਖੋਂ ਸੋਚਦੀ ਹੈ। ਅੱਜ ਸਾਨੂੰ ਸੋਚਣ ਦੀ ਇਹ ਲੋੜ ਹੈ ਕਿ ਸਾਡਾ ਸਰਮਾਇਆ ਸਮਾਂ ਕਿੱਥੇ ਲੱਗਣਾ ਚਾਹੀਦਾ ਹੈ। ਦੋ ਚੀਜ਼ਾਂ ਸਾਡੀਆਂ ਬੜੀ ਕੀਮਤੀ ਨੇ ਜ਼ਿੰਦਗੀ 'ਚ, ਇੱਕ ਸਮਾਂ ਤੇ ਇੱਕ ਸਰਮਾਇਆ। ਸਾਡਾ ਸਮਾਂ ਵੀ ਧਰਮ ਦੇ ਨਾਮ ਤੇ ਵੇਸਟ ਕੀਤਾ ਜਾ ਰਿਹਾ ਹੈ। ਜਿਵੇਂ ਹੁਣ ਪਿੱਛੇ ਸਾਰਿਆਂ ਨੂੰ ਪਤਾ ਹੈ ਕਿ ਸਾਡੀਆਂ ਵੱਡੀਆਂ ਸੰਸਥਾਵਾਂ, ਅਦਾਰੇ, ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਸੀਂ ਸਾਰਿਆਂ ਨੇ ਹੱਕ ਦਿੱਤਾ ਹੈ, ਨਾਮ ਦਿੱਤਾ ਹੈ ਕਿ ਇਹ ਸਾਰੇ ਗੁਰਦੁਆਰਿਆਂ ਦੀ ਦੇਖ ਰੇਖ ਠੀਕ ਢੰਗ ਦੇ ਨਾਲ ਕਰਨ, ਇਹ ਕੌਮ ਨੂੰ ਲੀਡ ਕਰਨ, ਜਿੱਥੇ ਕਰੋੜਾਂ ਅਰਬਾਂ ਖਰਬਾਂ ਦਾ ਬਜਟ ਚੜ੍ਹਦਾ ਹੈ। ਅੱਜ ਇੱਕ ਇੱਕ ਸਿੱਖ ਦੇ ਮਿਹਨਤ ਦਾ ਪੈਸਾ, ਜਿਹਨੂੰ ਅਸੀਂ ਅੱਜ ਇਤਿਹਾਸ ਵਿੱਚ ਸਾਖੀ 'ਚ ਭਾਈ ਲਾਲੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਸਿੱਖ ਦਾ ਸਬਕ ਦਿਖਾਉਂਦੇ ਆ, ਕਿੰਨਾ ਕੀਰਤੀ ਮਿਹਨਤੀ ਹੈ ਔਰ ਗੁਰੂ ਦੇ ਨਾਲ ਪਿਆਰ ਕਰਦੇ ਨੇ। ਅੱਜ ਕੀ ਸਿੱਖ ਨੂੰ ਇੱਕ ਬੰਨੇ ਕਿਹਾ ਜਾਂਦਾ ਹੈ ਕਿਰਤ ਕਰੋ, ਤੁਸੀਂ ਨਾਮ ਜਪੋ, ਵੰਡ ਛਕੋ, ਕਿਰਤ ਕਰਨੀ ਹੈ, ਮਿਹਨਤ ਮਸ਼ੱਕਤ ਦਸਾਂ ਨੋਹਾਂ ਦੀ ਕਰਨੀ ਹੈ। ਦਸਾਂ ਨੋਹਾਂ ਦੀ ਮਿਹਨਤ ਕਰਨ ਵਾਲੇ ਦਾ ਪੈਸਾ ਜਦੋਂ ਗੁਰਦੁਆਰੇ ਚੜ੍ਹ ਰਿਹਾ ਹੈ, ਜਿੱਥੇ ਕਰੋੜਾਂ ਰੁਪਏ ਦਾ ਬਜਟ ਹੈ, ਪੰਜਾਬ ਸਰਕਾਰ ਦੇ ਨਾਲ ਦਾ ਬਜਟ ਅੱਜ ਉਹਨਾਂ ਅਦਾਰਿਆਂ ਦੇ ਵਿੱਚ ਹੈ, ਤੇ ਉਹ ਪੈਸਾ ਭਾਈ ਲਾਲੋ ਵਰਗੇ ਕੀਰਤੀ ਸਿੱਖਾਂ ਦਾ ਪੈਸਾ ਕੀ ਕਿਸੇ ਕੁੰਭ ਦੇ ਮੇਲੇ ਦੇ ਵਿੱਚ ਲੰਗਰ ਲਾਉਣ ਵਾਸਤੇ ਚੜਾਇਆ ਗਿਆ ਸੀ? ਅੱਜ ਉਸ ਰੁਪਈਏ ਪਾਉਣ ਵਾਲੇ ਵੀਰ ਨੂੰ ਵੀ ਮੈਂ ਇਹ ਗੱਲ ਆਖਣਾ ਚਾਹੁੰਦਾ ਕਿ ਵੀਰਾ ਔਰ ਹਰ ਸੰਗਤ ਦਾ ਫਰਜ਼, ਇਹਦੇ 'ਚ ਕੋਈ ਮੇਰੀ ਭੈਣ, ਕੋਈ ਮਾਤਾ ਹੋਵੇ, ਇਹ ਉਹਨਾਂ ਦਾ ਪੁੱਛਣ ਦਾ ਹੱਕ ਬਣਦਾ ਹੈ ਕਿ ਉਹ ਤੁਹਾਡਾ ਰੁਪਈਆ ਕਿਹੜੇ ਕੰਮ ਤੇ ਲਾ ਦਿੱਤਾ ਗਿਆ ਹੈ। ਕੌਣ ਪੁੱਛੇਗਾ? ਭਾਈ ਗੁਰਦਾਸ ਕਹਿੰਦੇ ਨੇ, ਕੋਈ ਨਾ ਕਿਸੇ ਵਰਜੇ ਸੋਈ ਕਰੇ ਜੋਈ ਮਨ ਭਾਵੈ। ਜਿਹੜਾ ਜੋ ਮਰਜ਼ੀ ਆਉਂਦਾ ਸੀ ਉਹ ਕਰਦਾ ਸੀ, ਪਰ ਇਹ ਬਾਬੇ ਨਾਨਕ ਤੋਂ ਪਹਿਲਾਂ ਬਾਬੇ ਨਾਨਕ ਨੇ ਸੰਸਾਰ ਨੂੰ ਸਵਾਲ ਕਰਨ ਦੀ ਜਾਂਚ ਸਿਖਾਈ ਹੈ ਕਿ ਕਿਵੇਂ ਧਰਮ ਦੇ ਨਾਮ ਤੇ ਕੁਐਸਚਨ ਖੜਾ ਕਰੀਦਾ ਹੈ। ਜਿਹੜਾ ਕੰਮ ਧਰਮ ਦੇ ਨਾਮ ਤੇ ਕਰਨਾ ਹੈ, ਪਹਿਲਾਂ ਕੁਐਸਚਨ ਮਾਰਕ ਲਾਣਾ ਹੈ ਕਿ ਇਹ ਕਿਉਂ, ਕਿਵੇਂ, ਇਹਦਾ ਕੀ ਫਾਇਦਾ ਹੈ। ਜਦੋਂ ਸਾਡੇ ਅੰਦਰ ਸਵਾਲ ਆਏਗਾ ਤੇ ਸੁਭਾਵਕ ਹੈ ਅਸੀਂ ਜਵਾਬ ਲੱਭਾਂਗੇ, ਔਰ ਫਾਈਨਲ ਜਵਾਬ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਨਹੀਂ ਆਉਂਦਾ, ਅਸੀਂ ਉਹਦੇ ਤੱਕ ਸਾਡਾ ਸਵਾਲ ਖੜਾ ਰਹਿਣਾ ਚਾਹੀਦਾ ਹੈ। ਜਿਵੇਂ ਮੈਂ ਇੱਕ ਹੋਰ ਬੇਨਤੀ ਕਰਦਾ, ਕਿਉਂਕਿ ਅਸੀਂ ਆਪਣੇ ਗਰਾਊਂਡ ਨੂੰ ਤਿਆਰ ਕਰਨਾ ਹੈ, ਆਪਣੇ ਹੀ ਮੈਦਾਨ ਨੂੰ ਸਾਫ਼ ਕਰਨਾ ਹੈ, ਜਿੱਥੇ ਕਿ ਬਹੁਤ ਜ਼ਿਆਦਾ ਗੰਦਗੀ ਦਾ ਢੇਰ ਲੱਗ ਚੁੱਕਾ ਹੈ। ਸਾਨੂੰ ਸਭ ਤੋਂ ਪਹਿਲਾਂ ਆਪਣੇ ਜੀਵਨ ਨੂੰ ਬਹੁਤਾ ਗੁਰਬਾਣੀ ਦੇ ਅਨੁਕੂਲ ਵਾਚਣ ਦੀ ਲੋੜ ਹੈ। ਜਦੋਂ ਹਰ ਸਿੱਖ ਗੁਰਬਾਣੀ ਨੂੰ ਧਿਆਨ ਦੇ ਕੇ ਵਿਚਾਰੇ ਪੜ੍ਹੇਗਾ ਤਾਂ ਸੁਭਾਵਕ ਹੈ ਫਿਰ ਸਾਡੇ ਵੱਡੇ ਲੀਡਰ, ਇਹ ਆਗੂ, ਇਹ ਸਾਨੂੰ ਕੁਰਾਹੇ ਨਹੀਂ ਪਾ ਸਕਣਗੇ। ਇੱਕ ਬੜੀ ਪਿਆਰੀ ਉਦਾਹਰਣ ਸਤਿਗੁਰੂ ਨੇ ਬਾਣੀ ਵਿੱਚ ਵਰਤੀ ਹੈ। ਗੁਰੂ ਕਹਿੰਦੇ ਨੇ, ਇੱਕ ਅੰਨਾ ਬੰਦਾ ਜਿਹਦੀਆਂ ਅੱਖਾਂ 'ਚ ਆਪ ਰੋਸ਼ਨੀ ਨਹੀਂ, ਜਿਹੜਾ ਵੇਖ ਨਹੀਂ ਪਾਉਂਦਾ, ਉਹਨੇ ਸੜਕ ਪਾਰ ਕਰਨੀ ਹੈ, ਉਹਨੇ ਟ੍ਰੈਫਿਕ ਤੋਂ ਬਚਣਾ ਹੈ, ਸੜਕ ਪਾਰ ਕਰ ਜੇ ਸਹੀ ਸਲਾਮਤ। ਇਹਦੇ ਵਾਸਤੇ ਮੰਨੋ ਕਿ ਉਹ ਆਵਾਜ਼ ਮਾਰੇ ਕਿ ਕੋਈ ਮੇਰੀ ਮਦਦ ਕਰੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਇੱਕ ਹੋਰ ਬੰਦਾ ਅਜਿਹਾ ਜਿਹਦੀਆਂ ਅੱਖਾਂ ਵਿੱਚ ਰੋਸ਼ਨੀ ਨਹੀਂ, ਉਹ ਵੀ ਅੰਨਾ ਹੈ, ਤੇ ਉਹ ਆ ਕੇ ਕਵੇ, ਆ ਭਰਾਵਾ ਮੇਰੀ ਬਾਹ ਫੜ, ਮੈਂ ਤੈਨੂੰ ਪਾਰ ਲੰਘਾ ਦੇਵਾਂ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਅੰਧੇ ਕੈ ਰਾਹ ਦਸੀਐ, ਅੰਧਾ ਹੋਏ ਸੋ ਜਾਏ। ਅੰਧੇ ਦੇ ਰਾਹ ਦੱਸਣ ਦੇ ਨਾਲ ਉਹ ਉਹਦੀ ਬਾਹ ਫੜਾਏਗਾ, ਆਪਣੀ ਬਾਹੋਂ ਫੜਾਏਗਾ ਜਿਹੜਾ ਬੰਦਾ ਆਪ ਅੰਨਾ ਹੈ, ਤੇ ਉਹਨੂੰ ਨਹੀਂ ਪਤਾ ਮੈਂ ਜਿਹਨੂੰ ਬਾਹ ਫੜਾ ਰਿਹਾ ਉਹ ਵੀ ਅੰਨਾ ਹੈ, ਕਿਉਂਕਿ ਵੇਖ ਉਹ ਵੀ ਨਹੀਂ ਪਾ ਰਿਹਾ। ਅੰਧੇ ਕੇ ਰਾਹ ਦਸੀਏ, ਅੰਧਾ ਹੋਏ ਸੋ ਜਾਏ। ਪਰ ਗੁਰੂ ਕਹਿੰਦੇ ਨੇ, ਹੋਏ ਸੁਝਾਖਾ ਨਾਨਕਾ, ਸੋ ਕਿਉਂ ਉਜੜ ਪਾਏ। ਉਹ ਕਿਉਂ ਉਜੜੇ ਪਏਗਾ? ਜਿਹੜਾ ਸੁਝਾਖਾ ਹੈ ਉਹ ਭਲਾ ਕਿਉਂ ਬਾਹ ਫੜਾਏਗਾ? ਉਹ ਤਾਂ ਦੇ ਕੇ ਹੱਸੇਗਾ ਕਿ ਭਰਾਵਾ ਤੂੰ ਆਪ ਤਾਂ ਸੜਕ ਪਾਰ ਕਰਨ ਜੋਗਾ ਹੈ ਨਹੀਂ, ਆਪ ਤੂੰ ਇਹਨਾਂ ਗੱਡੀਆਂ ਤੋਂ ਬਚ ਕੋਈ ਨਹੀਂ ਸਕਦਾ, ਹਾਦਸਾ ਤੇਰੇ ਨਾਲ ਵਾਪਰ ਜਾਣਾ ਹੈ, ਤੇ ਜਿਨ੍ਹਾਂ ਨੂੰ ਤੂੰ ਆਵਾਜ਼ ਮਾਰਨਾ ਹੈ ਤੇ ਇਹਨਾਂ ਨੂੰ ਤੂੰ ਬੰਨੇ ਕਿੱਥੇ ਲਾ ਸਕਦਾ ਹੈ? ਸੁਝਾਖੇ ਬੰਦੇ ਨੇ ਆਪਣੀ ਬਾਹ ਕਦੀ ਇਹੋ ਜਿਹੇ ਲੋਕਾਂ ਨੂੰ ਨਹੀਂ ਅਸੀਂ ਫੜਾਉਣੀ। ਪਰ ਗਲਤੀ ਕਿਤੇ ਨਾ ਕਿਤੇ ਸਾਡੇ ਕੋਲ ਹੋਈ ਹੈ ਕਿ ਅਸੀਂ ਸੁਝਾਖੇ ਬਣਨ ਦੀ ਕੋਸ਼ਿਸ਼ ਨਹੀਂ ਕੀਤੀ। ਔਰ ਗੁਰਦੇਵ ਦੀ ਬਾਣੀ ਤਾਂ ਸਾਨੂੰ ਆਖ ਰਹੀ ਸੀ ਕਿ ਅੱਜ ਸਮਾਜ ਦੇ ਵਿੱਚ ਇਹੋ ਜਿਹਾ ਵਰਤਾਵਾ ਵਰਤ ਗਿਆ ਕਿ ਅੰਧੇ ਕਾ ਨਾਉ ਪਾਰਖੂ। ਜਿਹੜੇ ਬੰਦੇ ਆਪ ਅੰਨੇ ਨੇ, ਜਿਨ੍ਹਾਂ ਨੂੰ ਪਰਖ ਕੋਈ ਨਹੀਂ ਹੈਗੀ, ਜਿਹੜੇ ਨੇਕੀ ਤੇ ਬਦੀ, ਝੂਠ ਤੇ ਸੱਚ ਫਰਕ ਨਹੀਂ ਦੇਖ ਸਕਦੇ, ਉਹਨਾਂ ਲੋਕਾਂ ਨੂੰ ਅਸੀਂ ਪਾਰਖੂ ਬਣਾ ਕੇ ਬੈਠੇ ਹਾਂ ਕਿ ਇਹ ਸਾਨੂੰ ਦੱਸਣ ਕਿ ਸਹੀ ਤੇ ਗਲਤ ਕੀ ਹੈ। ਇਹ ਸਾਡਾ ਮੰਨ ਲਓ ਸਾਡੇ ਨਾਲ ਬੜਾ ਵੱਡਾ ਧੋਖਾ ਹੋ ਰਿਹਾ ਹੈ। ਖੈਰ,
ਜਿਹੜੀ ਮੈਂ ਬੇਨਤੀ ਕਰਦਾ ਸੀ ਕਿ ਸਾਨੂੰ ਧਰਮ ਦਾ ਕੰਮ ਸਵਾਲ ਦੇ ਰੂਪ ਦੇ ਵਿੱਚ ਕਰਨਾ ਚਾਹੀਦਾ ਕਿ ਜੇ ਅਸੀਂ ਗੁਰਦੁਆਰੇ ਜਾਂਦੇ ਹਾਂ ਤਾਂ ਸਵਾਲ ਆਉਣਾ ਚਾਹੀਦਾ ਕਿਉਂ ਜਾਂਦੇ ਹਾਂ, ਕਿ ਇਹ ਪੂਜਾ ਦਾ ਸਥਾਨ ਹੈ ਜਾਂ ਬਾਬੇ ਨਾਨਕ ਦੀ ਵਿਚਾਰਧਾਰਾ ਸਿੱਖਣ ਦਾ ਸਾਡੇ ਲਈ ਸਥਾਨ ਤਿਆਰ ਕੀਤਾ ਗਿਆ ਹੈ। ਜਿਸ ਬਾਬਤ ਅਸੀਂ ਬਾਣੀ 'ਚ ਪੜ੍ਹਦੇ ਹਾਂ, ਗੁਰਦੁਆਰੇ ਹੋਏ ਸੋਝੀ ਪਾਏ ਸੀ। ਗੁਰੂ ਦੇ ਰਾਹੀਂ ਤਾਂ ਸਾਨੂੰ ਸੋਝੀ ਮਿਲੀ ਸੀ, ਪਰ ਅਸੀਂ ਗੁਰਦੁਆਰੇ ਗਏ ਹਾਂ, ਉੱਥੇ ਮੱਥਾ ਟੇਕਿਆ, ਗੁਰੂ ਪਾਤਸ਼ਾਹ ਦੇ ਅੱਗੇ ਆਪਣਾ ਸਿਰ ਝੁਕਾਇਆ, ਤੇ ਸਵਾਲ ਮਨ 'ਚ ਆਉਣਾ ਜਾਇਜ਼ ਹੈ ਕਿ ਅਸੀਂ ਸਿਰ ਕਿਉਂ ਝੁਕਾਉਂਦੇ ਹਾਂ, ਮੱਥਾ ਕਿਉਂ ਟੇਕਦੇ ਹਾਂ, ਮੱਥਾ ਟੇਕਣ ਦਾ ਕੀ ਮਨੋਰਥ ਹੁੰਦਾ ਹੈ। ਇਹ ਅਜਿਹਾ ਨਾ ਹੋ ਜਾਏ ਕਿ ਅਸੀਂ ਮੱਥਾ ਟੇਕਦੇ ਰਹਿ ਜਾਈਏ ਤਾਂ ਗੁਰਬਾਣੀ ਸਾਨੂੰ ਕਹਿੰਦੀ ਹੈ ਸਲਾਮ ਜਵਾਬ ਦੋਵੇਂ ਕਰੇ। ਇੱਕ ਬੰਨੇ ਮੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਟੇਕ ਰਹੇ ਹਾਂ, ਦੂਜੇ ਬੰਨੇ ਗੁਰੂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਹਾਂ। ਗੁਰੂ ਤਾਂ ਕਹਿ ਰਹੇ ਸਨ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਕਹਿੰਦਾ ਉਹਨੂੰ ਪਿਆਰ ਨਾਲ ਭਲਾ ਕਰਕੇ ਮੰਨ ਲੈ। ਮੱਥਾ ਟੇਕਣ ਵਾਲੇ ਨੇ ਮੱਥਾ ਟੇਕਿਆ, ਪਰਿਕਰਮਾ ਕੀਤੀ, ਪ੍ਰਸ਼ਾਦ ਲੈ ਕੇ ਘਰ ਚਲਾ ਗਿਆ। ਚਾਹੀਦਾ ਤੇ ਇਹ ਸੀ ਕਿ ਉਹ ਗੁਰੂ ਦੀ ਕਹੀ ਹੋਈ ਗੱਲ ਨੂੰ ਧਿਆਨ ਦੇ ਕੇ ਦੇਖਦਾ। ਇੱਕ ਮੈਂ ਹੋਰ ਬੇਨਤੀ ਕਰਾਂ, ਗੁਰਦੁਆਰਿਆਂ ਦੇ ਵਿੱਚ ਜਦੋਂ ਅਸੀਂ ਬੇ ਟਾਈਮ ਵੀ ਜਾਂਦੇ ਹਾਂ, ਆਪਣੇ ਟਾਈਮ ਦੇ ਸ਼ਡਿਊਲ ਨੂੰ ਦੇਖ ਕੇ, ਜਦੋਂ ਪ੍ਰੋਗਰਾਮ ਲੰਘ ਚੁੱਕਾ ਹੁੰਦਾ ਹੈ, ਗੁਰਬਾਣੀ ਵਿਚਾਰ ਕੀਰਤਨ ਦਾ ਸਮਾਂ ਲੰਘ ਚੁੱਕਾ ਤੇ ਅਸੀਂ ਜਾਂਦੇ ਹਾਂ, ਘੱਟੋ ਘੱਟ ਉੱਥੇ ਜਿਹੜਾ ਇੱਕ ਹੁਕਮਨਾਮਾ ਲਿਖਿਆ ਹੁੰਦਾ, ਜਿਹੜਾ ਅੱਜ ਗੁਰਦੁਆਰਿਆਂ ਦੇ ਵਿੱਚ ਇੱਕ ਜਾਂ ਦੋ ਬੰਦ ਲਿਖ ਕੇ ਨਾਲ ਅਰਥ ਲਾਤੇ ਜਾਂਦੇ ਨੇ, ਪਰ ਚੰਗਾ ਹੁੰਦਾ ਕਿ ਪੂਰਾ ਹੁਕਮਨਾਮਾ ਨਾਲ ਉਹਦੇ ਅਰਥ ਹੁੰਦੇ। ਅਸੀਂ ਆਪ ਬਾਣੀ ਨੂੰ ਰੋਜ਼ ਅਰਥਾਂ ਸਹਿਤ ਪੜ੍ਹਨ ਦੀ ਆਦਤ ਬਣਾ ਲੈਂਦੇ। ਜਦੋਂ ਥੋੜੇ ਸ਼ਬਦਾਂ ਦੇ ਅਰਥ ਪੜ੍ਹਨ ਕੇ ਸਾਨੂੰ ਗੱਲ ਸਮਝ ਆਉਂਦੀ ਤਾਂ ਅਸੀਂ ਆਪਣੇ ਘਰ ਵੀ ਇਹੋ ਜਿਹੀ ਰੀਝ ਦੇ ਨਾਲ ਅਰਥਾਂ ਸਮੇਤ ਬਾਣੀ ਪੜ੍ਹਨੀ ਸ਼ੁਰੂ ਕਰ ਦਿੰਦੇ। ਪਰ ਗੁਰਦੁਆਰੇ ਗਏ, ਮੱਥਾ ਟੇਕਿਆ, ਘਰ ਵਾਪਸ ਆ ਗਏ। ਸਵੇਰੇ ਮੱਥਾ ਟੇਕਿਆ, ਪਾਠ ਕੀਤਾ, ਸ਼ਾਮ ਨੂੰ ਅਸੀਂ ਨਸ਼ੇ ਦੀ ਵਰਤੋਂ ਵੀ ਕੀਤੀ ਹੈ। ਜਦੋਂ ਸਾਡੇ ਪ੍ਰੋਗਰਾਮ ਹੋਣ, ਬੱਚੇ ਦਾ ਜਨਮ ਹੋਵੇ, ਵਿਆਹ ਦਾ ਫੰਕਸ਼ਨ ਹੋਵੇ, ਅਸੀਂ ਉਹਨਾਂ ਦੇ ਵਿੱਚ ਆਪਣੀ ਮਰਜ਼ੀ ਦੇ ਅਨੁਕੂਲ ਪ੍ਰੋਗਰਾਮ ਕਰਦੇ ਹਾਂ। ਔਰ ਦੇਖਣ ਵਿੱਚ ਜਦੋਂ ਸਮਾਜ ਦੀ ਹਾਲਤ ਆਉਂਦੀ ਹੈ ਕਿ ਇੱਕ ਬੰਨੇ ਅਸੀਂ ਗੁਰਦੁਆਰੇ ਗਏ, ਉੱਥੇ ਆਪਣੇ ਪੁੱਤਰ ਦਾ ਵਿਆਹ ਰਖਾਇਆ, ਧੀ ਦਾ ਵਿਆਹ ਕੀਤਾ, ਤੇ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਵਿੱਚ ਅਸੀਂ ਆਮ ਤੌਰ ਤੇ ਲਫ਼ਜ਼ ਵਰਤਦੇ ਆ ਰਹੇ ਹਾਂ ਕਿ ਸਤਿਗੁਰ ਜੀ, ਆਪ ਜੀ ਦਾ ਅਸੀਂ ਓਟ ਆਸਰਾ ਲੈ ਕੇ ਇਹ ਪ੍ਰੋਗਰਾਮ ਦੀ ਪ੍ਰਾਰੰਭਤਾ ਕਰ ਰਹੇ ਹਾਂ। ਹੁਣ ਰਹਿੰਦੇ ਹੋਏ ਕਾਰਜ ਸਤਿਗੁਰ ਜੀ ਆਪ ਜੀ ਨਿਰਵਿਘਨਤਾ ਸਹਿਤ ਸੰਪੂਰਨ ਕਰ ਦਿਓ ਜੀ। ਗੱਲ ਤਾਂ ਬੜੀ ਚੰਗੀ ਸੀ ਕਿ ਗੁਰੂ ਅੱਗੇ ਅਰਦਾਸ ਕਰੀਏ, ਗੁਰੂ ਅੱਗੇ ਬੇਨਤੀ ਕਰੀਏ, ਅਸੀਂ ਗੁਰੂ ਦਾ ਆਸਰਾ ਲਈਏ। ਪਰ ਜਦੋਂ ਅਸੀਂ ਇਹ ਗੱਲ ਕਹਿ ਰਹੇ ਹੁੰਦੇ ਹਾਂ ਖਲੋ ਕੇ ਕਿ ਨਿਰਵਿਘਨਤਾ ਸਹਿਤ ਕਾਰਜ ਸੰਪੂਰਨ ਕਰਿਓ, ਤੇ ਫਿਰ ਇਹ ਗੱਲ ਦੇਖਣੀ ਬਣਦੀ ਹੈ ਕਿ ਸਾਡੇ ਕਾਰਜਾਂ ਦੇ ਵਿੱਚ ਵਿਘਨ ਆਖਿਰ ਪਾ ਕੌਣ ਰਿਹਾ ਹੈ। ਕੋਈ ਬਾਹਰੋਂ ਆ ਕੇ? ਨਾ ਜ਼ਕਰੀਆ ਖਾਨ, ਨਾ ਜਹਾਂਗੀਰ, ਨਾ ਔਰੰਗਜ਼ੇਬ। ਆਖਿਰ ਸਾਡੇ ਪ੍ਰੋਗਰਾਮਾਂ ਵਿੱਚ, ਸਾਡੇ ਆਨੰਦ ਕਾਰਜਾਂ, ਸਾਡੇ ਖੁਸ਼ੀ ਦੇ ਸਮਾਗਮਾਂ 'ਚ ਕਿੰਨੇ ਆਖਿਰ ਵਿਘਨ ਪਾਉਣਾ ਹੈ? ਕਾਹਦਾ ਡਰ ਹੈ ਸਾਨੂੰ? ਵਿਘਨ ਕਿਸੇ ਹੋਰ ਨੇ ਨਹੀਂ, ਵਿਘਨ ਅਸੀਂ ਆਪ ਖੜਾ ਕਰ ਲਿਆ। ਸਵੇਰੇ ਕੀਤੇ ਹੋਏ ਲਾਵਾਂ ਦੇ ਪਾਠ ਨੂੰ ਅਸੀਂ ਕੇਵਲ ਤਾਂ ਕੇਵਲ ਮੰਤਰ ਸਮਝ ਕੇ, ਅਸੀਂ ਮੰਤਰ ਹੀ ਸਮਝਿਆ ਬਾਣੀ ਨੂੰ। ਪੈਲਸਾਂ ਦੇ ਵਿੱਚ ਡੀਜ਼ੇ ਅਸੀਂ ਲਾਏ, ਹਰ ਗਾਇਕ ਦੇ ਅਸ਼ਲੀਲ ਗਾਣੇ ਅਸੀਂ ਸੁਣ ਰਹੇ ਹਾਂ, ਧੀਆਂ ਬੱਚੀਆਂ ਅਸੀਂ ਨਚਾਉਂਦੇ ਹਾਂ, ਔਰ ਸਾਡੇ ਪਰਿਵਾਰ 'ਚੋਂ ਗੁਣ ਨਹੀਂ ਆ ਪਾਉਂਦੇ ਜਿਹੜੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਾਨੂੰ ਦੇ ਰਹੇ ਸਨ। ਤਾਂ ਥੋੜੇ ਚਿਰਾਂ ਬਾਅਦ ਸਾਡੇ ਅਦਾਲਤਾਂ ਦੇ ਵਿੱਚ ਗੇੜੇ ਸ਼ੁਰੂ ਹੋ ਜਾਂਦੇ ਨੇ। ਫਿਰ ਇਹ ਵਿਘਨ ਆਖਿਰ ਪੈ ਕਿਸ ਤਰ੍ਹਾਂ ਗਿਆ? ਅਸੀਂ ਤਾਂ ਗੁਰੂ ਕੋਲ ਗਏ ਸਾਂ। ਗੁਰੂ ਦੇ ਆਸਰੇ ਦੀ ਕਿਤੇ ਘਾਟ ਕਮੀ ਨਹੀਂ ਹੈ। ਬਾਬਾ ਕਬੀਰ ਜੀ ਨੇ ਬੜਾ ਪਿਆਰਾ ਬਾਣੀ ਵਿੱਚ ਆਖਿਆ, ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੇ, ਜੋ ਬਾਸ ਬਜਾਈਆਂ ਫੂਕ। ਗੁਰੂ ਦਾ ਕਸੂਰ ਨਹੀਂ ਹੈ, ਕਿਤੇ ਨਾ ਕਿਤੇ ਸਾਡੇ ਮੰਨਣ ਦੇ ਵਿੱਚ ਕਸੂਰ ਹੈ ਕਿ ਅਸੀਂ ਗੱਲ ਨੂੰ ਸਮਝਿਆ ਹੀ ਕੋਈ ਨਹੀਂ, ਮੰਨਿਆ ਹੀ ਕੋਈ ਨਹੀਂ ਹੈਗਾ। ਬਾਣੀ ਨੂੰ ਕੇਵਲ ਮੰਤਰ ਸਮਝ ਲਿਆ। ਜਿਸ ਬਾਣੀ ਨੇ ਇਨਕਲਾਬ ਲਿਆਉਣਾ ਹੈ, ਜਿਸ ਬਾਣੀ ਨੇ ਸਾਡੇ ਜੀਵਨ 'ਚ ਤਬਦੀਲੀ ਲਿਆਉਣੀ ਹੈ, ਉਸ ਬਾਣੀ ਨੂੰ ਅਸੀਂ ਮੰਤਰ ਸਮਝ ਲਿਆ। ਔਰ ਅੱਜ ਹਾਲਾਤ ਇਹ ਵਾਪਰਦੇ ਨੇ ਕਿ ਜਿਹੜਾ ਖਣਾ ਅੱਜ ਡੇਰੇਦਾਰ ਵੀ ਗੁਰਬਾਣੀ ਦੇ ਵਿੱਚ ਵੰਡੀਆਂ ਪਾਉਣ ਦੇ ਵਿੱਚ ਲੱਗਾ ਹੋਇਆ ਹੈ। ਜੇ ਤੁਹਾਡੇ ਘਰ ਆਹ ਪਰੇਸ਼ਾਨੀ ਆ ਗਈ ਤੇ ਆਹ ਵਾਲਾ ਸ਼ਬਦ ਪੜਿਆ ਕਰੋ, ਜੇ ਆਹ ਦਿੱਕਤ ਆਈ ਹੈ ਤਾਂ ਤੁਸੀਂ ਉਹ ਵਾਲਾ ਸ਼ਬਦ ਪੜਿਆ ਕਰੋ। ਵੱਖ ਵੱਖ ਸ਼ਬਦ, ਵੱਖ ਵੱਖ ਬਾਣੀ, ਇਹ ਵੰਡ ਦਿੱਤੀ ਗਈ ਹੈ। ਵੇਖੋ, ਗੁੜ ਜਿਹੜਾ ਕਿਸੇ ਬੰਨਿਓ ਵੀ ਚੱਖ ਲਿਆ ਜਾਵੇ, ਉਹਦਾ ਸਵਾਦ ਤੇ ਮਿੱਠਾ ਹੀ ਆਉਣਾ ਹੈ।
ਸਾਨੂੰ ਇਹ ਵਿਸ਼ਵਾਸ ਹੋਣਾ ਚਾਹੀਦਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਦੀ ਵਿਚਾਰਧਾਰਾ ਬਿਲਕੁਲ ਬਰਾਬਰ ਹੈ, ਭਾਵੇਂ ਭਗਤਾਂ ਦੀ ਬਾਣੀ ਹੋਵੇ, ਭਾਵੇਂ ਸਿੱਖ ਸਾਹਿਬਾਨਾਂ ਦੀ ਬਾਣੀ, ਭੱਟ ਸਾਹਿਬਾਨਾਂ ਦੀ ਬਾਣੀ, ਗੁਰਦੇਵ ਜੀ ਦੀ ਆਪਣੀ ਬਾਣੀ ਹੈ, ਇਹ ਸਾਰੀ ਇੱਕ ਰੂਪ ਵਿੱਚ ਹੈ। ਪਰ ਅਸੀਂ ਇਹਦੇ ਵਿੱਚ ਵੰਡੀਆਂ ਪਾਤੀਆਂ, ਵੱਖ-ਵੱਖ ਸ਼ਬਦਾਂ ਅਸੀਂ ਵੱਖ-ਵੱਖ ਤਰੀਕੇ ਦੇ ਨਾਲ ਯੂਜ਼ ਕਰਨਾ ਸ਼ੁਰੂ ਕੀਤਾ ਤੇ ਇਉਂ ਲੱਗਾ ਕਿ ਜਿਵੇਂ ਅਸੀਂ ਵੱਖ-ਵੱਖ ਮੰਤਰ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਦੀ ਆਪਣੇ ਕਾਰਜ ਸਿੱਧੀਆਂ ਕਰ ਰਹੇ ਹਾਂ। ਜਿਹੜੀ ਗੱਲ ਮੰਤਰ ਦੀ ਆਉਂਦੀ ਹੈ, ਆਮ ਤੌਰ ਤੇ ਸੰਗਤ ਵੀ ਲਫ਼ਜ਼ ਮੰਤਰ, ਗੁਰੂ ਮੰਤਰ, ਮੂਲ ਮੰਤਰ ਲਫ਼ਜ਼ ਜਦੋਂ ਵਰਤਦੇ ਆ ਤੇ ਸਾਨੂੰ ਲੱਗਦਾ ਕਿ ਇਹ ਮੰਤਰ ਦਾ ਅਰਥ ਕਿਤੇ ਨਾ ਕਿਤੇ ਰੈਪੀਟੇਸ਼ਨ ਹੈ, ਜੋ ਆਮ ਲੋਕੀ ਰੈਪੀਟੇਸ਼ਨ ਕਰਦੇ ਆ ਰਹੇ ਨੇ, ਲਗਾਤਾਰ ਕਿਸੇ ਚੀਜ਼ ਨੂੰ ਪੜ੍ਹੀ ਜਾਣਾ। ਹੁਣ ਗੁਰਬਾਣੀ ਦੇ ਵਿੱਚ ਜਦੋਂ ਮੰਤਰ ਦਾ ਅਰਥ ਪੜ੍ਹੀਦਾ ਤੇ ਗੁਰਦੇਵ ਨੇ ਇੱਕ ਥਾਂ ਤੇ ਆਖਿਆ, ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੈ ਜਾਂ ਐਸੇ ਬੁਝਿਆ, ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾਕਾ ਅੰਤਰ ਜਾਮੀ, ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਇਸ ਮੰਤਰ ਦਾ ਅਰਥ ਹੈ ਕਿ ਗੁਰੂ ਨੇ ਤੈਨੂੰ ਇਹ ਉਪਦੇਸ਼ ਦ੍ਰਿੜ ਕਰਾਤਾ ਹੈ, ਜਿਹੜਾ ਉੱਪਰ ਤੋਂ ਸਾਨੂੰ ਗੁਰਦੇਵ ਇਸ ਸ਼ਬਦ 'ਚ ਦੱਸ ਰਹੇ ਸਨ ਕਿ ਰਾਖਾ ਏਕ ਹਮਾਰਾ ਸੁਆਮੀ। ਆਹ ਗੱਲ ਗੁਰੂ ਨੇ ਦ੍ਰਿੜ ਕਰਾ ਦਿੱਤੀ ਹੈ। ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ, ਗੁਰੂ ਨੇ ਇਹ ਉਪਦੇਸ਼ ਦ੍ਰਿੜ ਕਰਾ ਦਿੱਤਾ। ਜਿਹੜਾ ਇਸ ਉਪਦੇਸ਼ ਤੋਂ ਹੀਣੀ ਜ਼ਿੰਦਗੀ ਹੁਣ ਜੀਵ ਰਿਹਾ ਹੈ, ਉਹਨੂੰ ਸੰਸਕ੍ਰਿਤੀ ਸ਼ਲੋਕਾਂ 'ਚ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਗੁਰ ਮੰਤਰ ਹੀਣਸੇ ਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸ਼ਟ ਨਾ। ਉਹਦਾ ਜੀਵਨ ਭ੍ਰਸ਼ਟ ਹੈ, ਤ੍ਰਿਗਤਾ ਦੇ ਯੋਗ ਹੈ, ਫਿਟਕਾਰ ਯੋਗ ਹੈ, ਜਿਹੜਾ ਗੁਰੂ ਉਪਦੇਸ਼ਾਂ ਤੋਂ ਹੀਣੀ ਜ਼ਿੰਦਗੀ ਜੀ ਰਿਹਾ ਹੈ। ਹੁਣ ਨਿਗਾਹ ਮਾਰ ਕੇ ਵੇਖੀਏ ਕਿੰਨਾ ਕੁ ਸਾਡੀ ਜ਼ਿੰਦਗੀ 'ਚ ਗੁਰੂ ਉਪਦੇਸ਼ ਕੰਮ ਕਰ ਰਿਹਾ ਹੈ। ਬੱਚੇ ਦਾ ਘਰ 'ਚ ਜਨਮ ਹੋਇਆ, ਜਨਮ ਤੋਂ ਲੈ ਕੇ ਮੌਤ ਤੱਕ ਹੀ ਨਹੀਂ ਬਲਕਿ ਮੌਤ ਤੋਂ ਵਰ੍ਹਿਆਂ ਤੱਕ ਅਸੀਂ ਜਿਹੜੇ ਕੰਮ ਉਹਦੇ ਨਾਂ ਦੇ ਕਰਦੇ ਚਲੇ ਆ ਰਹੇ ਹਾਂ, ਇਹ ਧਿਆਨ ਮਾਰ ਕੇ ਵੇਖੀਏ ਕਿ ਵਿਪਰ ਉਪਦੇਸ਼ ਹੈ ਜਾਂ ਬਾਬੇ ਨਾਨਕ ਦਾ ਉਪਦੇਸ਼ ਜ਼ਿੰਦਗੀ 'ਚ ਕਮਾਇਆ ਜਾ ਰਿਹਾ ਹੈ। ਹਰ ਸੰਸਕਾਰਾਂ ਦੇ ਵਿੱਚ ਸਾਡੇ ਕਰਮਕਾਂਡ ਬਣ ਆਏ ਹੈ। ਇੱਕ ਹੋਰ ਮੈਂ ਛੋਟੀ ਐਗਜ਼ਾਮਪਲ ਦੇ ਦਾਂ, ਜਦੋਂ ਸੰਸਕਾਰਾਂ ਦੀ ਗੱਲ ਆਈ ਹੈ, ਘਰ ਦੇ ਵਿੱਚ ਬੱਚੇ ਦਾ ਜਨਮ ਹੋਇਆ, ਅਸੀਂ ਵੀ ਕਿਤੇ ਨਾ ਕਿਤੇ ਇਨਡਾਇਰੈਕਟਲੀ ਜਿਹੜਾ ਬ੍ਰਾਹਮਣੀਇਜ਼ਮ ਦਾ ਕਰਮਕਾਂਡ ਅਸੀਂ ਬਦਲੇ ਰੂਪ 'ਚ ਆਪਣੇ ਘਰ ਲੈ ਆਂਦਾ ਹੈ, ਉਹਦਾ ਰੂਪ ਬਦਲ ਜਾਂਦਾ ਹੈ, ਪਰ ਕਿਤੇ ਨਾ ਕਿਤੇ ਹੁੰਦਾ ਉਹ ਬੇਪਰਵਾਹ ਹੀ ਹੈ। ਕਿ ਜਦੋਂ ਘਰ ਦੇ ਵਿੱਚ ਬੱਚੇ ਦਾ ਜਨਮ ਹੋਵੇ, ਅਸੀਂ ਜਦੋਂ ਗੁਰਦੁਆਰੇ ਜਾ ਕੇ ਭਾਈ ਸਾਹਿਬ ਨੂੰ ਇਹ ਕਹਿੰਦੇ ਆ ਕਿ ਉਹਨੂੰ ਘਰ ਆ ਕੇ ਬੱਚੇ ਨੂੰ ਤੇ ਉਹਦੀ ਮਾਤਾ ਨੂੰ ਅੰਮ੍ਰਿਤ ਛਕਾਉਣਾ ਹੈ, ਕੀ ਅੰਮ੍ਰਿਤ ਛਕਾਉਣ ਵਾਲੇ ਜਾਂ ਜਿਨ੍ਹਾਂ ਨੇ ਸੱਦਾ ਦਿੱਤਾ ਹੈ ਉਹ ਇਹ ਦੱਸਣ ਦਾ ਯਤਨ ਕਰਨਗੇ ਕਿ ਇਹ ਅੰਮ੍ਰਿਤ ਵਾਲੀ ਵਿਧੀ ਕਿੱਥੋਂ ਲਈ ਹੈ ਅਸੀਂ, ਕੀ ਇਹ ਗੁਰਬਾਣੀ ਚ ਅੰਕਿਤ ਹੈ ਜਾਂ ਸਿੱਖ ਰਹਿਤ ਮਰਿਆਦਾ 'ਚ ਇਹਦਾ ਕੋਈ ਜ਼ਿਕਰ ਹੈ? ਜਨਮ ਸੰਸਕਾਰ ਵੇਲੇ ਅਸੀਂ ਘਰ ਦੇ ਵਿੱਚ ਪਤਾਸੇ ਘੋਲ ਕੇ, ਮੈਂ ਇਹਨੂੰ ਲਫ਼ਜ਼ ਵਰਤਦਾ ਕਿਉਂਕਿ ਇਹ ਮਿੱਠਾ ਜਲ ਬਣਾਉਣ ਨੂੰ ਅਸੀਂ ਅੰਮ੍ਰਿਤ ਦਾ ਨਾਮ ਦੇ ਦਿੰਦੇ ਹਾਂ ਹਰ ਥਾਂ ਤੇ। ਕੱਲਾ ਕੱਲਾ ਬੰਦਾ ਜੇ ਅੰਮ੍ਰਿਤ ਤਿਆਰ ਕਰੇਗਾ ਤੇ ਫਿਰ ਦੱਸੋ ਪੰਜ ਪਿਆਰਿਆਂ ਦਾ ਕੀ ਕਨਸੈਪਟ ਹੈ ਸਿੱਖ ਕੌਮ ਦੇ ਵਿੱਚ? ਕੱਲਾ ਕੱਲਾ ਬੰਦਾ ਅੰਮ੍ਰਿਤ ਛਕਾ ਰਿਹਾ, ਘਰਾਂ ਦੇ ਵਿੱਚ ਅੰਮ੍ਰਿਤ ਛਕਾਇਆ ਜਾਂਦਾ ਹੈ। ਇੱਥੇ ਮੈਂ ਇੱਕ ਦੱਸਣ ਦੀ ਬੇਨਤੀ ਕਰਾਂ, ਜਿਵੇਂ ਬ੍ਰਾਹਮਣੀਇਜ਼ਮ ਦੇ ਵਿੱਚ ਜਦੋਂ ਬੱਚੇ ਦਾ ਜਨਮ ਹੁੰਦਾ ਤੇ ਉਹਨਾਂ ਦੇ ਵਿੱਚ ਔਰਤ ਨੂੰ ਅਪਵਿੱਤਰ ਮੰਨਿਆ ਗਿਆ ਸੀ। ਮੈਂ ਪਹਿਲਾਂ ਵੀ ਤੁਕ ਆਪ ਜੀ ਦੇ ਸਾਹਮਣੇ ਰੱਖੀ ਹੈ। ਵੇਦਾਂ ਦੇ ਵਿੱਚ ਜ਼ਿਕਰ ਕਰਦਿਆਂ ਆਖਿਆ ਗਿਆ ਕਿ ਇਸਤਰੀ ਸ਼ੂਦਰੋ ਪਲੀਤਸ, ਔਰਤ ਅਪਵਿੱਤਰ ਹੈ ਤੇ ਸੁਭਾਵਕ ਹੈ ਔਰਤ ਦੀ ਕੁੱਖ ਤੋਂ ਜਿਸ ਬੱਚੇ ਨੇ ਜਨਮ ਲਿਆ ਹੈ ਉਸ ਨੂੰ ਵੀ ਇਹਨਾਂ ਨੇ ਅਪਵਿੱਤਰ ਮੰਨਿਆ ਤੇ ਉਹਨੂੰ ਪਵਿੱਤਰ ਕਿੱਦਾਂ ਕੀਤਾ ਜਾਂਦਾ ਹੈ? ਇਹ ਆਪਣੇ ਤੀਰਥਾਂ ਦੇ ਸਥਾਨ ਤੇ ਧਾਮਾਂ ਤੇ ਇਹਨਾਂ ਨੇ ਉਸ ਬੱਚੇ ਨੂੰ ਖੜ ਕੇ ਉਹਦਾ ਮੁੰਡਨ ਕੀਤਾ ਜਾਂਦਾ ਹੈ ਔਰ ਕਿਹਾ ਜਾਂਦਾ ਹੈ ਕਿ ਹੁਣ ਇਹ ਬੱਚਾ ਜਿਹੜਾ ਪਵਿੱਤਰ ਹੋ ਗਿਆ ਹੈ, ਹੁਣ ਇਹ ਧਰਮ ਦੇ ਕਰਮ ਕਰ ਸਕਦਾ ਹੈ, ਧਰਮ ਅਪਣਾ ਸਕਦਾ ਹੈ। ਉਹਨੂੰ ਇਸ ਤਰੀਕੇ ਦੇ ਨਾਲ ਪਵਿੱਤਰ ਕੀਤਾ ਜਾਂਦਾ ਹੈ ਕਿਉਂਕਿ ਔਰਤ ਅਪਵਿੱਤਰ ਸੀ। ਔਰਤ ਦੀ ਕੁੱਖ ਤੋਂ ਜਿਸ ਬੱਚੇ ਨੇ ਜਨਮ ਲਿਆ ਉਹ ਵੀ ਅਪਵਿੱਤਰ ਮੰਨਿਆ ਗਿਆ। ਸਾਡੇ ਘਰਾਂ ਦੇ ਵਿੱਚ ਜਦੋਂ ਬੱਚੇ ਨੇ ਜਨਮ ਧਾਰਨ ਕੀਤਾ ਤੇ ਅਸੀਂ ਵੀ ਜਿਹਨੂੰ ਅੰਮ੍ਰਿਤ ਕਹਿ ਕੇ ਛਕਾ ਰਹੇ ਹਾਂ, ਕਿਤੇ ਨਾ ਕਿਤੇ ਅਸੀਂ ਬੱਚੇ ਨੂੰ ਪਵਿੱਤਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਨਡਾਇਰੈਕਟਲੀ ਮੰਨ ਲਿਆ ਜਾਏ ਅਸੀਂ ਆਪਣੇ ਘਰ ਦੀਆਂ ਹੀ ਬੱਚੀਆਂ, ਧੀਆਂ, ਔਰਤਾਂ ਨੂੰ ਅਪਵਿੱਤਰਤਾ ਸਾਬਤ ਕਰਨ ਤੇ ਲੱਗੇ ਹਾਂ। ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਦਿਨ ਰਾਤ ਸਿਰ ਝੁਕਾਉਂਦਾ ਹੈ ਉਹ ਗੁਰੂ ਤਾਂ ਇਸ ਨੂੰ ਕਹਿੰਦਾ ਸੀ, ਸੋ ਕਿਉ ਮੰਦਾ ਆਖੀਐ
ਜਿਤ ਜੰਮੈ ਰਾਜਾਨ। ਉਹ ਮਾੜੀ ਨਹੀਂ, ਉਹ ਔਰਤ ਅਪਵਿੱਤਰ ਕਿੱਦਾਂ ਹੋ ਗਈ? ਅਸੀਂ ਅੱਜ ਜਿਸ ਨੂੰ ਅੰਮ੍ਰਿਤ ਕਹਿ ਕਹਿ ਕੇ ਘਰ 'ਚ ਲੈਂਦਾ, ਇਹ ਮਾਨੋ ਮੁੰਡਨ ਦਾ ਬਦਲਿਆ ਹੋਇਆ ਰੂਪ ਹੈ। ਇਹ ਉਸੇ ਦਾ ਬਦਲਿਆ ਰੂਪ ਅਸੀਂ ਆਪਣੇ ਘਰ ਦੇ ਵਿੱਚ ਲੈ ਆਏ ਹਾਂ। ਅਜਿਹੇ ਕਈ ਕਰਮ ਇਹੋ ਜਿਹੇ ਨੇ ਜਿਹੜੇ ਅਸੀਂ ਕਰਦੇ ਜਾ ਰਹੇ ਹਾਂ, ਪਰ ਸਾਨੂੰ ਪਤਾ ਨਹੀਂ ਕਿ ਇਹਦਾ ਬੈਕਗ੍ਰਾਉਂਡ ਕੀ ਹੈ, ਕਦੋਂ ਸ਼ੁਰੂ ਹੋਇਆ। ਆਰੰਭ 'ਚ ਵੀ ਮੈਂ ਗੱਲ ਆਖੀ ਸੀ ਕਿ ਹਰ ਇੱਕ ਕਰਮ ਕਰਨ ਲੱਗਿਆਂ ਸਵਾਲ ਲੈ ਆਉਣਾ ਚਾਹੀਦਾ ਹੈ, ਸਾਡੇ ਮਨ 'ਚ ਕੁਐਸਚਨ ਉੱਠਣਾ ਚਾਹੀਦਾ ਹੈ। ਅੱਜ ਦੀ ਪੀੜ੍ਹੀ ਨੂੰ ਮੈਂ ਖਾਸ ਕਰਕੇ ਨੌਜਵਾਨ ਵੀਰਾਂ ਨੂੰ ਜ਼ਰੂਰ ਕਹਾਂ, ਮੇਰੀ ਗੱਲ ਅਗਰ ਆਵਾਜ਼ ਸੁਣ ਰਹੇ ਹੋਣ, ਕਿ ਕੋਈ ਵੀ ਧਰਮ ਦਾ ਕੰਮ ਤੁਹਾਡੇ ਤੋਂ ਕਰਵਾਇਆ ਜਾਵੇ, ਭਾਵੇਂ ਮਾਤਾ ਪਿਤਾ ਕਹਿਣ ਜਾਂ ਧਾਰਮਿਕ ਆਗੂ ਕਹਿਣ, ਉਹਦੇ ਤੇ ਇੱਕ ਵਾਰ ਜ਼ਰੂਰ ਤੁਸੀਂ ਆਪਣੀ ਸੁਰ ਤੇ ਬੋਝ ਪਾ ਕੇ ਉਹਨੂੰ ਦੇਖਣਾ ਹੈ, ਉੱਠੇ ਹੋਏ ਸਵਾਲ ਨੂੰ ਸਾਹਮਣੇ ਰੱਖਣਾ ਹੈ। ਜਦੋਂ ਤੱਕ ਗੁਰਬਾਣੀ ਵਿੱਚੋਂ ਗੁਰਮਤਿ ਦੇ ਅਨੁਕੂਲ ਜਵਾਬ ਨਹੀਂ ਆਉਂਦਾ, ਉਸ ਨੂੰ ਬਿਲਕੁਲ ਅਸੀਂ ਨਹੀਂ ਮੰਨਣਾ। ਕਿਤੇ ਨਾ ਕਿਤੇ ਗੁਰਬਾਣੀ ਜਿੱਥੇ ਸਾਨੂੰ ਇਹ ਗੱਲ ਕਹਿ ਰਹੀ ਹੈ ਕਿ ਦੇਖਾ ਦੇਖੀ ਸਭ ਕਰੇ, ਮਨਮੁਖ ਬੂਝ ਨਾ ਪਾਏ। ਸੰਸਾਰ ਦੇਖਾ ਦੇਖੀ ਇੱਕ ਦੂਜੇ ਨੂੰ ਕਰ ਰਿਹਾ, ਜਿਹਨੂੰ ਅਸੀਂ ਆਮ ਤੌਰ ਤੇ ਭੇਡ ਚਾਲ ਕਹਿੰਦੇ ਹਾਂ। ਅਸੀਂ ਚੰਗੇ ਭਲੇ ਗੁਰੂ ਸਾਹਿਬ ਦੇ ਤਿਆਰ ਕੀਤੇ ਹੋਏ ਇੱਕ ਸਿੱਖ ਰੂਪ ਦੇ ਵਿੱਚ ਅੱਜ ਨਜ਼ਰ ਦੁਨੀਆ ਦੇ ਸਾਹਮਣੇ ਆਉਂਦੇ ਹਾਂ, ਤੇ ਦੂਜੇ ਬੰਨੇ ਸਾਡਾ ਜਿਹੜਾ ਸੂਖਸ਼ਮ ਜੀਵਨ ਕੋਈ ਦੇਖੇ ਕਿ ਅਸੀਂ ਕਿਹੋ ਜਿਹਾ ਜ਼ਿੰਦਗੀ ਜੀਉ ਰਹੇ ਹਾਂ, ਦੇਖਣ 'ਚ ਕੁਝ ਹੋਰ ਲੱਗਦੇ ਹਾਂ। ਸਾਡੀ ਜ਼ਿੰਦਗੀ ਦੀ ਬਣਤਰ ਕਿਹੋ ਜਿਹੀ ਬਣ ਚੁੱਕੀ ਹੈ, ਇਹ ਮਾਨੋ ਭੇਡਾਂ ਵਾਲੀ ਚਾਲ ਹੈ, ਇਹ ਭੇਡਾਂ ਵਾਲੀ ਜ਼ਿੰਦਗੀ ਹੈ। ਰਾਜਸਥਾਨ ਦੇ ਵਿੱਚ ਦਾਸ ਨੇ ਖੁਦ ਵੇਖਿਆ, ਉੱਥੇ ਭੇਡਾਂ ਤੁਰੀਆਂ ਜਾ ਰਹੀਆਂ ਸਨ ਤੇ ਇੱਕ ਛੋਟਾ ਜਿਹਾ ਲੱਕੜ ਦਾ ਫਾਟਕ ਜਿਹਾ ਲਾਇਆ ਸੀ ਕਿ ਇੱਥੇ ਗੱਡੀਆਂ ਲੰਘਣੀਆਂ ਨੇ। ਉੱਥੇ ਟੈਕਸ ਪੇ ਕੀਤਾ ਗਿਆ। ਜਿਹੜੀਆਂ ਭੇਡਾਂ ਤੁਰੀਆਂ ਜਾ ਰਹੀਆਂ ਸਨ, ਕੁਝ ਭੇਡਾਂ ਨੇ, ਪਹਿਲੀਆਂ ਜਿਹੜੀਆਂ ਮੋਹਰੀ ਭੇਡਾਂ ਲੱਗੀਆਂ ਨੇ, ਉਹਨਾਂ ਨੇ ਉਸ ਫਾਟਕ ਦੇ ਉੱਤੋਂ ਦੀ ਟੱਪਣਾ ਸ਼ੁਰੂ ਕੀਤਾ। ਇਤਨੇ ਕੁ ਚਿਰ 'ਚ ਉਸ ਫਾਟਕ ਨੂੰ ਖੋਲ ਦਿੱਤਾ ਗਿਆ। ਜਿਹੜਾ ਰਾਹ ਦੇ ਵਿੱਚ ਰੁਕਾਵਟ ਖੜੀ ਕੀਤੀ ਸੀ ਜਾਂ ਰਸਤਾ ਰੋਕਿਆ ਗਿਆ ਸੀ ਫਾਟਕ ਨਾਲ, ਉਹ ਲੱਕੜ ਵਾਲਾ ਫਾਟਕ ਤਾਂ ਨੂੰ ਚਲਾ ਗਿਆ, ਉਹਨੂੰ ਖੋਲ ਦਿੱਤਾ ਗਿਆ। ਜਿਹੜੀਆਂ ਪਿੱਛੇ ਭੇਡਾਂ ਆ ਰਹੀਆਂ ਸਨ, ਉਹਨਾਂ ਨੇ ਆਪਣੀਆਂ ਅੱਗੇ ਜਾ ਚੁੱਕੀਆਂ 10 ਭੇਡਾਂ ਨੂੰ ਦੇਖ ਕੇ ਉਹ ਕੁਝ ਕੀਤਾ ਜੋ ਪਹਿਲੀਆਂ ਕਰ ਰਹੀਆਂ ਸਨ। ਉੱਥੇ ਫਾਟਕ ਲੱਗਾ ਸੀ, ਰੁਕਾਵਟ ਸੀ, ਉਹਦੇ ਉੱਤੋਂ ਟੱਪਦੀਆਂ ਸਨ, ਪਰ ਫਾਟਕ ਚੁੱਕਣ ਤੋਂ ਬਾਅਦ ਵੀ ਬਾਕੀ ਦੀਆਂ ਸਾਰੀਆਂ ਭੇਡਾਂ ਉਸੇ ਸਥਾਨ ਤੇ ਟੱਪਦੀਆਂ ਗਈਆਂ ਨੇ, ਭਾਵੇਂ ਉੱਥੇ ਕੋਈ ਰੁਕਾਵਟ ਵੀ ਨਹੀਂ ਸੀ ਹੈਗੀ। ਇਸ ਨੂੰ ਭੇਡ ਚਾਲ ਕਿਹਾ ਜਾਂਦਾ ਹੈ ਕਿ ਸਿਰਫ ਭੇਡਾਂ ਇੱਕ ਦੂਜੇ ਦੀਆਂ ਲੱਤਾਂ ਦੇਖ ਕੇ ਤੁਰੀਆਂ ਜਾਣ। ਅੱਜ ਸਾਡੇ ਵੀ ਬਜ਼ੁਰਗ ਜਿਨ੍ਹਾਂ ਨੂੰ ਅਸੀਂ ਸਿਆਣੇ ਮੰਨਦੇ ਹਾਂ, ਜਿਨ੍ਹਾਂ ਦੀ ਸਿਆਣਪ ਤੇ ਸਾਨੂੰ ਮਾਣ ਫਖਰ ਹੋਣਾ ਚਾਹੀਦਾ ਸੀ, ਪਰ ਉਹਨਾਂ ਬਜ਼ੁਰਗਾਂ ਦੇ ਕੋਲੋਂ ਜਦੋਂ ਇਹ ਜਵਾਬ ਮਿਲਦਾ ਹੈ ਕਿ ਇਹ ਜੀ ਚੱਲਦਾ ਆ ਰਿਹਾ ਹੈ, ਤੁਸੀਂ ਨਵੇਂ ਆਏ ਹੋ ਜਿਹੜੇ ਆਹ ਗੱਲਾਂ ਕਰਦੇ ਹੋ, ਜਦੋਂ ਇਹ ਕੋਈ ਸ਼ਬਦ ਸੁਣਨ ਨੂੰ ਮਿਲੀਦੇ ਨੇ, ਜਦੋਂ ਕੋਈ ਨੌਜਵਾਨ ਕੀਰਤਨੀਆ ਵੀਰ ਜਾਂ ਪ੍ਰਚਾਰਕ ਬੋਲਦਾ ਤੇ ਉਹਨੂੰ ਐਪਰੀਸ਼ੀਏਟ ਨਹੀਂ ਕੀਤਾ ਜਾਂਦਾ, ਉਸ ਨੂੰ ਕਦੀ ਬੈਠ ਕੇ ਨਾ ਪੁੱਛਿਆ ਜਾਂਦਾ, ਨਾ ਸਲਾਹ ਵਿਚਾਰ ਕੀਤੀ ਜਾਂਦੀ ਕਿ ਆਖਿਰ ਇਹ ਗੁਰਬਾਣੀ ਚੋਂ ਗੱਲ ਕੀਤੀ ਗਈ ਹੈ। ਉਹਨਾਂ ਨੂੰ ਮੰਨਣਾ ਨਹੀਂ ਚਾਹੀਦੀ ਸੀ, ਪਰ ਅੱਗਿਓਂ ਕੇਵਲ ਇਹ ਜਵਾਬ ਆਇਆ ਜੀ ਇਹ ਚੱਲਦਾ ਆ ਰਿਹਾ ਹੈ, ਇਹ ਤਾਂ ਸਾਡੇ ਵੱਡੇ ਵਡੇਰੇ ਕਰਦੇ ਆ ਰਹੇ ਨੇ, ਇਹ ਕੋਈ ਦਲੀਲ ਨਹੀਂ ਹੁੰਦੀ। ਚੱਲਦਾ ਆ ਰਿਹਾ ਤਾਂ ਚੋਰ ਵੀ ਕਹੇਗਾ ਜੀ ਚੋਰੀ ਸਦੀਆਂ ਤੋਂ ਚੱਲਦੀ ਆ ਰਹੀ ਹੈ ਤੇ ਮੈਨੂੰ ਕਿਉਂ ਰੋਕਦੇ ਹੋ, ਅੱਜ ਕਿਉਂ ਮੇਰੇ ਤੇ ਬੈਨ ਲਾਉਂਦੇ ਹੋ। ਲੁੱਟਣ ਵਾਲੇ ਲੋਕ ਵੀ ਇਹ ਦਲੀਲ ਦੇ ਸਕਦੇ ਨੇ ਕਿ ਲੁੱਟ ਤਾਂ ਸਦੀਆਂ ਤੋਂ ਚੱਲਦੀ ਆ ਰਹੀ ਹੈ। ਸਦੀਆਂ ਤੋਂ ਚੱਲਦੇ ਆ ਰਹੇ ਕੰਮ ਨੂੰ ਜ਼ਰੂਰੀ ਨਹੀਂ ਕਿ ਪ੍ਰਮਾਣਤਾ ਦੇ ਦਿੱਤੀ ਜਾਵੇ। ਘੋਖ ਪੜਤਾਲ ਕਰਨੀ ਸਾਡਾ ਫਰਜ਼ ਬਣਦਾ ਹੈ ਕਿ ਜੋ ਅਸੀਂ ਕਰਦੇ ਆ ਰਹੇ ਹਾਂ, ਇਤਨੇ ਚੇਤਨਾ ਤੋਂ ਕੀਤਾ ਹੋਇਆ ਕੰਮ ਕਿ ਅੱਜ ਪਰਖ ਲਈਏ ਕਿ ਗੁਰਬਾਣੀ ਦੇ ਅਕੋਰਡਿੰਗ ਕੀਤਾ ਸੀ ਜਾਂ ਅਸੀਂ ਆਪਣੀ ਮਰਜ਼ੀ ਦੇ ਨਾਲ। ਸਾਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਅੱਜ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕੀ ਪ੍ਰੇਰਣਾ ਕਰ ਰਹੇ ਨੇ। ਗੁਰਬਾਣੀ ਵਿੱਚ ਗੁਰਦੇਵ ਜੀ ਨੇ ਬੜੇ ਪਿਆਰੇ ਪਿਆਰ ਦੇ ਨਾਲ ਸ਼ਬਦ ਵਰਤ ਕੇ ਸਾਨੂੰ ਪ੍ਰੇਰਣਾ ਦਿੱਤੀ ਹੈ ਕਿ ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ। ਇਹ ਸਾਰੇ ਧਰਮ ਕਰਮ ਅਸੀਂ ਪੂਰੇ ਕਰ ਲਏ, ਪਾਠ ਵੀ ਕੀਤਾ, ਨਿਤਨੇਮੀ ਵੀ ਅਖਵਾਏ, ਅਸੀਂ ਧਰਮ ਕਰਮ ਦਾਨ ਪੁੰਨ ਸੇਵਾਵਾਂ ਲੰਗਰ ਲਾਉਣੇ, ਸ਼ਤਾਬਦੀਆਂ ਦੇ ਵਿੱਚ ਅਸੀਂ ਜਕਾਰੇ ਛੱਡਣੇ, ਇਹ ਸਾਰੇ ਕੰਮ ਅਸੀਂ ਕਰਕੇ ਸਾਬਤ ਕੀਤਾ ਜੀ ਅਸੀਂ ਤਾਂ ਧਰਮੀ ਹੋ ਗਏ ਹਾਂ। ਪਰ ਗੁਰੂ ਕਹਿੰਦੇ ਨੇ ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਮਲ ਭੁਯੰਗਮ ਸਾਧੇ, ਪੰਜ ਜਨਾ ਸੰਗ ਨਾ ਛੁਟਕਿਓ। ਪੰਜ ਵਿਕਾਰਾਂ ਦੇ ਵਿੱਚੋਂ ਅਜੇ ਤੱਕ ਤੂੰ ਲੰਘ ਨਹੀਂ ਸਕਿਆ, ਪੰਜ ਵਿਕਾਰਾਂ ਦੇ ਵਿੱਚੋਂ ਦੀ ਜੀਵਨ ਛੁੱਟਿਆ ਹੀ ਨਹੀਂ ਅਜੇ ਤੱਕ ਤੇਰਾ। ਪੰਜ ਜਨਾ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬਾਤੇ।
ਅੰਗ ਬੁੱਧ ਦਾ ਅਰਥ ਹੈ ਹੋਰ ਹੰਕਾਰ ਜ਼ਰੂਰ ਸਿਰ ਤੇ ਆ ਗਿਆ। ਅਸੀਂ ਜਿੰਨਾ ਧਰਮ ਕਰਮ ਬਾਹਰੀ ਤੌਰ ਤੇ ਕਰ ਰਹੇ ਹਾਂ ਬਿਨਾਂ ਸਮਝੇ ਵਿਚਾਰੇ, ਇਹ ਕੇਵਲ ਹੰਕਾਰ ਦੀ ਮੈਲ ਚੜ ਰਿਹਾ। ਮਨ ਵਿੱਚ ਹੰਕਾਰ ਦੀ ਮੈਲ ਚੜ ਗਈ ਧਰਮ ਦੇ ਕੰਮ ਕਰਦੇ ਆ, ਤੇ ਸਾਡੇ ਆਗੂ ਸਾਨੂੰ ਕੁੰਭ ਦੇ ਮੇਲਿਆਂ 'ਚ ਲੈ ਕੇ ਜਾ ਰਹੇ ਨੇ। ਦੱਸੋ ਖਾਂ, ਇੱਥੇ ਤਨ ਦੀ ਮੈਲ ਤਾਂ ਪਾਣੀ ਦੀ ਲੋਕ ਲਾ ਜਾਣਗੇ, ਪਰ ਮਨ ਦੀ ਮੈਲ ਤਾਂ ਸਦੀਆਂ ਤੋਂ ਲੋਕਾਂ ਦੇ ਅੰਦਰ ਚਮੜੀ ਹੈ। ਔਰ ਗੁਰਦੇਵ ਨੇ ਉਦੋਂ ਵੀ ਆਵਾਜ਼ ਮਾਰ ਕੇ ਆਖਿਆ ਸੀ ਕਿ ਮਨ ਦੇ ਅੰਦਰ ਹੰਕਾਰ ਦੀ ਮੈਲ, ਕਰਮ ਕਾਂਡਾਂ ਦੀ ਮੈਲ, ਭਰਮਾਂ ਦੀ ਮੈਲ ਹੈ, ਇਹਨੂੰ ਇੱਥੇ ਨਹੀਂ ਲਾਇਆ ਜਾ ਸਕਦਾ। ਸਭ ਤੋਂ ਆਰੰਭ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੀ ਜਪਜੀ ਸਾਹਿਬ। ਜਪਜੀ ਸਾਹਿਬ ਦੀ ਸਭ ਤੋਂ ਆਰੰਭ ਦੀ ਪੌੜੀ ਹੈ, ਆਰੰਭ ਦੀ ਪੌੜੀ ਦੀ ਸਭ ਤੋਂ ਮੋਹਰਲੀ ਪਹਿਲੀ ਪੰਕਤੀ ਹੈ। ਇਹ ਕਹਿ ਲਈਏ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਾਰੰਭ ਦਾ ਸਿਧਾਂਤ ਅਸੀਂ ਅਜੇ ਤੱਕ ਮੰਨਿਆ ਨਹੀਂ। ਸਿੱਖ ਜਿਹੜਾ ਸਧਾਰਨ ਹੈ ਉਹਦੇ ਵਿਚਾਰੇ ਦੇ ਤਾਂ ਚਲੋ ਅਜੇ ਇਹ ਗੱਲ ਠੀਕ ਰੂਪ ਦੇ ਵਿੱਚ ਪਹੁੰਚ ਵੀ ਨਹੀਂ ਹੋ ਸਕੀ, ਨਾ ਪਹੁੰਚਾਈ ਗਈ ਹੈ। ਪਹਿਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਤੋਂ ਪਹਿਲੀ ਬਾਣੀ ਦੀ ਪਹਿਲੀ ਪੌੜੀ ਦੀ ਪਹਿਲੀ ਪੰਕਤੀ ਅਜੇ ਸਿੱਖ ਕੌਮ ਨਹੀਂ ਮੰਨਣ ਲਈ ਰਾਜੀ, ਜਿੱਥੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਲੱਖਾਂ ਵਾਰੀ ਤੂੰ ਤੀਰਥਾਂ ਤੇ ਚੁਬੀਆਂ ਮਾਰ ਲੈ, ਲੱਖਾਂ ਵਾਰੀ ਜਾ ਕੇ ਤੂੰ ਇਸ਼ਨਾਨ ਕਰ ਲੈ, ਸੁਚਮ ਤਾਂ ਇਉਂ ਨਹੀਂ ਆਉਂਦੀ ਜਦੋਂ ਤੱਕ ਮਨ ਕਰਕੇ ਤੂੰ ਸੁੱਚਾ ਨਹੀਂ ਹੁੰਦਾ। ਆਸਾ ਦੀ ਵਾਰ 'ਚ ਰੋਜ਼ ਪੜ੍ਹਦੇ ਆ, ਸੋਚ ਹੋਵੇ ਤਾਂ ਸੱਚ ਪਾਈਏ। ਸੱਚ ਦੇ ਨਾਲ ਸੋਚ ਪੈਦਾ ਹੋਏਗੀ, ਝੂਠ ਦੇ ਨਾਲ ਝੂਠ ਪੈਦਾ ਹੁੰਦੀ ਹੈ। ਅਸੀਂ ਮੁਖੋਂ ਰੋਜ਼ ਝੂਠ ਬੋਲੀ ਜਾਈਏ ਤੇ ਅਸੀਂ ਕਹੀਏ ਜੀ ਅਸੀਂ ਤਾਂ ਬੜੇ ਪਵਿੱਤਰ ਹਾਂ, ਅਸੀਂ ਬੜੇ ਸ਼ੁੱਧ ਜੀਵਨ ਵਾਲੇ ਹਾਂ, ਤਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਮਨ ਝੂਠ ਹੈ, ਤਨ ਝੂਠ ਹੈ, ਜੇਵਾ ਝੂਠੀ ਹੋਏ, ਮੁਖ ਝੂਠੇ, ਝੂਠ ਬੋਲਣਾ ਕਿਉਂ ਕਰ ਸੋਚਾ ਹੋਏ। ਰੋਜ਼ ਝੂਠ ਘੜ ਘੜ ਕੇ ਬੋਲਣਾ, ਰੋਜ਼ ਨਿਤ ਦਿਨ ਆਏ ਦਿਨ ਝੂਠ ਹੀ ਝੂਠ ਪੇਸ਼ ਕਰਨਾ, ਤੇ ਇੱਕ ਬੰਨੇ ਕਹੀਏ ਕਿ ਅਸੀਂ ਤੀਰਥਾਂ ਤੇ ਜਾ ਰਹੇ ਹਾਂ। ਪਹਿਲੀ ਗੱਲ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸੀਂ ਅਜੇ ਨਹੀਂ ਮੰਨ ਰਹੇ, ਤਾਂ 1430 ਅੰਕ ਸਿੱਖ ਕੌਮ ਕਦੋਂ ਮੰਨੇਗੀ, ਕਦੋਂ ਇਹਨੂੰ ਵਿਚਾਰੇਗੀ। ਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਬਹੁਤਾਤ ਥਾਂ ਤੇ ਸਾਨੂੰ ਇਹ ਪ੍ਰੇਰਣਾ ਦਿੱਤੀ ਸੀ, ਅੰਤਰ ਮੈਲ ਜੇ ਤੀਰਥ ਨਹਾਵੈ। ਅੰਦਰ ਮੈਲ ਹੈ ਤੇ ਅਸੀਂ ਤੀਰਥਾਂ ਤੇ ਨਹਾ ਰਹੇ ਹਾਂ। ਅੰਤਰ ਮੈਲ ਜੇ ਤੀਰਥ ਨਹਾਵੈ, ਤਿਸ ਬੈਕੁੰਠ ਨ ਜਾਣਾ, ਲੋਕ ਪਤੀਣੇ ਕਛੂ ਨਾ ਹੋਵੈ, ਨਾਹੀ ਰਾਮ ਇਆਣਾ। ਲੋਕ ਤਾਂ ਪਤੀ ਜਾਣਗੇ, ਲੋਕ ਤਾਂ ਕਹਿਣਗੇ ਵਾਕਈ ਬੜਾ ਧਰਮੀ ਹੈ, ਧਰਮ ਦੇ ਕੰਮ ਕਰਦਾ ਹੈ, ਪਰ ਗੁਰੂ ਭਗਤ ਕਬੀਰ ਜੀ ਕਹਿੰਦੇ ਨੇ ਲੋਕ ਪਤੀਣੈ ਕਛੂ ਨਾ ਹੋਵੈ, ਨਾਹੀ ਰਾਮ ਇਆਣਾ। ਲੋਕਾਂ ਦੇ ਪਤੀ ਜਾਣ ਦੇ ਨਾਲ ਰੱਬ ਨੂੰ ਭੁਲੇਖੇ 'ਚ ਨਹੀਂ ਪਾਇਆ ਜਾ ਸਕਦਾ। ਰੱਬ ਇਆਣਾ ਨਹੀਂ, ਰੱਬ ਨੂੰ ਅਸੀਂ ਪਾਣੀਆਂ ਦੇ ਵਿੱਚ ਨਹਾ ਕੇ, ਬਾਹਰੀ ਤੌਰ ਤੇ ਪਾਠ ਕਰਕੇ, ਮਾਲਾਂ ਫੇਰ ਕੇ, ਮੱਥੇ ਟੇਕ ਕੇ, ਤਮਾਮ ਸੇਵਾਵਾਂ ਦਿਖਾ ਕੇ ਵੀ ਅਸੀਂ ਰੱਬ ਨੂੰ ਨਹੀਂ ਪਤਿਆ ਸਕਦੇ। ਅਕਾਲ ਪੁਰਖ ਇਆਣਾ ਨਹੀਂ। ਸਾਨੂੰ ਸੋਚਣਾ ਬਣਦਾ ਹੈ ਅਸੀਂ ਮਾਲਕ ਨੂੰ ਤਾਂ ਮੰਨਦੇ ਹਾਂ, ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚਾਰਨੀ ਹੈ ਤੇ ਅਸੀਂ ਇਆਣੇ ਤੋਂ ਸਿਆਣਾ ਬਣੀਏ। ਹਮ ਬਾਰਿਕ ਹਰ ਪ੍ਰਭ ਕੇ ਹੈ ਇਆਣੇ, ਧੰਨ ਧੰਨ ਗੁਰੂ ਗੁਰ ਸਤਿਗੁਰੂ ਪਾਂਧਾ, ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ। ਗੁਰੂ ਸਾਨੂੰ ਇਆਣਿਆਂ ਤੋਂ ਸਿਆਣਾ ਬਣਾਉਣਾ ਚਾਹੁੰਦਾ ਹੈ। ਪਤਾ ਨਹੀਂ ਕਿਉਂ ਅਸੀਂ ਸਿਆਣੇ ਬਣਨ ਲਈ ਜਾਂ ਤੇ ਰਾਜੀ ਨਹੀਂ ਹੋ ਰਹੇ। ਇਆਣਪ ਦੇ ਨਾਲ ਸਾਡਾ ਐਡਾ ਪਿਆਰ ਪੈ ਗਿਆ। ਆਪ ਹੀ ਵੇਖੋ ਕਿ ਸਾਡੇ ਘਰਾਂ 'ਚ ਛੋਟੇ ਛੋਟੇ ਬੱਚੇ ਬਹੁਤ ਸਾਨੂੰ ਚੰਗੇ ਲੱਗਦੇ ਨੇ, ਪਿਆਰੇ ਲੱਗਦੇ ਨੇ। ਮਾਂ ਆਪਣੇ ਬੱਚੇ ਨੂੰ ਰੋਜ਼ ਰੀਝਾਂ ਨਾਲ ਵੇਖਦੀ ਹੈ। ਪਿਤਾ ਸਾਰੇ ਦਿਨ ਕੰਮ ਕਰਕੇ ਆ ਕੇ ਬੱਚਿਆਂ ਨੂੰ ਜਦੋਂ ਵੇਖਦਾ ਹੈ, ਲਾਗੇ ਬਹਿੰਦਾ ਤੇ ਉਹਦਾ ਥਕੇਵਾਂ ਦੂਰ ਹੋ ਜਾਂਦਾ ਹੈ। ਪਰ ਅੱਜ ਤੱਕ ਦਾ ਰਿਕਾਰਡ ਹੈ ਕਿ ਕਿਸੇ ਵੀ ਮਾਤਾ ਨੇ, ਕਿਸੇ ਵੀ ਪਿਤਾ ਨੇ ਆਪਣੇ ਬੱਚੇ ਨੂੰ ਪਿਆਰ ਬਹੁਤ ਕੀਤਾ ਹੈ, ਉਹਨੂੰ ਦੇਖ ਦੇ ਕੇ ਖੁਸ਼ੀ ਜ਼ਰੂਰ ਮਾਣੀ ਹੈ, ਪਰ ਉਸ ਬੱਚੇ ਦੀ ਇਆਣਪ ਦੇ ਨਾਲ ਨਾ ਮਾਂ ਰਾਜ਼ੀ ਹੈ, ਨਾ ਪਿਤਾ ਰਾਜ਼ੀ ਹੈ। ਜਲਦ ਤੋਂ ਜਲਦ ਚਾਹੁੰਦੇ ਨੇ ਕਿ ਸਾਡਾ ਬੱਚਾ ਸਿਆਣਾ ਬਣ ਜਾਏ। ਇਹ ਅੱਗ ਨੂੰ ਵੀ ਹੱਥ ਪਾ ਦੇਗਾ, ਇਹ ਸੱਪ ਦੇ ਅੱਗੇ ਵੀ ਹੱਥ ਡਾ ਦੇਗਾ, ਇਹ ਬੱਚਾ ਕੱਚ ਨੂੰ ਵੀ ਫੜ ਕੇ ਕਿਤੇ ਖਾ ਨਾ ਜਾਏ। ਇਸ ਕਰਕੇ ਮਾਂ ਤੇ ਪਿਤਾ ਚਾਹੁੰਦੇ ਨੇ, ਸੋਹਣਾ ਤੇ ਭਾਵੇਂ ਸਾਨੂੰ ਜ਼ਰੂਰ ਲੱਗਦਾ ਹੈ, ਪਰ ਇਹਦੀ ਇਆਣਪ ਨਾਲ ਕੋਈ ਸਮਝੌਤਾ ਨਹੀਂ। ਉਹਨੂੰ ਅਸੀਂ ਸਕੂਲੇ ਪਾਉਂਦੇ ਹਾਂ ਤਾਂ ਕਿ ਇਹ ਜਲਦ ਤੋਂ ਜਲਦ ਸਿਆਣਾ ਬਣ ਜਾਏ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ, ਸਿੱਖਾ ਜੇ ਇਆਣਪ ਚੋਂ ਨਿਕਲਣਾ ਤੂੰ ਗੁਰੂ ਦਾ ਬੜਾ ਪਿਆਰਾ ਪੁੱਤਰ ਹੋਵੇਂ,
ਅਕਾਲ ਪੁਰਖ ਨੇ ਤੈਨੂੰ ਸਾਜਿਆ, ਪਰ ਇਹ ਗੱਲ ਕਬੂਲ ਕਰ ਲੈ ਕਿ ਹਮ ਬਾਰਿਕ ਹਰ ਪ੍ਰਭ ਕੇ ਹੈ ਇਆਣੇ। ਅਸੀਂ ਇਆਣੇ ਆ। ਧੰਨ ਧੰਨ ਗੁਰੂ ਗੁਰ ਸਤਿਗੁਰੂ ਪਾਂਦਾ। ਸਾਡਾ ਗੁਰੂ ਸ਼ਬਦ ਗੁਰੂ ਹੈ, ਬਾਣੀ ਗੁਰੂ ਹੈ, ਜਿਹੜਾ ਸਾਨੂੰ ਹਰ ਵਕਤ ਹਰ ਥਾਂ ਤੇ ਅਗਵਾਈ ਦਿੰਦਾ ਹੈ, ਔਰ ਉਹ ਸਾਨੂੰ ਸਿਆਣਪ ਦੇ ਕੇ ਸਾਨੂੰ ਸਿਆਣਾ ਬਣਾਉਂਦਾ ਹੈ। ਧੰਨ ਧੰਨ ਗੁਰੂ ਗੁਰ ਸਤਿਗੁਰੂ ਪਾਂਦਾ, ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ। ਸਾਨੂੰ ਸਿਆਣਪ ਦਿੰਦਾ ਹੈ। ਆਓ ਰਲ ਕੇ ਯਤਨ ਕਰੀਏ ਕਿ ਅਸੀਂ ਇਆਣਪ ਵਾਲਾ ਪੱਖ ਛੱਡੀਏ ਔਰ ਸਿਆਣੇ ਬਣਨ ਦੀ ਕੋਸ਼ਿਸ਼ ਕਰੀਏ। ਲਗਨ ਦੇ ਨਾਲ ਗੁਰਬਾਣੀ ਨੂੰ ਪੜ੍ਹੀਏ, ਵਿਚਾਰੀਏ। ਇਹ ਤੁਹਾਡੇ ਅੱਗੇ ਅਰਜ਼ੋਈ ਹੈ। ਯਤਨ ਕਰੀਏ ਸਾਰੇ ਰਲ ਕੇ, ਤਾਂ ਫਿਰ ਜ਼ਰੂਰ ਅਸੀਂ ਬਾਬੇ ਨਾਨਕ ਦੀ ਵਿਚਾਰਧਾਰਾ ਤੇ ਖਰੇ ਉਤਰ ਸਕਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਆਪ ਜੀ ਨੇ ਬਹੁਤ ਹੀ ਸਪਸ਼ਟ ਤੌਰ ਦੇ ਉੱਤੇ ਜੋ ਸਾਡੇ ਨਾਲ ਗੁਰਮਤਿ ਵਿਚਾਰਾਂ ਕੀਤੀਆਂ ਹਨ, ਸੋਸ਼ਲ ਲਾਈਫ ਤੋਂ ਲੈ ਕੇ ਪੋਲੀਟਿਕਸ ਅਤੇ ਉਸ ਤੋਂ ਇਲਾਵਾ ਜੋ ਸਾਡੀ ਰੋਜ਼ਮਰਾ ਜ਼ਿੰਦਗੀ ਵਿੱਚ ਜੋ ਕੁਝ ਚੱਲ ਰਿਹਾ ਹੈ ਉਸ ਦੇ ਉੱਤੇ ਭਾਈ ਸਾਹਿਬ ਨੇ ਸਾਂਝ ਪਾਈ ਹੈਗੀ ਹੈ। ਚੱਲਦਾ ਆ ਰਿਹਾ ਹੈ ਇਹ ਕੌਨਸੈਪਟ ਜਿਹੜਾ ਹੈਗਾ, ਇਸ ਕਾਰਨ ਅੱਜ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਨੇ। ਗੁਰੂ ਨਾਨਕ ਸਾਹਿਬ ਨੇ ਤਾਂ ਇੱਕ ਨਵੇਂ ਧਰਮ ਨੂੰ ਇਸ ਕਰਕੇ ਸ਼ੁਰੂ ਕੀਤਾ ਸੀ ਕਿ ਇੱਕ ਨਵੀਂ ਸੋਚ ਜੋ ਹੈ, ਇੱਕ ਜਾਗਰਤੀ ਆਵੇ ਲੋਕਾਂ ਦੇ ਵਿੱਚ। ਪਰ ਕੀ ਅੱਜ ਉਹ ਜਾਗਰਤੀ ਜੋ ਗੁਰੂ ਨਾਨਕ ਸਾਹਿਬ ਲਿਆਉਣਾ ਚਾਹੁੰਦੇ ਸਨ ਸਾਡੇ ਵਿੱਚ, ਕੀ ਉਹ ਝਲਕ ਰਹੀ ਹੈ? ਇਸ ਵਿੱਚ ਕੀ ਜ਼ਰੂਰਤ ਸੀ ਗੁਰੂ ਸਾਹਿਬ ਨੂੰ ਇੱਕ ਨਵੇਂ ਧਰਮ ਦੀ ਸ਼ੁਰੂਆਤ ਕਰਨ ਦੀ, ਜੇਕਰ ਜੋ ਕੁਝ ਅੱਜ ਚੱਲ ਰਿਹਾ ਹੈ ਉਹੀ ਚੱਲਣਾ ਹੁੰਦਾ? ਅੱਜ ਕਿਹੜੀ ਚੀਜ਼ ਤੋਂ ਅਸੀਂ ਪਿੱਛੇ ਹਾਂ? ਅੱਜ ਕੋਈ ਹੋਰ ਧਰਮ ਦਾ ਕੁਝ ਸਾਨੂੰ ਕਹਿ ਦੇ ਤਾਂ ਸਾਨੂੰ ਬਹੁਤ ਚੁਭਦੀ ਏ, ਪਰ ਜੋ ਅਸੀਂ ਹਰ ਰੋਜ਼ ਆਪਣੇ ਜੀਵਨ ਵਿੱਚ ਕਰ ਰਹੇ ਹਾਂ, ਈਵਨ ਗੁਰਦੁਆਰਿਆਂ ਵਿੱਚ ਵੀ ਕਰ ਰਹੇ ਹਾਂ, ਕੀ ਉਸ ਤੋਂ ਅਸੀਂ ਸੁਚੇਤ ਹਾਂ? ਸ਼ਾਇਦ ਇਹੀ ਕਾਰਨ ਹੈ ਕਿ ਅੱਜ ਦੇ ਨੌਜਵਾਨ ਪੀੜ੍ਹੀ ਜੋ ਹੈ ਉਹ ਸਾਡੇ ਤੋਂ ਦੂਰ ਹੁੰਦੀ ਜਾ ਰਹੀ ਹੈ, ਕਿਉਂਕਿ ਅਸੀਂ ਉਹਨਾਂ ਦੇ ਜਵਾਬਾਂ ਦਾ ਸਵਾਲਾਂ ਦਾ ਜਵਾਬ ਨਹੀਂ ਦੇ ਸਕ ਰਹੇ, ਅਤੇ ਅਸੀਂ ਹਰ ਚੀਜ਼ ਨੂੰ ਇਹ ਤਾਂ ਚੱਲਦਾ ਆ ਰਿਹਾ ਹੈ ਇਸ ਚੀਜ਼ ਨਾਲ ਜੋੜ ਕੇ ਜਿਹੜੀ ਸ਼ਰਧਾ ਦਾ ਸਿਰਫ ਇੱਕ ਪਹੀਆ ਜੋ ਹੈ ਉਸ ਵਿੱਚ ਹੀ ਲੋਕਾਂ ਨੂੰ ਹੋਰ ਫਸਾਈ ਜਾ ਰਿਹਾ ਹੈ। ਇਸ ਕਰਕੇ ਜਿਸ ਤਰ੍ਹਾਂ ਭਾਈ ਸਾਹਿਬ ਨੇ ਗੱਲਬਾਤ ਕੀਤੀ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਮੱਥਾ ਟੇਕਣ ਤੱਕ ਹੀ ਸੀਮਿਤ ਨਹੀਂ ਕਰਨਾ, ਇਸ ਵਿੱਚੋਂ ਉਹ ਜੋ ਨੌਲੇਜ ਹੈ, ਜੋ ਜੀਵਨ ਜਾਂਚ ਹੈ, ਉਸ ਨੂੰ ਅਪਣਾ ਕੇ ਅਸੀਂ ਅੱਗੇ ਤੁਰਾਂਗੇ, ਤਦ ਹੀ ਕੋਈ ਨਾ ਕੋਈ ਹੱਲ ਲੱਭ ਸਕੇਗਾ। ਸੋ ਕੁਝ ਦੇਰ ਲਈ ਮੈਂ ਲਾਈਨਾਂ ਖੋਲ੍ਹਣਾ ਚਾਹਾਂਗਾ, ਤਕਰੀਬਨ ਸਿਰਫ 15 ਮਿੰਟਾਂ ਵਾਸਤੇ। ਭਾਈ ਸਾਹਿਬ ਨੇ ਫਿਰ ਉਸ ਤੋਂ ਬਾਅਦ ਜਾ ਕੇ ਗੁਰਦੁਆਰਾ ਸਾਹਿਬ ਵਿੱਚ ਕਥਾ ਕਰਨੀ ਹੈ। ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਉੱਤਰਾਖੰਡ ਵਾਲੇ 1 ਮਹੀਨੇ ਤੱਕ ਇੱਥੇ ਸਰੀ ਵਿੱਚ ਰਹਿਣਗੇ। ਗੁਰਦੁਆਰਾ ਸਾਹਿਬ ਸਿੰਘ ਸਭਾ ਸਰੀ ਦੇ ਵਿੱਚ ਸਵੇਰੇ 9:40 ਤੋਂ ਲੈ ਕੇ 10:30 ਵਜੇ ਤੱਕ, ਅਤੇ ਹਰ ਰੋਜ਼ ਸ਼ਾਮ ਨੂੰ 6:30 ਤੋਂ ਲੈ ਕੇ 7:30 ਤੱਕ ਤਕਰੀਬਨ ਇਹ ਗੁਰਮਤਿ ਵਿਚਾਰਾਂ ਦੀ ਸਾਂਝ ਪਾਇਆ ਕਰਨਗੇ। ਤੁਸੀਂ ਇਹਨਾਂ ਨਾਲ ਡਾਇਰੈਕਟਲੀ ਵੀ ਜੇਕਰ ਗੱਲ ਕਰਨੀ ਹੋਏ ਤਾਂ ਬਾਅਦ ਵਿੱਚ ਫੋਨ ਕਰ ਸਕਦੇ ਹੋ 6042180937 604-218-0937। ਸੋ ਆਓ ਲਾਈਨਾਂ ਖੋਲ੍ਹਦੇ ਹਾਂ 6045929191 ਦੇ ਉੱਤੇ। ਇਸ ਤੋਂ ਪਹਿਲਾਂ ਕਿ ਲਾਈਨਾਂ ਖੋਲ੍ਹੀਏ ਭਾਈ ਸਾਹਿਬ, ਥੋੜ੍ਹਾ ਜਿਹਾ ਮੈਂ ਤੁਹਾਡਾ ਪਿਛੋਕੜ ਜਾਣਨਾ ਚਾਹਾਂਗਾ ਕਿ ਤੁਸੀਂ ਕਿਸ ਤਰੀਕੇ ਨਾਲ ਪ੍ਰੇਰਿਤ ਹੋਏ ਇਸ ਪਾਸੇ ਆਉਣ ਨੂੰ, ਕਿਉਂਕਿ ਅੱਜ ਅਸੀਂ ਦੇਖ ਰਹੇ ਹਾਂ ਕਿ ਕਾਫੀ ਸਾਰੇ ਸਾਡੇ ਨੌਜਵਾਨ, ਜਿੱਥੇ ਅਸੀਂ ਇੱਕ ਪਾਸੇ ਤਾਂ ਇਹ ਦੋਸ਼ ਲਾ ਦਿੰਦੇ ਹਾਂ ਨੌਜਵਾਨਾਂ ਦੇ ਉੱਤੇ ਕਿ ਸਿੱਖੀ ਤੋਂ ਮੁਨਕਰ ਹੁੰਦੇ ਜਾ ਰਹੇ ਨੇ, ਪਰ ਨਾਲ ਹੀ ਇੱਕ ਮੈਂ ਦੇਖ ਰਿਹਾ ਪਿਛਲੇ ਸਮੇਂ ਤੋਂ ਤਕਰੀਬਨ 4-5 ਸਾਲਾਂ ਤੋਂ ਕਿ ਨਵੀਂ ਪਨੀਰੀ ਵਿੱਚੋਂ ਕਾਫੀ ਸਾਰੇ ਸਾਡੇ ਪ੍ਰਚਾਰਕ ਜਿਹੜੇ ਆ ਰਹੇ ਨੇ, ਜਿਨ੍ਹਾਂ ਦੀ ਕੀ ਸੋਚ ਜੋ ਹੈ ਉਹ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਗਿਆ ਉਸ ਨੂੰ ਸਮਝ ਕੇ ਅੱਗੇ ਉਸ ਨੂੰ ਪ੍ਰਚਾਰ ਕਰ ਰਹੇ ਨੇ। ਸੋ ਥੋੜ੍ਹਾ ਜਿਹਾ ਤੁਹਾਡਾ ਪਿਛੋਕੜ, ਤੇ ਤੁਸੀਂ ਕਿਵੇਂ ਪ੍ਰੇਰਿਤ ਹੋਏ ਤੇ ਕਿਸ ਤਰੀਕੇ ਨਾਲ ਤੁਸੀਂ ਦੁਨੀਆ ਭਰ ਵਿੱਚ ਜਾ ਕੇ ਹੁਣ ਇਹ ਸਿੱਖੀ ਦਾ ਪ੍ਰਚਾਰ ਜਿਹੜਾ ਕਰ ਰਹੇ ਹੋ, ਤੁਹਾਡਾ ਕੀ ਮੁੱਖ ਮਕਸਦ ਕੀ ਹੈ? ਹਾਂਜੀ, ਦਾਸ ਦਾ ਇਲਾਕਾ ਉੱਤਰਾਖੰਡ ਹੀ ਹੈ, ਊਧਮ ਸਿੰਘ ਨਗਰ ਜ਼ਿਲ੍ਹਾ ਹੈ। ਸਭ ਤੋਂ ਪਹਿਲਾਂ ਤੇ ਜਦੋਂ ਮੈਟ੍ਰਿਕ ਤੱਕ ਬਿਲਕੁਲ ਨਹੀਂ ਸੀ ਸਾਨੂੰ ਪਤਾ ਕਿ ਗੁਰਬਾਣੀ ਗੁਰਮਤ ਸਾਨੂੰ ਕੀ ਪ੍ਰੇਰਨਾਕਾਰੀ, ਕਿਵੇਂ ਦੀ ਜੀਵਨ ਜਾਂਚ ਹੋਣੀ ਚਾਹੀਦੀ ਹੈ। ਪਰ ਉੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਵੇਂ ਗੁਰਮਤ ਦੀਆਂ ਕਲਾਸਾਂ ਲੱਗਣੀਆਂ, 6 ਮਹੀਨੇ ਸਾਲ ਦੇ ਬਾਅਦ ਕਿਤੇ ਕੈਂਪ ਲੱਗਣੇ, ਉਹਨਾਂ ਵਿੱਚ ਜਦੋਂ ਸ਼ਮੂਲੀਅਤ ਲਈ, ਉੱਥੇ ਸਾਨੂੰ ਅਸਲ ਸੱਚਾਈ ਦਾ ਪਤਾ ਲੱਗਾ ਕਿ ਕੌਮ ਦੇ ਏਡੇ ਮਾੜੇ ਹਾਲਾਤ ਹੋ ਚੁੱਕੇ ਨੇ, ਔਰ ਇਹ ਹਾਲਾਤ ਸਾਡੇ ਹੀ ਆਗੂਆਂ ਨੇ ਹੀ ਕੀਤੇ ਨੇ। ਤੇ ਉਸ ਵੇਲੇ ਤੋਂ ਫਿਰ ਇਹ ਜਾਗ ਲੱਗਣੀ ਸ਼ੁਰੂ ਹੋਈ ਕਿ ਗੁਰੂ ਕਿਰਪਾ ਕਰੇ ਤੇ ਅਸੀਂ ਆਪ ਅੱਗੇ ਲੱਗ ਕੇ ਸੇਵਾਵਾਂ ਕਰ ਸਕੀਏ, ਕਿਉਂਕਿ ਕੇਵਲ ਦੋਸ਼ ਦੇਈ ਜਾਣਾ, ਆਪ ਕੁਝ ਕਰਨਾ ਨਹੀਂ, ਤੇ ਇਹ ਵੀ ਬਹੁਤਾ ਜਿਹੜਾ ਹੈ ਕਿਸੇ ਲਾਹੇਵੰਦ ਵਿੱਚ ਨਹੀਂ ਆਉਂਦਾ। ਉਦੋਂ ਤੋਂ ਫਿਰ ਜਾਗ ਲੱਗੀ ਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣੇ, ਉੱਥੇ 3 ਸਾਲ ਦਾ ਗੁਰਮਤਿ ਡਿਪਲੋਮਾ ਜਿਹੜਾ ਕਰਾਇਆ ਜਾਂਦਾ ਹੈ, ਜਿਹਦੀ ਬੜੀ ਘਾਟ ਨਜ਼ਰ ਆਈ ਸੀ ਕਿ ਅਸੀਂ ਸਿਰਫ ਪੰਜਾਬੀ ਪੜ੍ਹਨਾ ਸਿੱਖ ਗਏ, ਪਾਠੀ ਲੱਗ ਗਏ, ਗ੍ਰੰਥੀ ਸਿੰਘ ਲੱਗ ਗਏ, ਤੇ ਉਸ ਤੋਂ ਬਾਅਦ ਕੁਝ ਹੋਇਆ ਤੇ ਸੁਰਾਂ ਤੇ ਹਰ ਧਰ ਕੇ ਤੇ ਕੀਰਤਨੀ ਵੀ ਸਿੱਖ ਲਿਆ, ਪਰ ਕੀ ਗੁਰਬਾਣੀ ਦੇ ਵਿੱਚ ਜੋ ਆਖਿਆ ਗਿਆ ਉਹ ਸਾਨੂੰ ਸਮਝ ਆ ਜਾਂਦਾ ਹੈ। ਤੇ ਉੱਥੇ ਲਗਾਤਾਰ ਦਿਨ ਰਾਤ ਸਟੱਡੀ ਕਰਾ ਕੇ ਉਹਨਾਂ ਨੇ ਸਾਡੀ ਤਿਆਰੀ ਕਰਾਈ। ਉਸ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਲਗਾਤਾਰ 3 ਸਾਲ ਪਿੰਡਾਂ ਦੇ ਵਿੱਚ ਵਿਚਰਨ ਦਾ ਮੌਕਾ ਮਿਲਿਆ। ਕਾਲਜ ਵੱਲੋਂ ਪਹਿਲਾ ਸਰਕਲ
ਪਿੰਡਾਂ 'ਚ ਖੋਲ੍ਹਿਆ ਗਿਆ ਤੇ ਦਾਸ ਦੀ ਸੇਵਾ ਲੱਗੀ ਸੀ ਗੋਇੰਦਵਾਲ ਸਾਹਿਬ ਵਿਖੇ। ਉਸ ਤੋਂ ਬਾਅਦ ਝਾਰਖੰਡ 5 ਸਾਲ ਲਗਾਤਾਰ ਸਿੱਖ ਸੰਗਤਾਂ ਦੀ ਸੇਵਾ ਕੀਤੀ ਹੈ ਟਾਟਾ ਨਗਰ ਵਿਖੇ। ਉੜੀਸਾ ਦੇ ਵਿੱਚ ਵੀ 2 ਸਾਲ ਸੰਗਤਾਂ ਦੀਆਂ ਸੇਵਾਵਾਂ ਕੀਤੀਆਂ ਨੇ। ਹੁਣ ਉੱਤਰਾਖੰਡ ਦੇ ਵਿਖੇ ਸੰਗਤਾਂ ਦੀਆਂ ਸੇਵਾ ਨਿਭਾ ਰਹੇ ਹਾਂ। ਔਰ ਮੈਂ ਨੌਜਵਾਨਾਂ ਨੂੰ ਵੀ ਇਹੀ ਕਹਿਣਾ ਚਾਹਾਂਗਾ, ਮੇਰੀ ਵੀ ਬਹੁਤੀ ਉਮਰ ਨਹੀਂ ਪਰ ਅਜੇ ਬੜਾ ਕਾਰਜ ਰਹਿ ਗਿਆ ਹੈ, ਬਹੁਤ ਫੀਲਡ ਖਾਲੀ ਹੈ ਅਜੇ ਜਿਹੜਾ ਕੰਮ ਕਰਨ ਵਾਲਾ ਹੈ। ਵਰਲਡ ਲੈਵਲ ਤੇ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਪਹੁੰਚਾਉਣਾ ਹੈ, ਪਰ ਇਹਦੇ ਵਿੱਚ ਕੁਝ ਪ੍ਰਚਾਰਕ ਹੀ ਪੂਰਾ ਇਹ ਕਾਜ ਨਹੀਂ ਕਰ ਪਾਉਣਗੇ। ਕਾਜ ਵੱਡਾ ਹੈ ਤੇ ਨੌਜਵਾਨਾਂ ਨੂੰ ਬੇਨਤੀ ਹੈ ਉਹ ਆਪਣੇ ਕਿਰਤ ਵੀ ਕਰਨ, ਵਿਹਾਰ ਕਰਨ, ਉਹ ਆਪਣੀਆਂ ਪੜ੍ਹਾਈਆਂ ਵੀ ਕਰਨ, ਪਰ ਨਾਲ ਨਾਲ ਗੁਰਬਾਣੀ ਦੀ ਸਟੱਡੀ ਜ਼ਰੂਰ ਜਾਰੀ ਰੱਖਣ ਤਾਂ ਕਿ ਉਹ ਨਿਸਵਾਰਥ ਹੋ ਕੇ ਜਦੋਂ ਮੈਦਾਨ 'ਚ ਉਤਰਨਗੇ ਤੇ ਫਿਰ ਅਸਲ ਮਾਇਨੇ ਦੇ ਵਿੱਚ ਗੱਲ ਸ਼ੁਰੂ ਹੋਏਗੀ, ਉਦੋਂ ਪ੍ਰਚਾਰ ਸ਼ੁਰੂ ਕੀਤਾ ਜਾਏਗਾ। ਬਹੁਤ ਖੂਬ ਜੀ। ਇੱਕ ਚੀਜ਼ ਇਸ ਤੋਂ ਪਹਿਲਾਂ ਕਿ ਮੈਂ ਕਾਲਜ ਨੂੰ ਔਨ 에ਅਰ ਤੇ ਲਿਆ ਕਿ ਅੱਜ ਹਰ ਇੱਕ ਸਿੱਖ ਜੋ ਹੈ ਉਹ ਚਿੰਤਾ ਵਿੱਚ ਹੈ। ਕਈ ਤਾਂ ਇਗਨੋਰੈਂਸ ਵਿੱਚ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਚਲੋ ਸਦੀਆਂ ਤੋਂ ਚੱਲਦਾ ਆ ਰਿਹਾ, ਇਸ ਵਿੱਚ ਅਸੀਂ ਫਸ ਗਏ। ਕਈ ਜਾਣ ਬੁੱਝ ਕੇ ਸਭ ਕੁਝ ਕੀਤਾ ਜਾ ਰਿਹਾ ਹੈ। ਪਰ ਗੁਰੂ ਸਾਹਿਬ ਨੇ ਤਾਂ ਜਿਹੜਾ ਗੁਰਦੁਆਰਾ ਬਣਾਇਆ ਸੀ, ਇਹ ਤਾਂ ਇੱਕ ਪਲੇਸ ਆਫ ਲਰਨਿੰਗ ਸੀ ਜਿੱਥੇ ਜਾ ਕੇ ਬੰਦਾ ਕੁਝ ਸਿੱਖ ਸਕੇ। ਅੱਜ ਇਸ ਨੂੰ ਇੱਕ ਪਲੇਸ ਆਫ ਵਰਸ਼ਿਪ ਅਸੀਂ ਬਣਾ ਦਿੱਤਾ ਕਿ ਸਿਰਫ ਗੁਰਦੁਆਰੇ ਵਿੱਚ ਮੱਥਾ ਟੇਕੀ ਅਸੀਂ, ਜਾਂ ਧਾਰਮਿਕ ਅਸੀਂ ਸੋਚ ਜਿਹੜੀ ਹੈਗੀ ਸਮਝਿਆ ਕਿ ਸਿਰਫ ਗੁਰਦੁਆਰੇ ਤੱਕ ਹੀ ਅਸੀਂ ਜਾ ਕੇ ਉੱਥੇ ਪੂਰੀ ਕਰ ਸਕਦੇ ਹਾਂ। ਅੱਜ ਜਿਹੜੀ ਇੱਕ ਹੋਰ ਵੱਡੀ ਸਮੱਸਿਆ ਵੇਖਣ ਨੂੰ ਮਿਲ ਰਹੀ ਹੈ ਕਿ ਜੇਕਰ ਅਸੀਂ ਆਪਣਾ ਕੰਪੈਰੀਜ਼ਨ ਕਰੀਏ ਆਪਣੇ ਪ੍ਰਚਾਰਕਾਂ ਦਾ, ਫੋਰ ਐਗਜ਼ਾਮਪਲ ਕ੍ਰਿਸਚੈਨਿਟੀ ਨਾਲ ਕਰੀਏ, ਇੱਕ ਜਿਹੜਾ ਪ੍ਰੀਸਟ ਹੈਗਾ ਉੱਥੇ ਉਸ ਨੂੰ ਚੰਗੀ ਤਨਖਾਹ ਦਿੱਤੀ ਜਾਂਦੀ ਹੈ, ਉਸ ਨੂੰ ਪੜ੍ਹਨ ਵਾਸਤੇ ਅੱਗੇ ਫਰਦਰ ਸਕਾਲਰਸ਼ਿਪਸ ਦਿੱਤੀਆਂ ਜਾਂਦੀਆਂ ਨੇ, ਤੇ ਚੰਗੇ ਪਰਿਵਾਰਾਂ 'ਚੋਂ ਵੀ ਜਿਹੜੇ, ਮੇਰਾ ਮਤਲਬ ਚੰਗੇ ਪਰਿਵਾਰਾਂ ਤੋਂ ਕਿ ਜਿਹੜੇ ਪੈਸੇ ਵਾਲੇ ਲੋਕ ਵੀ ਨੇ, ਉਹ ਵੀ ਚਾਹੁੰਦੇ ਨੇ ਕਿ ਉਹਨਾਂ ਦੇ ਬੱਚੇ ਜਿਹੜੇ ਨੇ ਇਸ ਪਾਸੇ ਜਾ ਕੇ ਮਿਸ਼ਨਰੀ ਵਰਕ ਕਰਨ। ਲੇਕਿਨ ਸਾਡੇ ਵਿੱਚ ਅਸੀਂ ਚੇਂਜ ਤਾਂ ਚਾਹੁੰਦੇ ਹਾਂ, ਪਰ ਅੱਜ ਅਸੀਂ ਘਰਾਂ 'ਚੋਂ ਉਹ ਜਿਹੜਾ ਗੁਰਦੁਆਰੇ ਦਾ ਇੱਕ ਕੌਨਸੈਪਟ ਸੀ ਉਸਨੂੰ ਖਤਮ ਕਰ ਦਿੱਤਾ। ਤੇ ਮੈਂ ਇਹ ਚਾਹੁੰਦਾ ਕਿ ਭਾਈ ਪਰਮਜੀਤ ਜੋ ਹੈ ਇਹੀ ਸਭ ਕੁਝ ਕਰਦੇ, ਤੇ ਜਿਹੜੇ ਮੇਰੇ ਤੇ ਜਦੋਂ ਗੱਲ ਆਉਂਦੀ ਏ, ਨਾ ਤਾਂ ਮੈਂ ਚਾਹੁੰਦਾ ਕਿ ਮੇਰੇ ਪਰਿਵਾਰ 'ਚੋਂ ਮੇਰਾ ਬੱਚਾ ਕੋਈ ਇਸ ਪਾਸੇ ਨੂੰ ਜਾਏ, ਕਿਉਂਕਿ ਇਸ ਵਿੱਚ ਮਾਇਆ ਨਹੀਂ, ਨਾ ਹੀ ਕੋਈ ਇੱਜ਼ਤ ਅਸੀਂ ਦੇ ਰਹੇ ਹਾਂ। ਸੋ ਇਸ ਪ੍ਰਤੀ ਇਹ ਸੋਚ ਜਿਹੜੀ ਪ੍ਰਚਲਿਤ ਹੈਗੀ, ਇਹਦੇ ਬਾਰੇ ਤੁਸੀਂ ਵੀ ਪੂਰੀ ਦੁਨੀਆ 'ਚ ਵਿਚਰਦੇ ਪਏ ਹੋ, ਤੁਹਾਡਾ ਕੀ ਇਹਦੇ ਬਾਰੇ ਕਹਿਣਾ ਕਿ ਕਿਸ ਤਰੀਕੇ ਨਾਲ ਅਸੀਂ ਇਸ ਪਾਸੇ ਕੁਝ ਧਿਆਨ ਦੇ ਸਕਦੇ ਹਾਂ? ਇਹ ਬਿਲਕੁਲ ਠੀਕ ਹੈ ਜੀ, ਬਹੁਤ ਵਧੀਆ ਆਪ ਜੀ ਦੀ ਵਿਚਾਰ ਲੱਗੀ ਹੈ ਕਿ ਜਿੱਥੇ ਸਾਨੂੰ ਫੁੱਲ ਟਾਈਮ ਇਹਦੇ ਵਿੱਚ ਦੇਣ ਦੀ ਲੋੜ ਹੈ ਕਿ 24 ਘੰਟੇ ਅਸੀਂ ਇਹਦੇ 'ਤੇ ਹੀ ਧਿਆਨ ਕੇਂਦਰਿਤ ਕਰਦੇ ਹਾਂ ਕਿ ਸਾਨੂੰ ਪਹਿਲਾਂ ਆਪ ਠੀਕ ਢੰਗ ਦੇ ਨਾਲ ਵਿਚਾਰ ਲੈਣਾ ਚਾਹੀਦਾ, ਇਹਦੀ ਸਟੱਡੀ ਕਰਨੀ ਚਾਹੀਦੀ ਹੈ। ਫੁੱਲ ਟਾਈਮ ਦੇਣ ਵਾਲੇ ਦਾ ਘਰ-ਬਾਰ ਵੀ ਹੈ, ਉਹਦੇ ਵੀ ਪਰਿਵਾਰ ਦੇ ਵਿੱਚ ਲੋੜਾਂ ਉੱਥੇ ਹੀ ਨੇ। ਅੱਜ ਹੋਰ ਮੱਤ ਵਾਲਿਆਂ ਨੇ ਇਹ ਆਪਣਾ ਪ੍ਰਬੰਧ ਬੜਾ ਸੁਚੱਜੇ ਢੰਗ ਦੇ ਨਾਲ ਕਰ ਲਿਆ। ਸਾਡੇ ਵਿੱਚ ਬਹੁਤ ਵੱਡੀ ਇੱਕ ਗਿਰਾਵਟ ਆ ਚੁੱਕੀ ਹੈ ਕਿ ਅਸੀਂ ਇਸ ਲਾਈਨ ਦੇ ਵਿੱਚ ਆਏ ਹੋਏ ਜਿਹੜੇ ਪ੍ਰਚਾਰਕ ਵੀਰ ਨੇ, ਜਾਂ ਇਹ ਕਹਿ ਲਈਏ ਜਿਹੜੇ ਵਾਕਈ ਮਾਇਨੇ ਦੇ ਵਿੱਚ ਬਾਬੇ ਨਾਨਕ ਦੀ ਗੱਲ ਕਰਨ ਵਾਲੇ ਨੇ, ਉਹਨਾਂ ਦਾ ਅਜੇ ਤੱਕ ਕੇਵਲ ਸ਼ੋਸ਼ਣ ਹੀ ਕਰਦੇ ਆ। ਉਹਨਾਂ ਨੂੰ ਹਰ ਪੱਖੋਂ ਕਿਤੇ ਨਾ ਕਿਤੇ ਪਰੇਸ਼ਾਨ ਕੀਤਾ ਜਾਂਦਾ ਹੈ। ਜਿੱਥੇ ਕਿਤੇ ਉਹ ਸਟੈਂਡ ਲੈਣ ਜਾਂ ਗੁਰਬਾਣੀ ਗੁਰਮਤ ਦੀ ਗੱਲ ਕਰਨ, ਉੱਥੇ ਪ੍ਰੋਬਲਮ ਖੜੀਆਂ ਕੀਤੀਆਂ ਜਾਂਦੀਆਂ ਨੇ। ਤੇ ਰਹੀ ਗੱਲ ਫਾਈਨੈਂਸ਼ਲੀ ਤੌਰ ਤੇ, ਉਹ ਵੀ ਉਹਨਾਂ ਦੀ ਪੂਰੀਆਂ ਲੋੜਾਂ ਠੀਕ ਢੰਗ ਦੇ ਨਾਲ ਤਿਆਰ ਕਰਕੇ ਅਜੇ ਤੱਕ ਉਹਦੀ ਕੋਈ ਤਿਆਰੀ ਨਹੀਂ ਕੀਤੀ ਗਈ। ਇਹਦੇ ਵਿੱਚ ਵੀ ਬੜੀ ਵੱਡੀ ਜਦੋਜਹਿਦ ਕਰਨੀ ਪੈ ਰਹੀ ਹੈ। ਕੌਮ ਨੂੰ ਇਹ ਸੋਚਣਾ ਬਣਦਾ ਹੈ, ਖਾਸ ਕਰਕੇ ਪ੍ਰਬੰਧਕ ਵੀਰਾਂ ਨੂੰ, ਵੱਡੀਆਂ ਸੰਸਥਾਵਾਂ ਨੂੰ, ਕਿ ਉਹ ਕੁਝ ਇਸ ਲੈਵਲ ਤੇ ਧਿਆਨ ਦੇਣ। ਜਿਹੜੇ ਪ੍ਰਚਾਰਕ ਸਮਾਜਿਕ ਸੰਸਾਰਿਕ ਪੜ੍ਹਾਈ ਵੀ ਕਰਦੇ ਨੇ, ਉਹਨਾਂ ਨੇ ਗੁਰਮਤਿ ਦੀ ਐਜੂਕੇਸ਼ਨ ਵੀ ਲਈ ਹੈ, ਤੇ ਉਹਨਾਂ ਦੇ ਪਰਿਵਾਰ ਦੀ ਜ਼ਿੰਮੇਵਾਰੀ ਉਹਨਾਂ ਨੂੰ ਚੁੱਕ ਲੈਣੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਪਿਛਾਂ ਦੇਖਣ ਦੀ ਲੋੜ ਨਾ ਪਵੇ ਤੇ ਅੱਗੇ ਆਉਣ ਵਾਲੇ ਵਕਤ ਦੇ ਅੰਦਰ ਠੀਕ ਢੰਗ ਦੇ ਨਾਲ ਉਹ ਆਪਣਾ ਪ੍ਰਚਾਰ ਕਰਨ। ਧੰਨਵਾਦ ਜੀ। ਸੋ ਲਾਈਨਾਂ ਖੋਲ ਰਹੇ ਜੀ, ਕਾਫੀ ਸਾਰੇ ਕਾਲਰਸ ਨੇ, ਉਹਨਾਂ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਜੀ। ਤੁਹਾਡਾ ਮੇਰਾ ਸਾਥ ਹੁੰਦਾ ਜੀ ਹਰ ਸ਼ਨੀਵਾਰ ਨੂੰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ, ਜਿਸ ਵਿੱਚ ਕਿ ਰੇਡੀਓ ਇੰਡੀਆ ਦੇ ਉੱਤੇ ਤੁਹਾਡੇ ਨਾਲ ਗੁਰਮਤਿ ਵਿਚਾਰਾਂ ਰਾਹੀਂ ਸਾਂਝ ਪਾਈ ਜਾਂਦੀ ਹੈ। ਉਸ ਤੋਂ ਇਲਾਵਾ ਹਰ ਰੋਜ਼ ਚੈਨਲ 10 ਦੇ ਉੱਤੇ, ਜੋਏ ਟੀਵੀ ਦੇ ਉੱਤੇ ਤੁਹਾਡਾ ਮੇਰਾ ਸਾਥ ਰਾਤ ਨੂੰ 10 ਤੋਂ ਲੈ ਕੇ 11 ਵਜੇ ਤੱਕ ਅਤੇ ਸਵੇਰੇ 8 ਤੋਂ ਲੈ ਕੇ 9 ਵਜੇ ਤੱਕ ਹੁੰਦਾ ਹੈ। ਸੈਟਰਡੇ ਵਾਲੇ ਦਿਨ ਦੁਪਹਿਰ 2 ਤੋਂ ਲੈ ਕੇ 3 ਵਜੇ ਤੱਕ ਅਤੇ ਰਾਤ 8 ਤੋਂ ਲੈ ਕੇ 9 ਵਜੇ ਤੱਕ, ਅਤੇ ਵਿਜ਼ਨ ਟੀਵੀ ਦੇ ਉੱਤੇ ਹਰ ਸ਼ਨੀਵਾਰ ਨੂੰ 1 ਤੋਂ ਲੈ ਕੇ 1:30 ਵਜੇ ਤੱਕ ਇਹਨਾਂ ਟੈਲੀਵਿਜ਼ਨ ਪ੍ਰੋਗਰਾਮਸ ਰਾਹੀਂ ਤੁਹਾਡੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਸੋ ਜ਼ਰੂਰ ਆਪਣਾ ਸਾਥ ਦਿਆ ਕਰੋ, ਕਿਉਂਕਿ ਅੱਜ ਜ਼ਰੂਰਤ ਹੈ ਕਿ ਅਸੀਂ ਸਾਰੇ ਚਿੰਤਤ ਹਾਂ ਕਿ ਸਾਡੇ ਸਮਾਜ ਵਿੱਚ ਜੋ ਕੁਝ ਨਿਗਾਰ ਆ ਗਿਆ ਉਸ ਵਿੱਚ ਅਸੀਂ ਪਰਿਵਰਤਨ ਲਿਆਈਏ। ਲੇਕਿਨ ਇਹ ਚੇਂਜ ਤਦ ਹੀ ਆ ਸਕਦਾ ਹੈ ਜੇਕਰ ਅਸੀਂ ਆਪਣੇ ਤੋਂ ਸ਼ੁਰੂਆਤ ਕਰੀਏ। ਅੱਜ ਜੇਕਰ ਅਸੀਂ ਅੱਖਾਂ ਮੀਟ ਕੇ ਸਿਰਫ ਹਰ ਚੀਜ਼ ਨੂੰ ਫੋਲੋ ਕਰੀ ਜਾਵਾਂਗੇ ਤਾਂ ਜੋ ਕੁਝ ਕਰਮਕਾਂਡ ਚੱਲ ਰਹੇ ਸਨ ਪਹਿਲਾਂ ਗੁਰੂ ਸਾਹਿਬ ਦੇ ਸਮੇਂ, ਅੱਜ ਉਹਨਾਂ ਚੀਜ਼ਾਂ ਨੂੰ ਜੇਕਰ ਅੱਜ ਗੁਰੂ ਸਾਹਿਬ ਦੇਖਣ ਤਾਂ ਸਾਡੇ ਤੇ ਹੱਸਣ ਕਿ ਕੀ ਮੈਂ ਤੁਹਾਡੇ ਵਾਸਤੇ ਇੱਕ ਪੈਰਾਡਾਈਮ ਸ਼ਿਫਟ, ਇੱਕ ਨਵੀਂ ਸੋਚ ਜਿਹੜੀ ਲਿਆਂਦੀ ਸੀ, ਉਸ ਵਿੱਚੋਂ ਕਿੱਥੇ ਅਸੀਂ ਪਹੁੰਚ ਗਏ। ਅੱਜ ਤਾਂ ਅਸੀਂ ਦੋਸ਼ ਤਾਂ ਜ਼ਰੂਰ ਲਾ ਦਿੰਦੇ ਹਾਂ ਕਿ ਜੀ ਉਹ ਦੂਸਰੇ ਵਾਲੇ ਧਰਮਾਂ ਵਾਲੇ ਇਹ ਕਰ ਰਹੇ ਨੇ, ਪਰ ਅਸੀਂ ਕੀ ਕਰ ਰਹੇ ਹਾਂ, ਇਸ ਪਾਸੇ ਕਿਉਂ ਨਹੀਂ ਅਸੀਂ ਚਿੰਤਤ।
ਆਓ ਲਾਈਨਾਂ ਖੋਲ੍ਹਦੇ ਹਾਂ, ਤੁਹਾਡੇ ਵਿਚਾਰ ਕੁਝ ਦੇਰ ਲਈ ਤਕਰੀਬਨ 10 ਕੁ ਮਿੰਟ ਭਾਈ ਸਾਹਿਬ ਸਾਡੇ ਨਾਲ ਰਹਿਣਗੇ। ਲਾਈਨ ਨੰਬਰ 1 ਤੁਸੀਂ ਔਨ 에ਅਰ ਤੇ ਹੋ ਜੀ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ। ਆਪਣੇ ਪਰਮ ਜੀ ਉਹਨਾਂ ਨੂੰ ਵੀ ਸਲਾਮ। ਹਾਂਜੀ ਭਾਈ, ਖਾਲਸਾ ਫਤਿਹ ਜੀ। ਹਾਂਜੀ, ਤੇ ਮੇਰਾ ਅਸਲੀ ਆਪਣਾ ਵਿਸ਼ਾ ਜਿਹੜਾ ਹੈਗਾ ਬਈ ਮਤਲਬ ਸੰਗਤ 'ਚ ਬੜੇ ਭੱਬਲ ਭੂਸੇ ਪਾਏ ਜਾ ਰਹੇ ਆ। ਹਾਂਜੀ ਹਾਂਜੀ ਠੀਕ ਹੈ ਨਾ, ਹਰਪ੍ਰੀਤ ਨੇ ਇਹੀ ਵਿਸ਼ਾ ਰੱਖਿਆ ਸੀਗਾ ਹਾਂਜੀ ਹਾਂਜੀ ਬਈ ਕਿਉਂ ਨਹੀਂ ਅਸੀਂ ਗੁਰਬਾਣੀ ਤੇ ਨੂੰ ਪੜ੍ਹ ਕੇ ਵਿਚਾਰ ਕੇ ਆਪਦੇ ਭੱਬਲ ਭੂਸੇ ਖਤਮ ਕਰ ਰਹੇ। ਹਾਂਜੀ ਮੇਰਾ ਵਿਚਾਰ ਇਹ ਆ ਵੀ ਗੁਰਬਾਣੀ 'ਚ ਖੁਦ ਵੀ ਭੱਬਲ ਭੂਸੇ ਪਾਏ ਹੋਏ ਨੇ। ਮੈਂ ਜੇ ਤੁਹਾਨੂੰ ਇਹਦਾ ਸਲੋਕ ਪੜ੍ਹ ਕੇ ਸੁਣਾਵਾਂ, ਇਹ ਆ, ਪਹਿਲੀ ਹੈਗੀ ਆ ਆਸਾ ਦੀ ਬਾਤ ਜੀ। ਹਾਂਜੀ ਇਹ ਜਗ ਸੱਚੇ ਦੀ ਕੋਠੜੀ, ਸੱਚੇ ਦਾ ਵਿੱਚ ਬਾਸ। ਹਾਂਜੀ ਇਹੀ ਵਿਸ਼ਾ ਨੌਵੇਂ ਇਹ ਹੈਗਾ, ਮੇਰੇ ਖਿਆਲ ਆ ਪਹਿਲੇ ਗੁਰੂ ਸਾਹਿਬ ਦਾ ਹੋਊਗਾ ਸਲੋਕ। ਹਾਂਜੀ 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 ਪਹਿਲੇ ਪਾਸੇ ਦਾ। ਅੱਛਾ, ਨੌਵੇਂ ਪਾਤਸ਼ਾਹ ਜਾ ਕੇ ਕੀ ਕਹਿਣ ਲੱਗੇ? ਉਹ ਅਸੀਂ ਕਹਿੰਦੇ ਆ ਬਈ ਉਹੀ ਜੋਤ ਸੀਗੀ ਇੱਕ, ਸਮਝੋ ਸਰੀਰ ਬਦਲੇ ਹੋਏ ਸੀ ਉੱਥੇ। ਉਹੀ ਨੌਵੇਂ ਪਾਤਸ਼ਾਹ ਨੇ ਜਾ ਕੇ ਇਸ ਨੂੰ ਕਹਿਤਾ, ਇਹ ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ। ਹੁਣ ਜਿਹੜਾ ਪੜ੍ਹਨ ਵਾਲਾ ਵਿਚਾਰਨ ਵਾਲਾ ਸਿਖਿਆਰਥੀ ਆ, ਉਹ ਦੱਸੋ ਬਈ ਕੀ ਮੰਨੇ ਜੱਗ ਨੂੰ? ਇਹਦਾ ਜਵਾਬ ਦਿਓ। ਧੰਨਵਾਦ ਜੀ ਕਾਲ ਕਰਨ ਲਈ, ਥੈਂਕ ਯੂ। ਹਾਂਜੀ, ਬਹੁਤ ਵਧੀਆ ਸਵਾਲ ਹੈ ਜੀ ਆਪ ਜੀ ਦਾ, ਕਿਉਂਕਿ ਗੁਰਬਾਣੀ ਦੇ ਵਿੱਚ ਵੱਖ-ਵੱਖ ਥਾਵਾਂ ਤੇ ਇਸ ਤਰੀਕੇ ਦੇ ਨਾਲ ਸਾਨੂੰ ਪੜ੍ਹਨ ਵਿੱਚ ਜਦੋਂ ਆਉਂਦਾ ਤੇ ਇਉਂ ਲੱਗਦਾ ਹੈ ਕਿ ਇਹਨਾਂ ਦੇ ਆਪਸ ਵਿੱਚ ਕਿਤੇ ਵਿਰੋਧੀ ਭਾਸ਼ ਹੈ। ਪਰ ਜਿੱਥੇ ਗੁਰੂ ਸਾਹਿਬ ਜੀ ਆਪ ਇਹ ਗੱਲ ਕਹਿ ਰਹੇ ਨੇ ਕਿ ਇਹ ਜਗ ਸੱਚੇ ਕੀ ਹੈ ਕੋਠੜੀ, ਉੱਥੇ ਸੱਚੇ ਦਾ ਅਰਥ ਪਰਮਾਤਮਾ ਅਕਾਲ ਪੁਰਖ ਹੈ। ਇਹ ਸਾਰਾ ਸੰਸਾਰ ਉਸ ਸੱਚੇ ਅਕਾਲ ਪੁਰਖ ਦਾ ਘਰ ਹੈ। ਪਰ ਇਹ ਗੱਲ ਨਹੀਂ ਆਖੀ ਜਾ ਰਹੀ ਕਿ ਜਿਹੜਾ ਇਹ ਘਰ ਹੈ ਇਹ ਸਦਾ ਥਿਰ ਰਹੇਗਾ। ਇਹ ਸਦਾ ਥਿਰ ਵਾਲਾ ਹੈ। ਇਹਦੇ ਵਿੱਚ ਜਿਤਨੀਆਂ ਵੀ ਚੀਜ਼ਾਂ ਬਣੀਆਂ ਨੇ, ਧਰਤੀ ਹੈ, ਆਕਾਸ਼ ਹੈ, ਉਸ ਬਾਰੇ ਬਾਣੀ ਕਹਿੰਦੀ ਹੈ, ਧਰਤ ਆਕਾਸ਼ ਪਿਆਲ ਹੈ, ਚੰਦ ਸੂਰ ਬਿਨਾਸੀ। ਇਹ ਸਾਰਾ ਕੁਝ ਬਿਨਸਨਹਾਰ ਹੈ। ਪਰ ਜਿਹੜਾ ਸੱਚਾ ਅਕਾਲ ਪੁਰਖ ਹੈ ਉਹ ਬਿਲਕੁਲ ਅਟਲ ਹੈ, ਜਿਹਨੂੰ ਆਪਾਂ ਬਾਣੀ 'ਚ ਪੜ੍ਹਦੇ ਹਾਂ, ਤੂੰ ਜੁਗ ਜੁਗ ਏਕੋ ਸਦਾ ਸਦਾ, ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਉਹ ਕੇਵਲ ਨਿਹਚਲ ਹੈ, ਬਾਕੀ ਸਾਰਾ ਕੁਝ ਜੋ ਆਇਆ ਸੋ ਚਲਸੀ ਦੇ ਵਿੱਚ ਹੈ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਹੜੀ ਗੱਲ ਕਹਿ ਰਹੇ ਨੇ ਕਿ ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ। ਤੇ ਜਗ ਰਚਨਾ ਜਿਹੜੀ ਅਕਾਲ ਪੁਰਖ ਨੇ ਇਹ ਸਾਰੀ ਰਚਨਾ ਬਣਾਈ ਹੈ, ਇਹ ਆਕਾਰ ਸਿਰਜਿਆ ਹੈ, ਹੁਕਮੀ ਹੋਵਨ ਆਕਾਰ, ਇਹ ਸਾਰਾ ਹੀ ਹੈ ਬਿਨਸਨਹਾਰ ਹੈ। ਇਹਦੇ ਨਾਲ ਮੋਹ ਨਹੀਂ ਲਾਉਣਾ। ਗੁਰਬਾਣੀ ਸਾਨੂੰ ਇਹ ਪ੍ਰੇਰਣਾ ਦੇ ਰਹੀ ਹੈ, ਦੋਵਾਂ ਥਾਵਾਂ ਤੇ ਇਹ ਗੱਲ ਕਹਿ ਰਹੀ ਹੈ ਕਿ ਸਾਨੂੰ ਸੱਚੇ ਦੇ ਨਾਲ ਪਿਆਰ ਪਾਉਣ ਦੀ ਲੋੜ ਹੈ, ਸੱਚੇ ਅਕਾਲ ਪੁਰਖ ਦੇ ਗੁਣਾਂ ਨੂੰ ਅਪਣਾਉਣ ਦੀ ਲੋੜ ਹੈ, ਨਾ ਕਿ ਅਸੀਂ ਬਣੀਆਂ ਹੋਈਆਂ ਚੀਜ਼ਾਂ ਦੀ ਪੂਜਾ ਕਰ ਲਈਏ ਜਾਂ ਉਹਨਾਂ ਨੂੰ ਮੰਨਣਾ ਸ਼ੁਰੂ ਕਰ ਦਈਏ। ਜਗ ਦੇ ਵਿੱਚ ਬੜਾ ਕੁਝ ਬਣਿਆ, ਅਕਾਲ ਪੁਰਖ ਨੇ ਆਕਾਰ 'ਚ ਬਣਾਇਆ ਹੈ, ਪਰ ਇਸ ਨਾਲ ਮੋਹ ਨਹੀਂ ਲਾਉਣਾ। ਇਹਦੇ ਨਾਲ ਸਾਡੇ ਆਤਮਿਕ ਸਾਂਝ ਨਹੀਂ, ਸਾਡੀ ਸਾਂਝ ਉਸ ਪਰਿਪੂਰਨ ਅਕਾਲ ਪੁਰਖ ਨਾਲ ਜਿਹੜਾ ਇਹਦੇ ਵਿੱਚ ਹੈ। ਉਹ ਸਾਡੇ ਮਾਤਾ ਪਿਤਾ ਦੇ ਵਿੱਚ ਵੀ ਹੈ, ਸਾਡੇ ਬੱਚਿਆਂ 'ਚ ਵੀ ਹੈ, ਸਮਾਜ ਦੇ ਹਰ ਬੰਦੇ ਦੇ ਵਿੱਚ ਹੈ। ਤੇ ਗੁਰੂ ਕਹਿੰਦੇ ਨੇ ਜਿਹੜਾ ਉਹਦੇ ਵਿੱਚ ਬੈਠਾ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ ਸਾਧੋ ਰਚਨਾ ਰਾਮ ਬਣਾਈ। ਉਸ ਅਕਾਲ ਪੁਰਖ ਨੇ ਰਚਨਾ ਬਣਾਈ ਹੈ। ਪਰ ਅਗਲੀ ਲਾਈਨ 'ਚ ਬੜਾ ਪਿਆਰਾ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਹੈ, ਸਾਧੋ ਰਚਨਾ ਰਾਮ ਬਣਾਈ, ਇੱਕ ਬਿੰਸ ਹੈ, ਇੱਕ ਅਸਥਿਰ ਮਾਨੇ, ਅਚਰਜ ਲਖਿਓ ਨਹਿ ਜਾਈ। ਇਹ ਸਾਰਾ ਕੁਝ ਬਣਿਆ ਜ਼ਰੂਰ ਹੈ, ਪਰ ਇਹ ਬਿਨਸਣ ਵਾਲਾ ਹੈ। ਸਾਡਾ ਉਸ ਅਕਾਲ ਪੁਰਖ ਦੇ ਨਾਲ ਇੱਕ ਜਿਹੜਾ ਸਾਂਝ ਦਾ ਵਰਤਾਰਾ ਹੋਣਾ ਚਾਹੀਦਾ ਹੈ, ਜਿਹੜਾ ਹਰ ਜੀਅ 'ਚ ਵਸਦਾ ਹੈ, ਜਿਹਨੂੰ ਗੁਰੂਦੇਵ ਬਾਣੀ 'ਚ ਕਹਿੰਦੇ ਨੇ ਕਿ ਸਬੈ ਕਟ ਰਾਮ ਬੋਲੇ। ਜੇ ਆਪਾਂ ਬਾਣੀ 'ਚੋਂ ਪੜ੍ਹਦੇ ਹਾਂ ਕਿ ਘਟ ਘਟ ਮੈਂ ਹਰਜੂ ਬਸੈ, ਤੇ ਅਕਾਲ ਪੁਰਖ ਨਾਲ ਜੋੜਨ ਦੀ ਗੁਰੂ ਸਾਹਿਬ ਜੀ ਨੇ ਸਾਨੂੰ ਪ੍ਰੇਰਣਾ ਦਿੱਤੀ ਹੈ। ਇਸ ਕੁਦਰਤ ਦੇ ਨਾਲ, ਕੁਦਰਤ 'ਚ ਬਣੀਆਂ ਹੋਈਆਂ ਵਸਤਾਂ ਦੇ ਨਾਲ ਜੁੜਨ ਦੀ ਸਾਨੂੰ ਪ੍ਰੇਰਣਾ ਨਹੀਂ, ਬਲਕਿ ਸਾਨੂੰ ਸੁਚੇਤ ਕੀਤਾ ਹੈ ਕਿ ਇਹਦੇ ਨਾਲ ਸਾਂਝ ਨਹੀਂ, ਸਾਡੀ ਸਾਂਝ ਬਣਾਉਣ ਵਾਲੇ ਦੇ ਨਾਲ ਹੈ। ਬਿਲਕੁਲ ਸਹੀ ਫਰਮਾਇਆ ਜੀ। ਅਤੇ ਇੱਕ ਹੋਰ ਚੀਜ਼, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਿਹੜੇ ਭੰਬਲ ਭੂਸੇ ਗੁਰਬਾਣੀ ਤਾਂ ਸਗੋਂ ਸਾਨੂੰ ਕਨਫਿਊਜ਼ਨ ਵਿੱਚੋਂ ਬਾਹਰ ਕੱਢਦੀ ਹੈ। ਇਹ ਡਿਪੈਂਡ ਕਰਦਾ ਹੈ ਕਿ ਕੀ ਅਸੀਂ ਗੁਰਬਾਣੀ ਨੂੰ ਪੜ੍ਹ ਰਹੇ ਹਾਂ ਜਾਂ ਸਿਰਫ ਸੁਣੀ ਸੁਣਾਈ ਗੱਲਾਂ 'ਤੇ ਯਕੀਨ ਕਰ ਰਹੇ ਹਾਂ। ਇੱਥੋਂ ਯਾਦ ਆਉਂਦਾ ਹੈ ਕਿ ਹਾਲ ਹੀ ਵਿੱਚ ਇੱਕ ਸਿੱਖ ਨੇਤਾ ਨੇ ਇਹ ਭਾਸ਼ਣ ਦਿੱਤਾ ਆਪਣੇ ਬੌਸਸ ਨੂੰ, ਮੈਂ ਕਹਾਂਗਾ ਖੁਸ਼ ਕਰਨ ਲਈ, ਕਿ ਗੁਰੂ ਗ੍ਰੰਥ ਸਾਹਿਬ ਵਿੱਚ ਰਾਮ ਦਾ ਜ਼ਿਕਰ, ਭਗਵਾਨ ਰਾਮ ਦਾ ਜ਼ਿਕਰ ਜੋ ਹੈ ਹਜ਼ਾਰਾਂ ਵਾਰੀ ਆਇਆ, ਜਦ ਕਿ ਰਾਮ ਦਾ ਜ਼ਿਕਰ ਜਿਹੜਾ ਆਇਆ ਸਿਰਫ ਇੱਕ ਦੋ ਥਾਈਂ ਹੀ ਗੁਰੂ ਸਾਹਿਬ ਨੇ, ਕਿਉਂਕਿ ਬਹੁਤ ਥਾਈਂ ਐਲੀਗਰੀਜ਼, ਮੈਟਾਫਰਸ ਦੀ ਵਰਤੋਂ ਕਰਕੇ ਸਿਰਫ ਐਕਸਪਲੇਨ ਕਰਨ ਲਈ ਕੁਝ ਦੱਸਿਆ, ਜਦ ਕਿ ਉਸ ਦਾ ਤੱਤ ਭਾਵ ਜੋ ਹੈ ਉਸ ਤੋਂ ਅਸੀਂ ਸਮਝਦੇ, ਅਸੀਂ ਸਿਰਫ ਲਿਟਰਲ ਮੀਨਿੰਗ ਵਿੱਚ ਫਸ ਜਾਂਦੇ ਹਾਂ। ਹੁਣ ਜ਼ਰੂਰਤ ਹੈ ਇਸ ਵਾਸਤੇ ਵਿਆਕਰਨ ਦੀ, ਕਿ ਅਸੀਂ ਗੁਰਬਾਣੀ ਨੂੰ ਪਹਿਲਾਂ ਆਪ ਪੜ੍ਹੀਏ,
ਜਦ ਤੱਕ ਅਸੀਂ ਵਿਆਕਰਣ ਨਹੀਂ ਪੜ੍ਹਦੇ ਗੁਰਬਾਣੀ ਦਾ, ਨਹੀਂ ਸਮਝਦੇ, ਤਾਂ ਅਸੀਂ ਐਕਸਪਲੇਨੇਸ਼ਨ ਨਹੀਂ ਕਰ ਸਕਦੇ। ਸੋ ਇਸ ਕਰਕੇ ਗੁਰੂ ਸਾਹਿਬ ਨੇ ਜੇਕਰ ਇੱਕ ਪਾਸੇ ਇੱਕ ਚੀਜ਼ ਕਹੀ ਹੈ, ਉਹ ਇਹ ਵੇਖੀਏ ਕਿਸ ਕੌਨਟੈਕਸਟ ਵਿੱਚ ਉਹ ਗੱਲ ਕੀਤੀ ਹੈ, ਨਾ ਕਿ ਉਸ ਨੂੰ ਅਸੀਂ ਸਮਰਾਈਜ਼ ਕਰਕੇ, ਜਨਰਲਾਈਜ਼ ਕਰਕੇ ਹਰ ਚੀਜ਼ ਤੇ ਲਾਗੂ ਕਰ ਦਈਏ। ਅਗੇਨ ਇਸ ਵਾਸਤੇ ਸ਼ੁਰੂਆਤ ਕਰਨੀ ਪਏਗੀ ਸਾਨੂੰ ਆਪ। ਹਾਂ, ਐਂਡ ਇਸ ਵਾਸਤੇ ਜਿਸ ਤਰ੍ਹਾਂ ਭਾਈ ਸਾਹਿਬ ਨੇ ਵੀ ਇਸ ਦੀ ਐਕਸਪਲੇਨੇਸ਼ਨ ਦਿੱਤੀ ਕਿ ਗੁਰਦੁਆਰਿਆਂ ਵਿੱਚ ਜਿਹੜੇ ਸਾਡੇ ਇਹ ਕੇਂਦਰ ਸਨ ਲਰਨਿੰਗ ਦੇ, ਸਿੱਖਿਆ ਦੇ, ਇਹਨਾਂ ਵਿੱਚ ਇਹ ਚੀਜ਼ਾਂ ਮੁੜ ਤੋਂ ਜਾਗਰਤ ਹੋਣ, ਮੁੜ ਤੋਂ ਇਹਨਾਂ ਦੀ ਸਿੱਖਿਆ ਸ਼ੁਰੂ ਹੋਵੇ, ਤਾਂ ਕਿ ਆਮ ਸਿੱਖ ਜੋ ਹੈ ਉੱਥੇ ਜਾ ਕੇ ਇਸ ਦਾ ਫਾਇਦਾ ਲੈ ਸਕੇ। ਲਾਈਨ ਨੰਬਰ 2 ਤੁਸੀਂ ਔਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਾਨੂੰ ਖੁਸ਼ੀ ਹੈ ਵੀ ਆਪਣੇ ਇਦਾਂ ਦੇ ਵਧੀਆ ਪ੍ਰਚਾਰਕ ਇੱਥੇ ਆਏ, ਤੇ ਦੂਸਰਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਸੀਗਾ ਵੀ ਜੇ ਫਰਜ਼ ਕੀਤਾ ਕੋਈ ਵੀ ਧਰਮ ਦੇ ਲੋਕ ਦੂਸਰੇ ਥਾਂ ਜਾ ਕੇ ਲੰਗਰ ਲਾਉਂਦੇ ਆ ਜਾਂ ਉਸ ਜਗ੍ਹਾ ਤੇ ਜਾਂਦੇ, ਕਿ ਉਹਨਾਂ ਦਾ ਉਹਦੇ ਨਾਲ ਧਰਮ ਚੇਂਜ ਹੋ ਜਾਂਦਾ ਜੀ। ਜਿਸ ਤਰ੍ਹਾਂ ਹੁਣ ਕੁੰਭ ਦੇ ਉੱਤੇ ਇਹਨਾਂ ਨੇ ਕਿਹਾ ਵੀ ਆਪਣੇ ਲੰਗਰ ਲਾ ਰਹੇ ਆ ਜੀ ਸ਼੍ਰੋਮਣੀ ਕਮੇਟੀ ਦੇ, ਤੇ ਜਦੋਂ ਉਹ ਪ੍ਰਬੰਧਕ ਹੈਗੇ ਆ, ਜੇ ਉਹਨਾਂ ਦੇ ਕੋਲ ਕੋਈ ਗੁੰਜਾਇਸ਼ ਹੈਗੀ ਆ, ਇੱਕ ਪਾਸੇ ਅਸੀਂ ਕਹਿੰਦੇ ਵੀ ਸਾਡਾ ਜਿਹੜਾ ਧਰਮ ਆ ਇੰਟਰਨੈਸ਼ਨਲੀ ਦੁਨੀਆ ਦੇ ਉੱਤੇ ਸਾਰੇ ਪਤਾ ਲੱਗਣਾ ਚਾਹੀਦਾ ਆ। ਅਸੀਂ ਇੱਥੇ ਜੇ ਆਪਣੇ ਮੁਲਕ ਦੇ ਵਿੱਚ ਹੀ ਨਹੀਂ ਅਸੀਂ ਉਹਨੂੰ ਚੰਗੀ ਤਰ੍ਹਾਂ ਮਤਲਬ ਵਿਸਾਰ ਸਕਦੇ, ਤਾਂ ਅਸੀਂ ਹੋਰ ਦੁਨੀਆ ਦੇ ਉੱਤੇ ਕਿਸ ਤਰ੍ਹਾਂ ਕਰਾਂਗੇ। ਠੀਕ ਹੈ ਜੀ। ਉੱਥੇ ਨਾਲੇ ਲੋਕ ਲੰਗਰ ਛਕਣਗੇ, ਨਾਲੇ ਪਤਾ ਲੱਗੂਗਾ ਵੀ ਕੌਣ ਲੋਕ ਹੈ, ਕਿ ਉਹ ਜਿਹੜਾ ਕੁੰਭ ਆ ਬਹੁਤ ਵੱਡਾ ਕੁੰਭ ਹੈਗਾ ਆ, ਬੜੇ ਸਾਲਾਂ ਬਾਅਦ ਇਹ ਆਉਂਦਾ ਆ, ਜਿਹਦੇ ਨਾਲ ਉਹ ਇਕੱਲੇ ਦਿਨ ਆਪਣੇ ਇੰਡੀਆ ਦੇ ਵਿੱਚੋਂ ਨਹੀਂ ਹੋਰ ਦੂਸਰੇ ਮੁਲਕਾਂ ਦੇ ਵਿੱਚ ਵੀ ਲੋਕ ਉੱਥੇ ਗਏ ਆ ਜੀ, ਤੇ ਜਿਹਦੇ ਨਾਲ ਉਹਨਾਂ ਨੂੰ ਇਹਦੇ ਬਾਰੇ ਵੀ ਪਤਾ ਲੱਗੂਗਾ, ਹਾਂ ਵੀ ਸਿੱਖ ਧਰਮ ਵੀ ਕੋਈ ਚੀਜ਼ ਹੈਗੀ, ਮਤਲਬ ਸਾਰੇ ਧਰਮਾਂ ਨੂੰ ਇੱਕੋ ਜਿਹਾ ਸਮਝਦਾ। ਠੀਕ ਹੈ। ਮੇਰਾ ਇਹ ਸਵਾਲ ਸੀਗਾ ਤੇ ਮਤਲਬ ਆਓ ਲੈਨੇ ਜੀ ਦਾ ਜਵਾਬ ਲੈਨੇ। ਧੰਨਵਾਦ ਤੁਹਾਡਾ, ਥੈਂਕ ਯੂ ਕਾਲ ਕਰਨ ਲਈ ਜੀ। ਤੁਹਾਡਾ ਜਵਾਬ ਲੈਨੇ ਇਹਦਾ ਜੀ। ਠੀਕ ਹੈ ਜੀ, ਬਹੁਤ ਵਧੀਆ ਸਵਾਲ ਵੀਰ ਜੀ, ਕਿਉਂਕਿ ਸਾਨੂੰ ਵੀ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਜਿਹੜੀ ਗੱਲ ਅਸੀਂ ਆਪ ਕਹਿ ਰਹੇ ਹਾਂ ਉਹਦੇ 'ਤੇ ਸੰਗਤ ਧਿਆਨ ਬਹੁਤ ਤਰੀਕੇ ਦੇ ਨਾਲ ਦੇ ਕੇ ਉਹਨੂੰ ਵਿਚਾਰਦੀ ਹੈ। ਜਿਹੜੀ ਗੱਲ ਮੈਂ ਵਿਚਾਰ ਦੇ ਦੌਰਾਨ ਆਖੀ ਸੀ ਕਿ ਅੱਜ ਸਾਡੀਆਂ ਸ਼੍ਰੋਮਣੀਆਂ ਸੰਸਥਾਵਾਂ ਇਹੋ ਅਜਿਹੇ ਆਗੂ ਜਿਹੜੇ ਕੌਮ ਦਾ ਬੜਾ ਕੀਮਤੀ ਸਰਮਾਇਆ ਜਿਹੜਾ ਹੈ ਉਹ ਇਹਨਾਂ ਥਾਵਾਂ 'ਤੇ ਲਾ ਰਹੀ ਹੈ, ਜਿੱਥੇ ਸਾਂਝੀਵਾਲਤਾ ਦੀ ਗੱਲ ਗੁਰਬਾਣੀ ਕਰਦੀ ਹੈ ਨਾ। ਹਰ ਬੰਦੇ ਨੂੰ ਗੁਰਬਾਣੀ ਸਾਂਝਾ ਉਪਦੇਸ਼ ਦੇ ਕੇ ਉਹਨੂੰ ਅੱਛਾ ਜੀਵਨ ਦੇਣਾ ਚਾਹੁੰਦੀ ਹੈ। ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼, ਉਪਦੇਸ਼ 4 ਵਰਨਾਂ ਕੋ ਸਾਂਝਾ। ਪਰ ਦੇਖੋ ਇੱਥੇ ਉਪਦੇਸ਼ ਕਰਨ ਵਾਸਤੇ ਅਸੀਂ ਉਹਨਾਂ ਨੂੰ ਕੋਈ ਠੀਕ ਤਰੀਕੇ ਨਾਲ ਦੱਸਣ ਵਾਸਤੇ ਉੱਥੇ ਜਾ ਰਹੇ ਹਾਂ, ਜਾਂ ਕੇਵਲ ਉਹਨਾਂ ਦੀ ਪੇਟ ਪੂਰਤੀ ਦਾ ਕੋਈ ਇੰਤਜ਼ਾਮ ਕਰਦੇ ਹਾਂ। ਗੁਰਬਾਣੀ ਤਾਂ ਸਾਨੂੰ ਕਹਿੰਦੀ ਹੈ ਲੰਗਰ ਚੱਲੈ ਗੁਰ ਸ਼ਬਦ, ਹਰ ਤੋਟ ਨਾ ਆਵੇ ਖੱਟੀਏ। ਇਸ ਲੰਗਰ ਨੂੰ ਵਰਤਾਨ ਦੀ ਲੋੜ ਹੈ। ਦੇਖਣਾ ਚਾਹੀਦਾ ਕਿ ਅਸੀਂ ਕਿਹੜਾ ਲੰਗਰ ਲਾ ਰਹੇ ਹਾਂ। ਅੱਜ ਸਾਰਿਆਂ ਨੂੰ ਪਤਾ ਸਿੱਖ ਧਰਮ ਕੀ ਹੈ, ਕੀ ਅਸੀਂ ਕੁੰਭ ਦੇ ਮੇਲਿਆਂ ਤੇ ਜਾ ਕੇ ਕੇਵਲ ਦੱਸਣਾ। ਆ ਤੁਸੀਂ ਹੁਣੇ ਪਿੱਛੇ ਤਸਵੀਰ ਵੇਖੀ ਹੋਏਗੀ, ਸ਼੍ਰੋਮਣੀ ਕਮੇਟੀ ਦਾ ਇੱਕ ਮੈਂਬਰ ਆਪਣੀ ਵਾਈਫ ਦੇ ਨਾਲ ਉੱਥੇ ਜਾ ਕੇ ਗੰਗਾ ਦੇ ਵਿੱਚ ਇਸ਼ਨਾਨ ਕਰ ਰਿਹਾ ਹੈ, ਨਹਾ ਰਿਹਾ ਹੈ। ਤੇ ਜਿਹੜੇ ਹੋਰ ਨਿਹੰਗ ਜਥੇਬੰਦੀਆਂ ਚੋਂ, ਕਿਉਂਕਿ ਇਹਨਾਂ ਨੇ ਆਵਾਜ਼ ਮਾਰ ਕੇ ਸਾਰਿਆਂ ਨੂੰ ਆਖਿਆ ਉਹ ਉੱਥੇ ਚਲੀਏ, ਕੀ ਅਸੀਂ ਉਹਨਾਂ ਨੂੰ ਕੱਢਣ ਗਏ ਆ ਜਾਂ ਆਪ ਹੀ ਵਿੱਚ ਵੜ ਗਏ ਆ? ਸਾਨੂੰ ਇਹ ਸੋਚਣਾ ਬਣਦਾ ਹੈ ਕਿ ਬਾਬਾ ਗੁਰੂ ਨਾਨਕ ਪਾਤਸ਼ਾਹ ਗਏ ਉੱਥੇ, ਇਤਿਹਾਸ ਗਵਾਹ ਹੈ, ਪਰ ਗੁਰੂ ਨਾਨਕ ਸਾਹਿਬ ਗੰਗਾ ਦੇ ਵਿੱਚ ਨਹਾਉਣ ਨਹੀਂ ਗਏ। ਨਹਾਉਣ ਵਾਲਿਆਂ ਨੂੰ ਦੱਸਣ ਗਏ ਕਿ ਇਹ ਕੋਈ ਧਾਰਮਿਕ ਕਰਮ ਨਹੀਂ ਹੈ। ਧਰਮ ਦਾ ਕਰਮ ਤਾਂ ਇਹ ਹੈ ਕਿ ਤੁਸੀਂ ਆਪਣੇ ਫਰਜ਼ਾਂ ਤੋਂ ਜਾਣੂ ਹੋਵੋ, ਆਪਣੀਆਂ ਜ਼ਿੰਮੇਵਾਰੀਆਂ ਸੰਭਾਲੋ, ਸੱਚ ਦੇ ਆਧਾਰ ਤੇ ਤੁਸੀਂ ਆਪਣੇ ਜੀਵਨ ਨੂੰ ਜਿਉਣ ਦਾ ਯਤਨ ਕਰੋ। ਪਰ ਕੀ ਅਸੀਂ ਉੱਥੇ ਕੋਈ ਲਿਟਰੇਚਰ ਬਣ ਰਿਹਾ, ਜਾਂ ਉੱਥੇ ਕੋਈ ਗੁਰਬਾਣੀ ਦੀ ਕੋਈ ਕਿਸੇ ਦੇ ਅੱਗੇ ਗੱਲ ਸਾਂਝੀ ਕੀਤੀ, ਆਪਣੀ ਗੱਲ ਉਹਨਾਂ ਦੇ ਅੱਗੇ ਰੱਖ ਸਕੇ, ਜਾਂ ਆਪ ਵੀ ਕੇਵਲ ਉਸ ਦਾ ਹਿੱਸਾ ਬਣ ਕੇ ਔਰ ਇਹ ਸਾਬਤ ਕਰਕੇ ਆ ਗਏ ਕਿ ਅਸੀਂ ਜੀ ਸਾਰੇ ਇੱਕੋ ਹੀ ਹਾਂ, ਸਾਡਾ ਭਾਈਵਾਲ ਹੈ, ਭਾਈਚਾਰਾ ਹੈ। ਤਾਂ ਗੁਰਬਾਣੀ ਤਾਂ ਕਹਿੰਦੀ ਹੈ ਹਮਰਾ ਝਗੜਾ ਰਹਾ ਨਾ ਕੋ, ਪੰਡਤ ਮੂਲਾ ਛਾੜੇ ਦੋ, ਪੰਡਤ ਮੂਲਾ ਜੋ ਲਿਖ ਦਿਆ ਛਾੜ ਚਲੇ ਹਮ ਕਛੂ ਨਾ ਲਿਆ। ਅਸੀਂ ਮਿਲਗੋਬਾ ਨਾ ਕਰੀਏ, ਥੋੜਾ ਜਿਹਾ ਉਹਨਾਂ ਦੇ ਅੱਗੇ ਸੱਚ ਰੱਖਣਾ ਸਾਡਾ ਫਰਜ਼ ਹੈ। ਦੁਨੀਆ ਦਾ ਕੋਈ ਵੀ ਮਨੁੱਖ ਹੈ, ਬਾਬੇ ਨਾਨਕ ਵਾਂਗਰ ਜੁਰਤ ਕਰਨੀ ਪਏਗੀ ਕਿ ਉਹਨਾਂ ਨੂੰ ਜਾ ਕੇ ਕਹੀਏ ਕਿ ਭਰਾਵੋ ਇਹਨਾਂ ਮੇਲਿਆਂ ਦੇ ਨਾਲ, ਇਸ ਇਕੱਠ ਦੇ ਨਾਲ ਤੁਹਾਡਾ ਸਮਾਂ ਤੇ ਸਰਮਾਇਆ ਤਾਂ ਜਾ ਸਕਦਾ ਹੈ, ਪਰ ਪ੍ਰਾਪਤੀਆਂ ਦਿਖਾਓ ਅੱਜ ਤੱਕ ਕਿੱਥੇ ਨੇ ਤੁਹਾਡੀਆਂ। ਕਿ ਸਾਡੇ ਇਹ ਆਗੂਆਂ 'ਚ ਜ਼ਰੂਰਤ ਹੈ ਉੱਥੇ ਗੱਲ ਕਰਕੇ ਕਰਨ ਦੀ। ਸਾਂਝੀਵਾਲਤਾ ਜ਼ਰੂਰ ਅਸੀਂ ਸਾਰਿਆਂ ਨੇ ਇਸ ਗੱਲ ਤੇ ਅਪਣਾਉਣੀ ਹੈ ਕਿ ਹਰ ਮਨੁੱਖ ਨੂੰ ਗੁਰਬਾਣੀ ਦਾ ਉਪਦੇਸ਼ ਦਈਏ, ਉਹਨੂੰ ਠੀਕ ਰਾਹ ਲਾਈਏ। ਇਸ ਵਿੱਚ ਸਾਂਝੀਵਾਲਤਾ ਹੋਣੀ ਚਾਹੀਦੀ ਹੈ, ਨਾ ਕਿ ਕੌਮ ਦਾ ਪੈਸਾ ਇਹਨਾਂ ਥਾਵਾਂ ਤੇ ਜਾ ਕੇ ਲਾਈਏ। ਅਸੀਂ ਇੱਕ ਬੰਨੇ ਕਹਿ ਰਹੇ ਹਾਂ ਤੇਰੇ ਭਾਣੇ ਸਰਬੱਤ ਦਾ ਭਲਾ, ਸਰਬੱਤ ਦਾ ਭਲਾ ਜਿਹੜੀ ਕੌਮ ਮੰਗ ਰਹੀ ਹੈ, ਉਹਨੇ ਆਪਣੇ ਅਜੇ 3 ਕਰੋੜ ਜਿਹੜੇ ਸਿੱਖ
ਇਸ ਵਕਤ ਦੇ ਵਿੱਚ ਤਾਂ ਅਸੀਂ 1.5 ਕਰੋੜ ਰਹਿ ਗਏ ਹਾਂ। 1.5 ਕਰੋੜ ਸਿੱਖਾਂ ਦਾ ਹੀ ਭਲਾ ਅਜੇ ਤੱਕ ਨਹੀਂ ਕਰ ਪਾ ਰਹੇ ਹਾਂ, ਤੇ ਸਰਬਤ ਦਾ ਭਲਾ ਮੰਗਦੇ ਜਾਈਏ ਤੇ ਮੰਗਣ ਨਾਲ ਭਲੇ ਨਹੀਂ ਹੁੰਦੇ। ਭਲਾ ਤਾਂ ਉਸ ਦਿਨ ਹੋਏਗਾ ਜਦੋਂ 1.5 ਕਰੋੜ ਵੀ ਮਹਿਫੂਜ਼ ਹੋ ਜਾਣ। ਸਾਡੇ ਬੱਚਿਆਂ ਨੂੰ ਅਜੇ ਨਾ ਨੌਕਰੀਆਂ ਮਿਲ ਪਾ ਰਹੀਆਂ ਨੇ, ਨਾ ਠੀਕ ਐਜੂਕੇਸ਼ਨ ਹੈ। ਕੀ ਇਹ ਕੌਮ ਦਾ ਪੈਸਾ ਇੱਥੇ ਲੱਗਣ ਦੀ ਲੋੜ ਹੈ ਜਾਂ ਲੰਗਰ ਖਵਾ ਕੇ ਲੋਕਾਂ ਦੀ ਪੇਟ ਪੂਰਤੀ ਕਰੀ? ਬਹੁਤ ਧੰਨਵਾਦ ਜੀ। ਇਹਨੂੰ ਉਸ ਦੇ ਨਾਲ ਜਿਸ ਤਰ੍ਹਾਂ ਅਸੀਂ ਇੱਥੇ ਬੈਠੇ ਸੁਣਦੇ ਹਾਂ ਕਿ ਪੰਜਾਬ ਵਿੱਚ ਇਸ ਸਮੇਂ ਡਰੱਗਸ ਅਤੇ ਸ਼ਰਾਬ ਦਾ ਜਿਹੜਾ ਇੱਕ ਦਰਿਆ ਚੱਲ ਰਿਹਾ ਹੈ, ਉਸ ਪਾਸੇ ਤਾਂ ਸਾਡੇ ਜਿਹੜੇ ਲੀਡਰਸ ਨੇ ਸੁਹਿਰਦ ਹੋ ਨਹੀਂ ਰਹੇ, ਕਿਉਂਕਿ ਆਪ ਵੀ ਉਸ ਵਿੱਚ ਇਨਵੋਲਵ ਨੇ। ਤਾਂ ਦੂਸਰੇ ਪਾਸੇ ਜਾ ਕੇ ਦੂਸਰਿਆਂ ਨੂੰ ਅਸੀਂ ਖੁਸ਼ ਕਰਨਾ ਹੈ ਜਾਂ ਪਹਿਲਾਂ ਆਪਣੇ ਘਰ ਨੂੰ ਸਵਾਰਨਾ ਹੈ? ਸ਼ਾਇਦ ਇਹੀ ਕਾਰਨ ਹੋ ਗਿਆ ਕਿ ਅੱਜ ਅਸੀਂ ਆਪਣੇ, ਕਹਿੰਦੇ ਨੇ ਕਿ ਚੈਰਿਟੀ ਬਿਗਨਸ ਐਟ ਹੋਮ, ਇੱਕ ਅੰਗਰੇਜ਼ੀ ਦੀ ਕਹਾਵਤ ਹੈ ਕਿ ਜੇਕਰ ਤੁਸੀਂ ਕੋਈ ਚੈਰਿਟੀ ਕਰਨੀ, ਕਿਸੇ ਦਾ ਭਲਾ ਕਰਨਾ, ਪਹਿਲਾਂ ਆਪਣੇ ਆਪ ਨੂੰ ਤਾਂ ਸਵਾਰ ਲਓ। ਆਪਣੇ ਆਪ ਤਾਂ ਅਸੀਂ ਖਲੋ ਨਹੀਂ ਸਕ ਰਹੇ, ਅਤੇ ਦੂਸਰਿਆਂ ਨੂੰ ਅਸੀਂ ਜੇ ਕਹੀਏ ਕਿ ਅਸੀਂ ਠੀਕ ਕਰ ਦਾਂਗੇ ਤਾਂ ਸ਼ਾਇਦ ਇਹ ਇੱਕ ਬਹੁਤ ਵੱਡੀ ਗਲਤੀ ਹੋਏਗੀ। ਬਹਰਹਾਲ ਲਾਈਨ ਨੰਬਰ 3 ਤੁਸੀਂ ਔਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ। ਹੋਲਡ ਰੱਖੋ ਜੀ। ਲਾਈਨ ਨੰਬਰ 3 ਜੀ, ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਭਾਈ ਸਾਹਿਬ। ਦੇਖੋ, ਜਿਹੜੀ ਬਾਣੀ ਜਦੋਂ ਆਪਾਂ ਸ਼ਰਧਾ ਨਾਲ ਪੜਾਂਗੇ ਜੀ, ਰਾਈਟ, ਤੇ ਵਾਹਿਗੁਰੂ ਦਾ ਨਾਮ ਸ਼ਰਧਾ ਨਾਲ ਪੜਾਂਗੇ, ਗੱਲ ਸ਼ਰਧਾ ਦੀ ਚਾਹੀਦੀ ਹੈ ਨਾਲ। ਜਦੋਂ ਆਪਾਂ ਬਾਣੀ ਤਰਕ ਨਾਲ ਪੜਨੀ, ਆਪਾਂ ਨੂੰ ਕੁਛ ਨਹੀਂ ਮਿਲਣਾ। ਵਾਹਿਗੁਰੂ ਦਾ ਨਾਮ ਜਪਣਾ, ਤਰਕ ਨਾਲ ਜਪਣਾ, ਮੈਂ ਉਦੋਂ ਤੱਕ ਤਰਕ ਵਾਲੇ ਕਰਨ ਦੇ ਵਿੱਚ ਰੈਪੀਟੇਸ਼ਨ ਕਰੀ ਜਾਂਦੇ ਆ ਜੀ। ਹਾਂਜੀ, ਤਰਕ ਵਾਲਿਆਂ ਨੂੰ ਅੱਜ ਤਾਈਂ ਕੁਛ ਨਹੀਂ ਮਿਲਿਆ। ਸ਼ਰਧਾ ਵਾਲਿਆਂ ਨੇ ਚਾਹੇ ਥੋੜੀ ਉਹ ਬਾਣੀ ਪੜ੍ਹੀ ਆ ਜੀ, ਭਾਈ, 2.5 ਅਕਸਰ ਪਰੇ ਪ੍ਰੇਮ ਕਾ 100 ਪੰਡਿਤ ਹੋਏ ਜੀ, ਚਾਹੇ ਥੋੜੀ ਉਹ ਪੜ੍ਹ ਲਈ, ਸ਼ਰਧਾ ਨਾਲ ਪੜ੍ਹ ਲਈ, ਉਹਦੇ ਝੋਲੀਆਂ ਭਰ ਜਾਂਦੀਆਂ ਨੇ। ਸੋ ਇਸ ਕਰਕੇ ਜੇ ਤਰਕਸ਼ੀਲ ਨੂੰ ਕੁਛ ਨਹੀਂ ਮਿਲਣਾ। ਤੁਸੀਂ ਬੜੀ ਸੋਹਣੀ ਗੱਲ ਕੀਤੀ ਭਾਈ ਸਾਹਿਬ ਕਿ ਬਿਲਕੁਲ ਇਹ ਦੋ ਪਹੀਏ ਨੇ ਸਾਡੇ, ਸ਼ਰਧਾ ਦੇ ਨਾਲ ਤਰਕ। ਲੇਕਿਨ ਅੱਜ ਹੋ ਕੀ ਰਿਹਾ ਕਿ ਜਾਂ ਤਾਂ ਅਸੀਂ ਬਿਲਕੁਲ ਹੀ ਸ਼ਰਧਾ 'ਚ ਫਸ ਗਏ ਤੇ ਜਾਂ ਬਿਲਕੁਲ ਹੀ ਤਰਕ 'ਚ ਫਸ ਗਏ। ਲੇਕਿਨ ਐਂਡ ਰਿਜ਼ਲਟ ਕੀ ਹੋ ਰਿਹਾ ਹੈ? ਚਲੋ ਥੋੜਾ ਜਿਹਾ ਇਹ ਦੇਖ ਲਈ ਕਿ ਜੋ ਪਿਛਲੇ 200-250 ਸਾਲਾਂ ਤੋਂ ਕੰਮ ਜੋ ਚੱਲ ਰਿਹਾ ਸਿੱਖ ਕੌਮ ਦੇ ਵਿੱਚ, ਜੇਕਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਸਿਰਫ ਅਸੀਂ ਇਸ ਚੀਜ਼ 'ਚ ਹੀ ਬਿਲੀਵ ਕਰ ਲਈਏ ਤਾਂ ਅੱਜ ਰਿਜ਼ਲਟ ਕੀ ਆ ਰਿਹਾ? ਕੋਈ ਵੀ ਅਸੀਂ ਕੰਮ ਕਰਦੇ ਹਾਂ ਤੇ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਕਿੱਥੇ ਖਲੋਤੇ ਹਾਂ। ਅੱਜ ਜੇਕਰ ਨਿਖਾਰ ਆਇਆ ਸਾਡੇ ਵਿੱਚ ਇੰਨਾ ਜ਼ਿਆਦਾ, ਤਾਂ ਕੀ ਸਮਾਂ ਨਹੀਂ ਹੈਗਾ ਕਿ ਅਸੀਂ ਥੋੜਾ ਜਿਹਾ ਸੋਚੀਏ ਕਿ ਕੀ ਵਜ੍ਹਾ ਹੈ? ਗੁਰਬਾਣੀ ਤਾਂ ਕਹਿੰਦੀ ਏ ਪੜ੍ਹ ਪੜ੍ਹ ਗੱਡੀ ਲੱਦੀਏ। ਜੇਕਰ ਅਸੀਂ ਪੜ੍ਹ ਪੜ੍ਹ ਕੇ ਸਿਰਫ ਆਪਣੀ ਸੋਚ ਵਿੱਚ ਹੀ ਸਿਰਫ ਵਾਧਾ ਕਰੀ ਜਾਣਾ ਹੈ ਤਾਂ ਸਿਰਫ ਤਰਕ ਨੂੰ ਹੀ ਇਸਤੇਮਾਲ ਕਰਨਾ, ਉਹ ਗੱਲ ਨਹੀਂ ਬਣੀ। ਪਰ ਦੂਸਰੇ ਪਾਸੇ ਜੇਕਰ ਸਿਰਫ ਅੰਨੀ ਸ਼ਰਧਾ ਵਿੱਚ ਹੀ ਫਸ ਕੇ ਅਸੀਂ ਜੋ ਕੁਝ ਗਲਤ ਹੋ ਰਿਹਾ ਹੈ, ਜੋ ਕੁਝ ਕਰਮਕਾਂਡ ਸਾਡੇ ਧਰਮ ਵਿੱਚ ਆਈ ਜਾ ਰਹੇ ਨੇ, ਉਸ ਨੂੰ ਵੀ ਮੰਨੀ ਜਾਣਾ ਹੈ, ਤਾਂ ਫਿਰ ਉਸ ਦਾ ਐਂਡ ਰਿਜ਼ਲਟ ਤਾਂ ਦੇਖ ਹੀ ਰਹੇ ਹਾਂ ਕਿ ਅਸੀਂ ਅੱਜ ਸਾਡੀ ਨੌਜਵਾਨ ਪੀੜ੍ਹੀ ਸਿੱਖੀ ਤੋਂ ਮੁਨਕਰ ਹੋ ਰਹੀ ਹੈ। ਪਹਿਲਾਂ ਮੇਰੀ ਗੱਲ ਸੁਣੋ ਤੁਸੀਂ ਧਿਆਨ ਨਾਲ। ਹੈਲੋ ਜੀ ਜੀ। ਅੱਛਾ, ਦੇਖੋ, ਜਿਹੜੀ ਮੈਂ ਮੇਰੀ ਗੱਲ ਤੇ ਸਮਝ ਨਹੀਂ ਰਹੇ। ਅੱਜ ਕੱਲ ਬਾਣੀ ਤਾਂ ਪੜ੍ਹਾਈ ਤਾਂ ਜਾ ਰਹੀ ਆ। ਬਾਣੀ ਦੱਸੋ ਕੌਣ ਪੜ੍ਹਦਾ? ਕਿਹਦੇ ਹੁਣ ਕਿਹੜਾ ਸਵੇਰੇ ਉੱਠ ਕੇ ਜਾਂ ਆਪਣੇ 5 ਬਾਣੀਆਂ ਦਾ ਪਾਠ ਕਰਦਾ, ਸੁਖਮਨੀ ਦਾ ਪਾਠ ਕਰਦਾ? ਕਿੰਨੇ ਤੁਸੀਂ ਉਂਗਲਾਂ ਤੇ ਗਿਣ ਲਓਗੇ? ਬਾਣੀ ਪੜ੍ਹਾਈ ਜਾ ਰਹੀ ਆ ਪੈਸੇ ਦੇ ਕੇ, ਨਾ ਤਾਂ ਉੱਥੇ ਕੋਲੇ ਸੁਣੀ ਜਾ ਰਹੀ ਹੈ ਤੇ ਨਾ ਪੜ੍ਹੀ ਜਾ ਰਹੀ ਹੈ। ਪ੍ਰੋਬਲਮ ਇਹ ਆ ਹੁਣ ਜਿਨ੍ਹਾਂ ਦੇ ਘਰੇ ਗੁੱਟ ਕੇ ਆ ਨਾ, ਜਿਹੜੇ ਸਵੇਰੇ ਉੱਠ ਕੇ ਪਾਠ ਕਰਦੇ ਆ, ਰਾਈਟ। ਹੁਣ ਜੇ ਮੇਰੀ ਧਾਰਨ ਲੈ ਲਓ, ਰਾਈਟ। ਹੁਣ ਮੈਂ ਖੁਦ ਪਾਠ ਕਰਦਾ ਸੀ, ਨਾਮ ਜਪਦਾ ਸੀ, ਮੇਰੇ ਬੱਚੇ ਵੀ ਜਪਦੇ ਆ, ਸਮਝੀ? ਇੱਥੋਂ ਦੇ ਜੰਪ ਪਲ ਨੇ ਉਹ ਵੀ ਜੀ ਜੀ। ਤੇ ਇਸ ਟਾਈਮ ਡਾਕਟਰੀ 'ਚ ਵੀ ਹੈਗੇ ਨੇ। ਮਤਲਬ ਜੇ ਮਾਂ ਪਿਓ ਨੇ ਗੁਟਕਾ ਸਵੇਰੇ ਉੱਠ ਕੇ ਪੜ੍ਹਨਾ ਹੈਗਾ ਵਾ, ਸਰਦਾ ਨਾਲ ਪੜ੍ਹਨਾ ਵਾ, ਨਾਮ ਜਪਣਾ ਹੈਗਾ ਵਾ, ਤੇ ਬੱਚੇ ਵੀ ਜਪਦੇ ਨੇ। ਹੁਣ ਜੇ ਮਾਂ ਪਿਓ ਨੇ ਸਵੇਰੇ ਰਾਤ ਨੂੰ ਬੋਤਲ ਖੋਲ ਲੈਣੀ ਹੈ ਤਾਂ ਸਵੇਰ ਨੂੰ ਉੱਠਣਾ ਹੀ ਨਹੀਂ। ਬਿਲਕੁਲ ਇਹੀ ਚੀਜ਼ ਗੱਲ ਕਰ ਰਹੇ ਸੀ। ਤੁਹਾਨੂੰ ਦੱਸਦੇ ਗੱਲ ਹੋਰ ਸਮਝਾਉਣਾ, ਜੇ 2 ਮਿੰਟ ਦੇ ਦਿਓ ਤੁਸੀਂ। ਪ੍ਰੋਬਲਮ ਇਹ ਹੈਗੀ ਹੈ ਕਿ ਇੱਕ ਬਹੁਤ ਗੰਦਾ ਪਿੰਡ ਸੀਗਾ, ਤੇ ਉਹ ਸਾਰੇ ਇੱਕ ਦੂਜੇ ਤੇ ਬਲੇਮ ਲਾਈ ਜਾਂਦੇ ਸੀਗੇ ਵੀ ਤੂੰ ਗੰਦ ਪਾਇਆ, ਕਹਿੰਦਾ ਤੂੰ ਪਾਇਆ। ਤੇ ਇੱਕ ਬਜ਼ੁਰਗ ਸੀਗਾ, ਉਹਨੇ ਸਾਰੇ ਮੀਟਿੰਗ ਸੱਦ ਲਈ ਉਹਨਾਂ ਦੀ, ਉਹ ਕਹਿੰਦੇ ਆ ਜਾਓ, ਕੋਈ ਗੱਲ ਨਹੀਂ, ਆਪਾਂ ਮੈਂ ਗੱਲਬਾਤ ਕਰਦੇ ਹਾਂ, ਇੱਕ ਦੂਜੇ ਤੇ ਬਲੇਮ ਨਾ ਲਾਵੋ। ਜਦੋਂ ਮੀਟਿੰਗ ਸੱਦੀ ਆਪਣੇ ਸਵੇਰੇ, ਉਹ ਕਹਿੰਦੇ ਐਂ ਕਰੋ ਵੀ ਆਪੋ ਆਪਣਾ ਵਿਹੜਾ ਸਾਫ਼ ਕਰਿਓ। ਠੀਕ ਬਈ, ਸ਼ਾਮ ਨੂੰ ਫਿਰ ਆਪਾਂ ਮਿਲ ਲੈਂਦੇ ਹਾਂ। ਉਹ ਸਾਰੇ ਵਿਹੜਾ ਸਾਫ਼ ਕਰਿਆ ਤੇ ਸ਼ਾਮ ਨੂੰ ਫਿਰ ਮਿਲ। ਲੇਕਿਨ ਹੁਣ ਦੇਖ ਲਓ, ਪਿੰਡ ਤਾਂ ਉਹੀ ਆ, ਕਲੀਨ ਹੋ ਗਿਆ ਕਿ ਨਹੀਂ? ਹਾਂ, ਕਹਿੰਦਾ ਹੁਣ ਮਤਲਬ ਆਪੋ ਆਪਣਾ ਫਰਜ਼ ਸੰਭਾਲਣ ਦੀ ਲੋੜ ਸੀ, ਇੱਕ ਦੂਜੇ ਨੂੰ ਤੁਸੀਂ ਬਲੇਮ ਐਵੇਂ ਲਾਈ ਗਏ। ਬਿਲਕੁਲ ਜੀ, ਬਹੁਤ ਧੰਨਵਾਦ। ਇਸ ਕਰਕੇ ਸਿੱਖੀ ਆ, ਜੇ ਜਿੰਨਾ ਚਿਰ ਤੁਸੀਂ ਨਾ ਜਿੰਨਾ ਮਰਜ਼ੀ ਪ੍ਰਚਾਰਕਾਂ ਦਾ ਜ਼ੋਰ ਲਾ ਲਓ, ਗੁਰਦੁਆਰਿਆਂ ਤੇ ਲਾ ਲਓ, ਕਿਸੇ ਨੂੰ ਤੁਹਾਨੂੰ ਕੋਈ ਮਾਂ ਪਿਓ ਜਿੱਦਾਂ ਆਪ ਸਿੱਖ ਬਣ ਗਏ, ਆਪ ਬਾਣੀ ਪੜ੍ਹਨ ਲੱਗੇ, ਬੱਚੇ ਆਪਦੇ ਆਪ ਹੀ ਪੜ੍ਹਨ ਲੱਗੇ। ਬਿਲਕੁਲ ਸਹੀ ਫਰਮਾਇਆ ਜੀ, ਧੰਨਵਾਦ, ਥੈਂਕ ਯੂ ਵੈਰੀ ਮਚ। ਬਿਲਕੁਲ ਇਹੀ ਭਾਈ ਸਾਹਿਬ ਨੇ ਵੀ ਇਹੀ ਕਿਹਾ ਕਿ ਆਪ ਬਾਣੀ ਪੜ੍ਹੀਏ ਤੇ ਆਪ ਇਸ ਦੇ ਉੱਤੇ ਅਮਲ ਕਰੀਏ ਜੀ। ਲਾਈਨ ਨੰਬਰ 1 ਔਨ 에ਅਰ ਜੀ। ਹੈਪੀ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਬੀ ਜੀ, ਮੈਂ ਇਹ ਕੋਈ ਇੰਪ੍ਰੈਸ਼ਨ ਨਾ ਲੈ ਕੇ ਚਲਾ ਜਾਵੇ ਕਿ ਗੁਰਬਾਣੀ ਦੇ ਵਿੱਚ ਕੋਈ ਕੰਟਰਾਡਿਕਸ਼ਨ ਹੈਗੀ ਹੈ ਜੀ। ਇਹ ਸਾਡੀ ਸਮਝ ਦੀ ਫਰਕ ਹੋ ਸਕਦਾ ਹੈ। ਜਦੋਂ ਪਾਤਸ਼ਾਹ ਕਹਿੰਦੇ ਨੇ ਇਹ ਜਗ ਸੱਚੇ ਕੀ ਹੈ ਕੋਠੜੀ, ਉਹ ਕਹਿੰਦੇ ਵੀ ਇਹ ਮਿਥਿਹਾਸ ਨਹੀਂ ਹੈ, ਦੁੱਖਾਂ ਦਾ ਘਰ ਨਹੀਂ ਜਿਵੇਂ ਮੰਨਿਆ ਗਿਆ ਹੈ।
ਗੁਰੂ ਸਾਹਿਬ ਕਹਿੰਦੇ ਨੇ ਵੀ ਇਹ ਤੇ ਆਨੰਦਮਈ ਜੀਵਨ ਮਾਨਣ ਦੀ ਜਗ੍ਹਾ ਹੈ, ਪਰ ਜੇ ਤੂੰ ਸੱਚ ਦੇ ਨਾਲ ਜੁੜੇਗਾ। ਬਿਲਕੁਲ। ਦੂਸਰੇ ਪਾਸੇ ਵੀ ਇਹ ਜਗ ਰਚਨਾ ਸਭ ਝੂਠ ਹੈ। ਗੁਰੂ ਸਾਹਿਬ ਉਹ ਸੱਚੇ ਦੀ ਕੋਠੜੀ ਦੀ ਗੱਲ ਨਹੀਂ ਕਰ ਰਹੇ, ਉਹ ਕਹਿ ਰਹੇ ਨੇ ਐ ਮਨੁੱਖ ਜੋ ਤੂੰ ਝੂਠ ਨਾਲ ਜੁੜ ਕੇ ਤੂੰ ਆਪਣੇ ਹਉਮੈ ਦੀ ਡੁਐਲਿਟੀ ਦੁਬਦਾ ਦੀ ਆਪ ਇੱਕ ਦੁਨੀਆ ਕ੍ਰੀਏਟ ਕਰ ਲਈ ਹੈ, ਉਹਨੂੰ ਝੂਠ ਕਹਿ ਰਹੇ ਨੇ ਨੌਵੇਂ ਪਾਤਸ਼ਾਹ। ਇੱਥੇ ਉਹ ਜਿਹੜੀ ਸੱਚੇ ਕੀ ਕੋਠੜੀ ਦੀ ਗੱਲ ਨਹੀਂ ਕਰ ਰਹੇ ਹੈਗੇ। ਜਦੋਂ ਕਹਿੰਦੇ ਇਹ ਜਗ ਰਚਨਾ ਸਭ ਝੂਠ ਹੈ, ਉਹਦੀ ਗੱਲ ਨਹੀਂ। ਗੁਰੂ ਨੌਵੇਂ ਪਾਤਸ਼ਾਹ ਕਹਿ ਰਹੇ ਨੇ ਤੂੰ ਆਪ ਜਿਹੜੀ ਇੱਕ ਹਉਮੈ ਦੇ ਆਧਾਰ ਤੇ ਝੂਠ ਨਾਲ ਜੁੜ ਕੇ ਇੱਥੇ ਦੁਨੀਆ ਕ੍ਰੀਏਟ ਕਰ ਲਈ ਹੈ, ਇਹ ਝੂਠ ਹੈ ਭਾਈ, ਇਸ ਨੂੰ ਛੱਡ। ਤੇ ਗੁਰਬਾਣੀ ਦੇ ਵਿੱਚ ਕੰਟਰਾਡਿਕਸ਼ਨ ਬਿਲਕੁਲ ਹੀ ਕੋਈ ਨਹੀਂ। ਐਬਸੋਲੂਟਲੀ। ਥੈਂਕ ਯੂ ਸਰ, ਬਹੁਤ ਬਹੁਤ ਮਿਹਰਬਾਨੀ। ਲਾਸਟ ਕਾਲ ਲਾਂਗੇ ਜੀ, ਫਿਰ ਕਰਾਂਗੇ ਪ੍ਰੋਗਰਾਮ ਦੀ ਸਮਾਪਤੀ ਜੀ। ਲਾਈਨ ਨੰਬਰ 2 ਤੁਸੀਂ ਔਨ 에ਅਰ ਹੋ ਜੀ, ਹੋਲਡ ਰੱਖੋ ਜੀ। ਜੀ ਲਾਈਨ ਨੰਬਰ 2 ਜੀ, ਤੁਸੀਂ ਔਨ 에ਅਰ ਹੋ ਜੀ। ਹੈਲੋ, ਲਾਈਨ ਨੰਬਰ 2, ਲਾਸਟ ਕਾਲ, ਲਾਈਨ ਨੰਬਰ 2। ਸ਼ਾਇਦ ਮੇਰੀ ਆਵਾਜ਼ ਤੁਹਾਡੇ ਤੱਕ ਨਹੀਂ ਜਾ ਰਹੀ ਜੀ, ਖਿਮਾ ਚਾਹੁੰਦਾ ਜੀ ਤੁਹਾਡੇ ਤੋਂ। ਸੋ ਜਿਸ ਤਰ੍ਹਾਂ ਭਾਈ ਸਾਹਿਬ ਨੇ ਜੋ ਗੱਲਾਂ ਬਾਤਾਂ ਕੀਤੀਆਂ ਜੀ, ਇਸ ਦੀ ਜ਼ਰੂਰਤ ਹੈ ਕਿ ਲਗਾਤਾਰ ਅਸੀਂ ਇਹਨਾਂ ਚੀਜ਼ਾਂ ਪ੍ਰਤੀ ਸੁਹਿਰਦ ਹੋਈਏ ਤੇ ਇਹ ਵਾਰਤਾਲਾਪ ਚੱਲਦੀ ਰਹੇ। ਇਸੀ ਦੇ ਤਹਿਤ ਅਗਲੇ ਹਫਤੇ ਵੀ ਭਾਈ ਸਾਹਿਬ ਨੂੰ ਅਸੀਂ ਇੱਥੇ ਲਿਆ ਕੇ ਗੁਰਮਤਿ ਉਚਾਰਨ ਦੀ ਤੁਹਾਡੇ ਨਾਲ ਸਾਂਝ ਪਾਵਾਂਗੇ। ਲੇਕਿਨ ਹਰ ਰੋਜ਼ ਇਹ ਭਾਈ ਸਾਹਿਬ 1 ਮਹੀਨੇ ਤੱਕ ਗੁਰਦੁਆਰਾ ਸਾਹਿਬ ਸਿੰਘ ਸਭਾ ਵਿੱਚ ਆਏ ਹੋਏ ਨੇ। ਸਵੇਰੇ 9:40 ਤੋਂ ਲੈ ਕੇ 10:30 ਵਜੇ ਤੱਕ, ਤੇ ਸ਼ਾਮ ਨੂੰ 6:30 ਤੋਂ ਲੈ ਕੇ 7:30 ਵਜੇ ਤੱਕ ਤੁਸੀਂ ਇਹਨਾਂ ਨਾਲ ਸਾਂਝ ਪਾ ਸਕਦੇ ਹੋ। ਤੇ ਜੇਕਰ ਵਿਅਕਤੀਗਤ ਤੌਰ ਤੇ ਵੀ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ 604 218 0937 604 218 0937 ਤੇ ਫੋਨ ਕਰ ਸਕਦੇ ਹੋ। ਲਾਸਟ ਕਾਲ ਲੈਣੇ, ਲਾਈਨ ਨੰਬਰ 1 ਤੁਸੀਂ ਔਨ 에ਅਰ ਹੋ ਜੀ। ਕੁਛ ਖਰਾਬੀ ਲੱਗ ਰਹੀ ਜੀ, ਤੁਹਾਡੀ ਆਵਾਜ਼ ਮੇਰੇ ਤੱਕ ਨਹੀਂ ਪਹੁੰਚ। ਲਾਈਨ ਨੰਬਰ 1। ਹੈਲੋ, ਹਾਂਜੀ ਭਾਈ ਸਾਹਿਬ। ਹਰਪ੍ਰੀਤ ਜੀ। ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਦਾਸਪੁਰ MS ਭੁੱਲਰ ਅਰਜ਼ ਕਰ ਰਿਹਾ ਜੀ। ਜੀ ਬੋਲੋ ਸਾਹਿਬ। ਜਿਹੜੀਆਂ ਸਿੱਖ ਕੌਮ ਵਾਸਤੇ 5 ਨਜਾਤ ਮੰਜ਼ਿਲਾਂ ਦੱਸੀਆਂ ਨਾ ਜੀ, ਜੀ, ਧਰਮਖੰਡ, ਗਿਆਨਖੰਡ, ਸ਼ਰਮਖੰਡ, ਕਰਮਖੰਡ, ਸੱਚਖੰਡ ਜੀ, ਇਹਨਾਂ ਤੇ ਪਰਮਜੀਤ ਸਿੰਘ ਜੀ ਸਾਨੂੰ ਮਿਹਰ ਕਰਨ, ਕਿਉਂਕਿ ਜ਼ਰੂਰ ਮੈਂ ਅਗਲੇ ਹਫਤੇ ਜੀ ਮਹਾਂਪੁਰਸ਼ ਨੇ ਜੀ ਜ਼ਰੂਰ। ਭੁੱਲਰ ਸਾਹਿਬ ਬਹੁਤ ਸੋਹਣਾ ਤੁਸੀਂ ਲੈ ਕੇ ਆਏ ਹੋ ਜਿਹੜਾ ਪ੍ਰਸ਼ਨ ਹੈਗਾ, ਇਸ ਨੂੰ ਅਗਲੇ ਹਫਤੇ ਮੈਂ ਜ਼ਰੂਰ ਇਹਨਾਂ ਕੋਲੋਂ ਇੱਥੇ ਹੀ ਐਕਸਪਲੇਨ ਕਰਕੇ ਅਸੀਂ ਗੱਲਬਾਤ ਕਰਾਂਗੇ। ਧੰਨਵਾਦ ਜੀ ਤੁਹਾਡਾ। ਸੋ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਜੀ। ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਇੱਥੇ ਆ ਕੇ ਸਾਡੇ ਨਾਲ ਸਾਂਝ ਪਾਉਣ ਲਈ। ਤਾਂ ਇੱਕ ਵਾਰ ਫਿਰ ਮੈਂ ਨੰਬਰ ਦੱਸਦਾ 604 218 0937